ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਹ ਜਿਹੜੀ ਮਾਝ ਰਾਗ ਦੇ ਵਿੱਚ ਵਾਰ ਲੈ ਰਹੇ ਹਾਂ 142 ਅੰਗ ਦੇ ਉੱਤੇ। ਉਹਦੀਆਂ 10 ਪੌੜੀਆਂ ਆਪਾਂ ਨੇ ਕੀਤੀਆਂ ਸੀਗੀਆਂ। 11ਵੀਂ ਪੌੜੀ ਆਪਾਂ ਨੇ ਲੈਣੀ ਹੈਗੀ ਆ। ਇਹ ਪਹਿਲੀ ਪਾਤਸ਼ਾਹੀ ਦੀ ਗੁਰੂ ਨਾਨਕ ਸਾਹਿਬ ਦੀ ਵਾਰ ਹੈਗੀ ਆ। 10ਵੀਂ ਪੌੜੀ ਜਿਹੜੀ ਹੈਗੀ ਉਹਨੂੰ ਆਪਾਂ ਫਿਰ ਜਿਹੜਾ ਹੈਗਾ ਥੋੜ੍ਹਾ ਜਿਹਾ ਬਰੀਫ ਕਰੀਏ ਉਹਨੂੰ। ਉਹ ਪੂਰੀ ਪੌੜੀ ਸ਼ਲੋਕਾਂ ਦੇ ਨਾਲ ਜਿਹੜੀ ਹੈਗੀ ਉਹਨੂੰ ਆਪਾਂ ਇੱਕ ਗਲਾਂਸ ਦੇ ਵਿੱਚ ਜਿਹੜੀ ਹੈਗੀ ਆ ਕੰਪਲੀਟ ਨੂੰ ਸਾਹਮਣੇ ਰੱਖੀਏ ਆਪਣੇ। ਉਹ ਪੌੜੀ ਦੇ ਵਿੱਚ ਜਿਹੜਾ ਹੈਗਾ ਪਹਿਲਾਂ ਮਹਾਰਾਜ ਨੇ ਸ਼ਲੋਕ ਲਗਾਇਆ ਸੀਗਾ। ਮਹਾਰਾਜ ਕਹਿੰਦੇ ਆ ਕਿ ਜਿਹੜਾ ਭਗਤੀ ਕਰਦਾ ਹੈ, ਜਿਹਦੇ ਮਨ ਦੇ ਵਿੱਚ ਮਾਲਕ ਪਰਮਾਤਮਾ ਵਸ ਗਿਆ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ। ਜਿਹੜਾ ਭਗਤੀ ਕਰਦਾ ਹੈ, ਜਿਹਦੇ ਪਰਮਾਤਮਾ ਦੇ ਵੱਲ ਜਿਹਨੂੰ ਆਪਣੇ ਅੰਦਰ ਜਿਹੜਾ ਹੈਗਾ ਆਪਣੇ ਆਪ ਨੂੰ ਜਾਣਨ ਦਾ ਜਿਹੜੇ ਅੰਦਰ ਇੱਛਾ ਹੈਗੀ ਆ, ਉਹ ਸੰਸਾਰ ਦੇ ਵਿੱਚ ਜਿਉਂਦਾ ਹੈ। ਬਾਕੀ ਜਿਹੜੇ ਹੈਗੇ ਮਨੁੱਖਾ ਜੂਨ ਜਿਹੜੀ ਹੈਗੀ ਆ ਉਹਨੂੰ ਅਜਾਈਂ ਗਵਾ ਦਿੰਦੇ ਆ। ਔਰ ਪੱਤ ਵੀ ਜਿਹੜੀ ਹੈਗੀ ਆ ਮਾਲਕ ਨੇ ਇਹੀ ਕਾਰਵਾਈ ਇਹੀ ਕੰਮ ਕਰਨ ਵਾਸਤੇ ਆਪਾਂ ਨੂੰ ਭੇਜਿਆ ਹੈਗਾ। ਇਹ ਖੇਡ ਹੈਗੀ ਮਾਲਕ ਦੀ। ਉਹਨੇ ਇੱਕ ਜਿਹੜਾ ਹੈਗਾ ਪ੍ਰਕਿਰਤੀ ਜਿਹੜੀ ਹੈਗੀ, ਜਿਹਨੂੰ ਕਹਿ ਲਓ ਪਰ ਇਸਤਰੀ ਜਾਂ ਪਰ ਪੁਰਸ਼, ਉਹ ਤਿਆਰ ਕੀਤਾ। ਉਹਨੇ ਐਸਾ ਚੋਗਾ ਸੁੱਟਿਆ, ਐਸਾ ਸੁੰਦਰ ਬਣਾਇਆ। ਉਹਦੇ ਨਾਲ ਜਿਹੜਾ ਹੈਗਾ ਆਪਾਂ ਮੱਲੋ ਮੱਲੀ ਜਿਹੜਾ ਹੈਗਾ ਆਪਾਂ ਉਹਦੇ ਨਾਲ ਅਟੈਚ ਹੋ ਜਾਂਦੇ ਹਾਂ। ਔਰ ਜੇ ਆਪਾਂ ਭਗਤੀ ਕਰਾਂਗੇ, ਜੇ ਆਪਾਂ ਮਾਲਕ ਨੂੰ ਧਿਆਨ ਕਰਾਂਗੇ, ਮਾਲਕ ਦਾ ਧਿਆਨ ਕਰਾਂਗੇ, ਤੇ ਮਾਲਕ ਜਿਹੜਾ ਹੈਗਾ ਉਹਨੇ ਇਸ ਚੋਂ ਨਿਕਲਣ ਦੇ ਵਾਸਤੇ ਆਪਾਂ ਨੂੰ ਜਿਹੜਾ ਹੈਗਾ ਗਿਆਨ ਵੀ ਦਊਗਾ ਮਾਲਕ, ਔਰ ਆਪਾਂ ਨੂੰ ਫੈਸਿਲਿਟੀ ਵੀ ਦੇਵੇਗਾ। ਜੇ ਆਪਾਂ ਪਰ ਇਸਤਰੀ ਪਰ ਪੁਰਸ਼ ਜੋ ਪ੍ਰਕਿਰਤੀ ਹੈ ਉਹਦੇ ਨਾਲ ਹੀ ਆਪਾਂ ਰਹਿਣਾ ਪਸੰਦ ਕਰਾਂਗੇ, ਤੇ ਮਾਲਕ ਜਿਹੜਾ ਹੈਗਾ ਉਹਨੂੰ ਕੋਈ ਕੰਪਲੇਂਟ ਨਹੀਂ ਹੈਗੀ। ਤੇ ਜਿੰਦਾ ਉਹੀ ਹੈਗਾ ਇਹ ਸੰਸਾਰ ਦੇ ਵਿੱਚ, ਉਹੀ ਆ ਕੇ ਆਪਣੀ ਮਨੁੱਖ ਜੂਨ ਦੇ ਵਿੱਚ ਸਫਲਤਾ ਪ੍ਰਾਪਤ ਕਰਦਾ ਹੈ, ਜਿਹੜਾ ਕਿ ਉਸ ਮਾਲਕ ਪਰਮਾਤਮਾ ਦਾ ਧਿਆਨ ਕਰਦਾ ਹੈ। ਬਾਕੀ ਮਹਾਰਾਜ ਕਹਿੰਦੇ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਕਹਿੰਦੇ ਜੇ ਇਨਸਾਨ ਨੇ ਆ ਕੇ ਇੱਥੇ ਆ ਕੇ ਆਪਣੀ ਜਿਹੜੀ ਹੈਗੀ ਆ ਉਹ ਜੋ ਕਾਰਵਾਈ ਜੋ ਕਰਮ ਜੋ ਮਾਲਕ ਪਰਮਾਤਮਾ ਨੇ ਜਿਸ ਐਕਸ਼ਨ ਵਾਸਤੇ ਜਿਸ ਵਾਸਤੇ ਮਨੁੱਖਾਂ ਨੂੰ ਜੂਨ ਦਿੱਤੀ ਹੈ ਉਹ ਨਹੀਂ ਕੀਤਾ, ਤੇ ਕਹਿੰਦੇ ਫਿਰ ਸਾਰਾ ਕੁਛ ਜੋ ਕੁਛ ਵੀ ਇਨਸਾਨ ਖਾ ਰਿਹਾ ਹੈ, ਭੋਗ ਰਿਹਾ ਹੈ, ਹੰਢਾ ਰਿਹਾ ਆ, ਉਹ ਸਾਰਾ ਦਾ ਸਾਰਾ ਹਰਾਮ ਹੈਗਾ ਭਾਈ। ਉਹ ਜਿਹੜਾ ਹੈਗਾ ਉਹ ਮਾਲਕ ਹੈਗਾ। ਮਾਲਕ ਨੇ ਆਪਾਂ ਨੂੰ ਕਿਸੇ ਕੰਮ ਵਾਸਤੇ ਭੇਜਿਆ। ਆਪਾਂ ਉਹਦੇ ਸਾਰੇ ਦੇ ਸਾਰੇ ਜਿਹੜੇ ਹੈਗੇ ਆਪਾਂ ਉਹਦੇ ਬਿਜ਼ਨਸਮੈਨ ਹੈਗੇ ਆ। ਆਪਾਂ ਇੱਥੇ ਜਿਹੜੇ ਹੈਗੇ ਬਿਜ਼ਨਸ ਕਰਨ ਦੇ ਵਾਸਤੇ ਆਏ ਆ, ਇੱਕ ਵਣਜ ਕਰਨ ਵਾਸਤੇ ਆਏ ਆ। ਉਹ ਵਣਜ ਕਰਨਾ ਹੈ। ਸਵਾਸ ਦਿੱਤੇ ਹੈ, ਸਾਰਾ ਫੈਸਿਲਿਟੀ ਦਿੱਤੀ ਹੈ, ਸਰੀਰ ਦਿੱਤਾ ਹੈ, ਸਾਰਾ ਪਰਿਵਾਰ ਦਿੱਤਾ ਹੈ ਮਾਲਕ ਨੇ। ਬਈ ਤੂੰ ਮੈਨੂੰ ਬੁੱਝਣਾ ਹੈ, ਤੂੰ ਆਪਣੇ ਆਪ ਨੂੰ ਬੁੱਝਣਾ ਹੈ, ਇਹ ਕੰਮ ਕਰਨਾ ਹੈ। ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੈ ਨੰਗ। ਇਹ ਰਾਜ ਰੰਗ ਜੋ ਮਾਲ ਜੋ ਪਦਾਰਥ ਇਹਦੇ ਵਿੱਚ ਹੀ ਜਿਹੜਾ ਹੈਗਾ ਇਨਸਾਨ ਪੂਰੀ ਤਰ੍ਹਾਂ ਖੁੱਭ ਜਾਂਦਾ ਹੈ। ਤੇ ਇਹਦੇ ਨਾਲ ਮਹਾਰਾਜ ਕਹਿੰਦੇ ਨਾਨਕ ਠਗਿਆ ਮੁੱਠਾ ਜਾਏ। ਠਗਿਆ ਗਿਆ, ਲੁੱਟਿਆ ਗਿਆ, ਬਿਨ ਨਾਮੇ ਪਤ ਗਿਆ ਗਵਾਏ। ਆਪਣੇ ਬਗੈਰ ਨਾਮ ਤੋਂ ਪਤ ਚਲੀ ਗਈ ਉਹਦੀ। ਉਹਨੇ ਕੁਛ ਨਹੀਂ ਕੀਤਾ। ਇੱਥੇ ਆ ਕੇ ਸਰੀਰ ਜਿਹੜਾ ਸੀਗਾ ਉਹ ਵੀ ਚਲਾ ਗਿਆ, ਔਰ ਇਹ ਸਿਖਰਲੀ ਜਿਹੜੀ ਡੰਡੀ ਹੈ ਉਸ ਚੋਂ ਥੱਲੇ ਚਲਾ ਗਿਆ। ਹੁਣ ਇਸ ਤੋਂ ਬਾਅਦ ਦੂਸਰਾ ਸ਼ਲੋਕ ਲਗਾਇਆ ਸੀ ਮਹਾਰਾਜ ਨੇ, ਕਿਆ ਖਾਦੇ ਮਹੱਲਾ ਪਹਿਲਾ, ਕਿਆ ਖਾਦੇ ਕਿਆ ਪੈਦੇ ਹੋਏ, ਜਾਂ ਮਨ ਨਹੀਂ ਸਾਚਾ ਸੋਏ। ਕਹਿੰਦੇ ਤੂੰ ਦੁਨੀਆ ਦੇ ਵਿੱਚ ਆ ਕੇ ਖਾਣਾ ਪੀਣਾ ਔਰ ਮਾਲਕ ਦਾ ਜੋ ਦਿੱਤਾ ਹੀ ਦਾਤ ਉਹਨੂੰ ਭੋਗ ਕੇ ਤੇ ਚਲਾ ਗਿਆ, ਤੇ ਤੂੰ ਤੇਰੇ ਮਨ ਚੋਂ ਮਾਲਕ ਪਰਮਾਤਮਾ ਤਾਂ ਹੈ ਹੀ ਨਹੀਂ। ਉਹ ਸੱਚਾ ਸੱਚ ਦੇ ਨਾਲ ਤਾਂ ਤੂੰ ਜੁੜਿਆ ਹੀ ਨਹੀਂ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, क्या कपड़ क्या सेज सुखाली कीजें भोग विलास, क्या लश्कर क्या नेव खवासी आवे महली वास। नानक सच्चे नाम बिन
ਸਭੇ ਟੋਲ ਵਿਨਾਸ਼। ਕਹਿੰਦੇ ਸਾਰੇ ਦੇ ਸਾਰੇ ਪਦਾਰਥ, ਆ ਸਾਰੇ ਜਿੰਨੇ ਵੀ ਮਿੱਠੇ, ਜਿੰਨੇ ਵੀ ਆਪਾਂ ਨੂੰ ਚੰਗੇ ਲੱਗਦੇ ਆ, ਚਸਕੇ, ਸਵਾਦ, ਕਹਿੰਦੇ ਸਾਰੇ ਦੇ ਸਾਰੇ ਵਿਨਾਸ਼ ਹੈਗੇ। ਇਹਨਾਂ ਦੇ ਨਾਲ ਆਪਾਂ ਨੇ ਜਿਹੜਾ ਹੈਗਾ ਅਲਟੀਮੇਟਲੀ ਮਨੁੱਖਾ ਸਰੀਰ ਲੂਜ਼ ਕਰ ਜਾਣਾ, ਕਾਰਨ ਸਰੀਰ ਵਧਾ ਲੈਣਾ ਔਰ ਅੱਗੇ ਜਿਹੜਾ ਹੈਗਾ ਜੂਨਾਂ ਦੇ ਵਿੱਚ ਜਾਣ ਦਾ ਆਪਣਾ ਬਾਨੂ ਜਿਹੜਾ ਵੱਧ ਜਾਣਾ ਹੈ। ਇਸ ਤੋਂ ਬਾਅਦ ਪੌੜੀ ਆਈ ਸੀਗੀ, ਜਾਤੀ ਦਾ ਕਿਆ ਹੱਥ ਸੱਚ ਪਰਖੀਏ, ਮੋਹਰਾ ਹੋਵੇ ਹੱਥ ਮਰੀਏ ਚੱਖੀਏ। ਕਹਿੰਦੇ ਜਿਹੜੀ ਮਰਜ਼ੀ ਜਾਤ ਦਾ ਹੋਏ, ਜੋ ਮਰਜ਼ੀ ਜਿਸ ਮਰਜ਼ੀ ਜਾਤ ਤੋਂ ਇਨਸਾਨ ਹੋਏ, ਭਾਵੇਂ ਰਾਜਾ ਮਹਾਰਾਜਾ ਹੋਏ, ਭਾਵੇਂ ਗਰੀਬ ਹੋਏ, ਫਕੀਰ ਹੋਏ, ਉਹ ਮਾਲਕ ਪਰਮਾਤਮਾ ਕਹਿੰਦਾ ਕਿ ਜੇ ਜ਼ਹਿਰ ਤੂੰ ਆਪਣੀ ਖਾ ਰਿਹਾ ਆ ਤੇ ਜ਼ਹਿਰ ਦੇ ਨਾਲ ਮਰਨਾ ਹੀ ਮਰਨਾ ਹੈਗਾ। ਤੂੰ ਭਾਵੇਂ ਬ੍ਰਾਹਮਣ ਹੈਗਾ, ਭਾਵੇਂ ਸ਼ੂਦਰ ਹੈਗਾ, ਭਾਵੇਂ ਖੱਤਰੀ ਹੈਗਾ, ਇਹ ਜ਼ਹਿਰ ਤੈਨੂੰ ਹਰੇਕ ਨੂੰ ਜਿਹੜੀ ਹੈਗੀ ਇਹਨੇ ਮਾਰਨਾ ਹੀ ਹੈ। ਇਹ ਜ਼ਹਿਰ ਕੀ ਹੈਗੀ? ਇਹ ਸਵਾਦ ਪਦਾਰਥ, ਇਹ ਜ਼ਹਿਰ ਹੈਗੀ ਸਾਰੇ ਦੇ ਸਾਰੇ ਜੋ ਆਪਾਂ ਇਹਨਾਂ ਦੇ ਉੱਤੇ ਜ਼ਹਿਰ ਹੀ ਚੱਖ ਰਹੇ ਹਾਂ, ਆਪਾਂ ਇਹੀ ਖਾ ਰਹੇ ਹਾਂ। ਤੇ ਕੀ ਕਰ ਦਿੰਦੀ ਆ? ਆਪਣਾ ਮਨੁੱਖੀ ਸਰੀਰ ਜਿਹੜਾ ਹੈਗਾ, ਮਨੁੱਖੀ ਜੂਨ ਜਿਹੜੀ ਹੈਗੀ ਇਹਨੂੰ ਖਾ ਜਾਂਦੀ ਆ। ਇਹਦੇ ਵਿੱਚ ਮਹਾਰਾਜ ਕਹਿੰਦੇ ਆ ਕਿ ਇਹ ਸੱਚੇ ਦੀ ਸਰਕਾਰ ਜੁਗ ਜੁਗ ਜਾਣੀ ਹੈ। ਕਹਿੰਦੇ ਉਹ ਮਾਲਕ ਪਰਮਾਤਮਾ ਦੀ ਆਹੀ ਉਸ ਸੱਚੇ ਉਸ ਮਾਲਕ ਮਹਾਰਾਜੇ ਦਾ ਉਸ ਦਾ ਕਾਨੂੰਨ ਹੈਗਾ, ਉਹਦਾ ਰਾਜ ਹੈਗਾ, ਜੁਗਾਂ ਜੁਗਾਂ ਤੱਕ ਉਹੀ ਕੰਟਰੋਲਰ ਹੈਗਾ ਔਰ ਉਹਨੇ ਇੱਕੋ ਹੀ ਹੁਕਮ, ਇੱਕੋ ਹੀ ਕਾਰਵਾਈ ਕਰਨ ਵਾਸਤੇ ਇਨਸਾਨ ਨੂੰ ਭੇਜਿਆ ਹੈ। ਹੁਕਮ ਮੰਨੇ ਸਿਰਦਾਰ ਦਰ ਦੀਵਾਨੇ, ਜਿਹੜਾ ਉਹਦਾ ਹੁਕਮ ਮੰਨਦਾ ਹੈ ਉਹ ਸਰਦਾਰ ਆ ਭਾਈ, ਉਹ ਜਿੱਤ ਗਿਆ, ਮਾਲਕ ਦੇ ਦਰ ਤੇ ਸੋਭਾ ਪਾਉਂਦਾ ਹੈ। ਫੁਰਮਾਨੀ ਹੈ ਕਾਰ ਖਸਮੇ ਪਠਾਇਆ, ਖਸਮ ਨੇ ਜਿਹੜਾ ਹੈਗਾ ਇਹ ਕਾਰ ਕਰਨ ਵਾਸਤੇ ਆਪਾਂ ਨੂੰ ਭੇਜਿਆ ਹੈ, ਹਰੇਕ ਜੀਵ ਨੂੰ ਭੇਜਿਆ ਹੈ ਕਾਰ ਕਰਨ ਵਾਸਤੇ। ਆਪਾਂ ਐਂਪਲਾਈ ਹੈਗੇ ਮਾਲਕ ਦੇ। ਉਹਨੇ ਸਵਾਸਾਂ ਦੀ ਪੂੰਜੀ ਦਿੱਤੀ ਹੋਈ ਹੈ, ਸਰੀਰ ਦਿੱਤਾ ਹੋਇਆ ਕਾਰ ਕਰਨ ਵਾਸਤੇ। ਖਸਮ ਨੇ ਆਪਾਂ ਨੂੰ ਪਠਾਇਆ ਔਰ ਫੁਰਮਾਨੀ ਹੈ ਕਾਰ, ਫੁਰਮਾਇਆ ਵੀ ਆਹ ਕਾਰ ਕਰਨੀ ਆ। ਮਾਂ ਦੇ ਪੇਟ ਦੇ ਵਿੱਚ ਵੀ ਜਿਹੜਾ ਹੈਗਾ ਬੱਚੇ ਨੂੰ ਧਿਆਨ ਸਿਮਰਨ ਪੱਕਾ ਕਰਾਉਂਦਾ ਹੈ ਮਾਲਕ ਪਰਮਾਤਮਾ। ਤਬਲਬਾਜ਼ ਵਿਚਾਰ ਸ਼ਬਦ ਸੁਣਾਇਆ, ਤਬਲਬਾਜ਼ ਜਿਹੜਾ ਹੈ ਗੁਰੂ ਜਿਹੜਾ ਹੈਗਾ ਨਗਾੜੇ ਦੇ ਨਾਲ ਜਿਹੜਾ ਹੈਗਾ ਆਪਾਂ ਨੂੰ ਇਹ ਹੁਣ ਜਿਹੜਾ ਆਪਾਂ ਦੇਖੋ ਆ ਪਹਿਲੀ ਪਾਤਸ਼ਾਹੀ ਦੇ ਜਿਹੜੇ ਹੈਗੇ ਆਪਾਂ ਨੂੰ ਮਹਾਰਾਜ ਬੇਚੰਗੀ ਤਰ੍ਹਾਂ ਆਪਣੇ ਅੰਦਰ ਆਪਾਂ ਨੂੰ ਦੱਸ ਰਹੇ ਆ ਬਾਈ ਆਹ ਕੰਮ ਕਰਨ ਵਾਲਾ ਹੈਗਾ ਔਰ ਇਸ ਤਰੀਕੇ ਦੇ ਨਾਲ ਤੂੰ ਇਹ ਖੇਡ ਜਿੱਤ ਸਕਦਾ ਹੈ, ਇਹ ਕੰਮ ਕਰ ਸਕਦਾ ਹੈ। ਇੱਕ ਹੋਏ ਅਸਵਾਰ ਇੱਕ ਨਾ ਸਾਖਤੀ, ਇੱਕ ਜਿਹੜੇ ਹੈਗੇ ਅਸਵਾਰ ਕਰਤੇ ਹੋਣਾ, ਆਪਣੇ ਮਨ ਦੇ ਉੱਤੇ ਅਸਵਾਰ ਹੋਣਾ ਹੈ। ਮਨ ਆਪਣੇ ਤੇ ਸਵਾਰਿਆ, ਆਪਾਂ ਨੇ ਮਨ ਦੀ ਸਵਾਰੀ ਕਰਨੀ ਹੈ। ਇੱਕ ਨਾ ਸਾਖਤੀ, ਇੱਕ ਨਾ ਜਿਹੜੀ ਹੈਗੀ ਆ ਲਗਾਮਾਂ ਫੜ ਲੀਆਂ। ਇੱਕ ਨਹੀਂ ਬੱਧੇ ਭਾਰ, ਇੱਕ ਨਾ ਤਾਖਤੀ, ਇੱਕ ਜਿਹੜੇ ਹੈਗੇ ਆ ਕਰਮਾਂ ਦਾ ਹੀ ਭਾਰ ਬੰਨ੍ਹ ਕੇ ਚਲੇ ਜਾਂਦੇ ਆ ਭਾਈ। ਇੱਕ ਜਿਹੜੇ ਧਿਆਨ ਸਿਮਰਨ ਦਾ ਭਾਰ ਜਿਹੜੇ ਹੈਗੇ ਉਹਨਾਂ ਨੇ ਜਿਹੜਾ ਹੈਗਾ ਨਾਮ ਇਕੱਠਾ ਕਰ ਲਿਆ। ਇੱਕ ਜਿਹੜੇ ਹੈਗੇ ਉਹਨਾਂ ਨੇ ਆਪਣੇ ਕਰਮਾਂ ਦਾ ਭਾਰ ਇੱਥੇ ਮਾਇਆ ਹੀ ਇਕੱਠੀ ਕਰ ਲਈ। ਇੱਕ ਨਾ ਤਾਖਤੀ, ਇੱਕ ਤਖਤ 'ਤੇ ਹੈਗੇ। ਇੱਕ ਜਿਹੜੇ ਦੁਨੀਆ ਨੂੰ ਹੀ ਤਖਤ ਸਮਝਿਆ ਹੋਇਆ ਉਹਨਾਂ ਨੇ, ਉਹ ਦੁਨੀਆ ਦੇ ਤਖਤ ਦੇ ਉੱਤੇ ਹੀ ਇੱਥੇ ਹੀ ਬੈਠੇ, ਇੱਥੇ ਹੀ ਸਟਿਕ ਹੈਗੇ ਵੀ ਅਸੀਂ ਤਾਂ ਮਰਨਾ ਹੀ ਹੈ ਨਹੀਂ। ਆਹ ਸੀਗੀ 10ਵੀਂ ਪੌੜੀ। ਇਸ ਤੋਂ ਬਾਅਦ ਇਹਦੇ ਨਾਲ ਹੀ ਲੱਗਦੀ ਜਿਹੜੀ ਹੈਗੀ ਅਗਲੀ ਪੌੜੀ ਹੈਗੀ ਆ, ਕਿਉਂਕਿ ਇਹਦੇ ਨਾਲ ਉਹ ਪੌੜੀ ਵੀ ਇਹਦੇ ਨਾਲ ਹੈਗੀ, ਇਸ ਕਰਕੇ ਆਪਾਂ ਆਹ ਪੌੜੀ ਲੈਣੀ ਆ। ਗੋਰਖੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਨਿੱਜਰ ਸਾਹਿਬ, ਅੱਛਾ ਆਪਨੇ ਵੈਸੇ ਨਾਲ ਜੋੜ ਦਿੱਤੀ ਪਹਿਲੀ ਬਾਣੀ ਜਿਹੜੀ ਆਪਾਂ ਕੱਲ ਵਿਚਾਰ ਵੀ ਕੀਤੀ ਸੀ? ਹਾਂਜੀ, ਕਿਉਂਕਿ ਇਹਦੇ ਨਾਲ ਇਹ ਜਿਹੜੇ ਹੈਗੇ ਉਹਦੇ ਨਾਲ ਹੀ ਲੱਗਦੀ ਹੋਈ ਆ, ਦੋਨਾਂ ਨੂੰ ਇਕੱਠੇ ਹੀ ਵਿਚਾਰਨਾ ਪੈਣਾ ਹੈ, ਕੰਬਾਈਨ ਕਰਨਾ ਪਊਗਾ, ਨਹੀਂ ਤੇ ਗੱਲ ਨਹੀਂ ਬਣੇਗੀ। ਹਾਂਜੀ ਸ਼ੁਰੂ ਕਰੋ ਜੀ। ਸ਼ਲੋਕ ਮਹੱਲਾ ਪਹਿਲਾ। ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾੜ। ਕਹਿੰਦੇ ਜਿਹੜਾ ਪੱਕ ਗਿਆ, ਜਦ ਹੁਣ ਕਣਕ ਹੈਗੀ, ਫਸਲ ਹੈਗੀ ਆ ਜਿਹੜੀ ਪੱਕ ਗਈ ਤੇ ਉਹਨੂੰ ਜਿਹੜੇ ਹੈਗੇ ਵੱਢ ਲੈਂਦੇ ਆ। ਬਾਕੀ ਪਰਾਲੀ ਪਰੂਲੀ ਜਿਹੜੀ ਹੈਗੀ ਆ, ਵਾੜ ਜਿਹੜੀ ਹੁੰਦੀ ਆ, ਉਹ ਉੱਥੇ ਖੇਤ 'ਚ ਰਹਿ ਜਾਂਦੀ ਆ। ਸਣ ਕਿਸਾਰਾ ਚਿੱਥਿਆ, ਕਣ ਲਿਆ ਤਨ ਝਾੜ। ਫਿਰ ਕੀ ਕੀਤਾ? ਫਿਰ ਉਹਨੂੰ ਜਿਹੜੇ ਹੈਗੇ ਆਪਾਂ ਜਿਹੜੇ ਹੈਗੇ ਉਹਨੂੰ ਜਿਹੜੇ ਹੈਗੇ ਉਹ ਕਰਦੇ ਸੀਗੇ, ਉਹਦੇ ਉੱਤੋਂ ਦੀ ਜਿਹੜੇ ਫਲਾਂ ਦੇ ਨਾਲ ਜਿਹੜਾ ਹੈਗਾ ਉਹਨੂੰ ਦਰੜਦੇ ਸੀਗੇ। ਉਹਦੇ 'ਚੋਂ ਜਿਹੜੇ ਹੈਗੇ ਆ ਕਣ ਜਿਹੜਾ ਹੈਗਾ ਉਹਦੇ 'ਚੋਂ ਜਿਹੜੇ ਹੈਗੇ ਆ ਉਹਦੇ ਦਾਣੇ ਜਿਹੜੇ ਹੈਗੇ ਉਹਨਾਂ ਨੂੰ ਅਲੱਗ ਕਰ ਲੈਂਦੇ ਸੀਗੇ ਔਰ ਤੂੜੀ ਤਾੜੀ ਜਿਹੜੀ ਹੈਗੀ ਝਾੜ ਲੈਂਦੇ ਸੀ, ਉਡਾ ਦਿੰਦੇ ਸੀ। ਦੋਏ ਪੁੜ ਜੋ ਚੱਕੀ ਜੋੜ ਕੇ ਬੀਸਣ ਆਏ ਬਹਟ।
ਉਸ ਤੋਂ ਬਾਅਦ ਫਿਰ ਜਿਹੜਾ ਹੈ ਚੱਕੀ ਦੇ ਵਿੱਚ ਜਿਹੜੇ ਹੈਗੇ ਦਾਣੇ ਜਿਹੜੇ ਹੈਗੇ ਉਹਨਾਂ ਨੂੰ ਦਰੜਿਆ ਜਾਂਦਾ ਸੀ, ਆਟਾ ਬਣਾਇਆ ਜਾਂਦਾ ਸੀ। ਜੋ ਦਰ ਰਹੇ ਸੋ ਉਬਰੇ ਨਾਨਕ ਅਜਬ ਡਿਠ। ਕਹਿੰਦੇ ਜਿਹੜੇ ਦਾਣੇ ਦਰ ਦੇ ਉੱਤੇ ਹੈਗੇ ਆ ਉਹ ਚੱਕੀ ਦੀ ਕਿੱਲੀ ਦੇ ਉੱਤੇ ਹੈਗੇ ਆ ਤੇ ਉਹਨਾਂ ਨੂੰ ਕੁਝ ਵੀ ਨਹੀਂ ਹੁੰਦਾ ਚੱਕੀ ਦੇ ਵਿੱਚ, ਉਹ ਸਾਬਤ ਹੀ ਵੱਜ ਜਾਂਦੇ ਆ। ਕਹਿੰਦੇ ਐਸਾ ਅਜਬ ਤਮਾਸ਼ਾ ਹੈਗਾ। ਹੁਣ ਇਹ ਜਿਹੜਾ ਹੈਗਾ ਇਹ ਕੋਈ ਦਾਣਿਆਂ ਦੀ, ਕਣਕ ਦੀ, ਚੌਲਾਂ ਦੀ ਗੱਲ ਨਹੀਂ ਹੋ ਰਹੀ, ਇਹ ਗੱਲ ਇਨਸਾਨ ਦੀ ਹੋ ਰਹੀ ਹੈ ਭਾਈ। ਮਾਲਕ ਪਰਮਾਤਮਾ ਨੇ ਆਪਾਂ ਨੂੰ ਦੁਨੀਆ ਦੇ ਵਿੱਚ ਭੇਜਿਆ ਹੈਗਾ ਔਰ ਇਹਦੇ ਵਿੱਚ ਚੱਕੀ ਜਿਹੜੀ ਹੈਗੀ ਆ, ਇਹ ਕਾਲ ਦੀ ਚੱਕੀ ਜਿਹੜੀ ਹੈਗੀ, 2 ਫੁੱਟ ਚੱਕੀ ਜਿਹੜੀ ਹੈਗੀ ਇਹ ਚੱਲ ਰਹੀ ਆ। ਇਹ ਸਵਾਦਾਂ ਦੀ ਚੱਕੀ ਜਿਹੜੀ, ਰਸਕਸ ਦੀ ਚੱਕੀ ਜਿਹੜੀ ਹੈਗੀ ਇਹ ਚੱਲ ਰਹੀ ਆ। ਇਹਦੇ ਵਿੱਚ ਜਿਹੜੇ ਮਾਇਆ ਦੇ ਨਾਲ ਜਿਹੜੇ ਹੈਗੇ ਲੱਗੇ ਹੋਏ ਆ ਉਹ ਰਗੜੇ ਜਾਣਗੇ, ਪੀਸੇ ਜਾਣਗੇ, ਤੇ ਜਿਹੜੇ ਪਰਮਾਤਮਾ ਦੇ ਨਾਲ, ਕਿੱਲੀ ਦੇ ਨਾਲ, ਦਰ ਦੇ ਨਾਲ ਜੁੜੇ ਹੋਏ ਆ ਉਹ ਬਚ ਜਾਣਗੇ। ਜੋ ਦਰ ਰਹੇ ਸੋ ਉਬਰੇ, ਉਹ ਉੱਭਰ ਗਏ, ਉਹ ਬਾਹਰ ਆ ਗਏ ਗੇਮ ਚੋਂ। ਨਾਨਕ ਅਜਬ ਡਿਠ। ਕਹਿੰਦੇ ਮਾਲਕਾ ਬੜਾ ਅਜੀਬ ਤਮਾਸ਼ਾ ਹੈ ਤੇਰਾ, ਬੜਾ ਅਜੀਬ ਖੇਡ ਹੈ ਤੇਰੀ। ਕਿੰਨਾ ਜ਼ਬਰਦਸਤ ਖੇਡ ਹੈਗੀ। ਦੇਖ ਲਓ ਕਿ ਜਿਹੜੇ ਪੱਕ ਜਾਂਦੇ, ਕਿਹੜੇ ਪੱਕਦੇ ਉਹ ਹੈ ਜਿਹੜੇ ਦਰ ਦੇ ਉੱਤੇ ਰਹਿੰਦੇ ਆ ਭਾਈ, ਉਹ ਬਾਹਰ ਆ ਜਾਂਦੇ ਆ। ਬਾਕੀ ਜਿਹੜੇ ਸਾਰੇ ਦੇ ਸਾਰੇ ਜਿਹੜੇ ਉਹ ਕੋਲੂ ਦੇ ਬੈਲ ਵਾਂਗੂ ਜਿਹੜੇ ਹੈਗੇ ਉਹ ਪੀਸੇ ਜਾ ਰਹੇ ਜੀ ਉਹਨਾਂ ਦੇ ਵਿੱਚ। ਹਾਂਜੀ ਗੋਰਕੀ ਸਾਹਿਬ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਦੇਖੋ ਬਾਣੀ ਕੀ ਸਮਝਾ ਰਹੀ ਹੈ। ਉਹ ਕਹਿੰਦੇ ਕਿ ਜਿੱਦਾਂ 2 ਚੱਕੀਆਂ ਦੇ ਵਿੱਚ ਇੱਕ ਕਿੱਲੀ ਹੈ, ਜਿੱਥੇ ਕਿੱਲੀ ਲੱਗੀ ਹੁੰਦੀ ਜਿਹੜੀ ਦੋਨੋਂ ਚੱਕੀਆਂ ਨੂੰ ਜੋੜਦੀ ਹੈ, ਔਰ ਉਹ ਉੱਥੇ ਵੇਖ ਲਓ ਕੋਈ ਦਾਣਾ ਹੋਵੇ ਤੇ ਕਹਿੰਦੇ ਉਹ ਨਹੀਂ, ਉਹ ਬਚ ਜਾਂਦਾ ਹੈ। ਹੁਣ ਕਿੱਲੀ ਦਾ ਮਤਲਬ ਇੱਥੇ ਆ, ਇਹ ਜਿਹੜਾ ਪਰਮਾਤਮਾ ਹੈ, ਦੋ ਕਾਲ ਹੈਗੇ ਨੇ ਜੈ ਸਾਹਿਬ, ਜਿੱਦਾਂ ਭੂਤ ਕਾਲ ਤੇ ਭਵਿੱਖ ਕਾਲ। ਇਹ 2 ਕਾਲ ਆ। ਇਹਦੇ ਵਿੱਚ ਇੱਕ ਸਭ ਤੋਂ ਵਧੀਆ ਕਾਲ ਹੈਗਾ ਵਰਤਮਾਨ ਕਾਲ, ਜਿੱਥੇ ਆਪਾਂ ਜਾਂਦੇ ਨਹੀਂ ਹਾਂ। ਜਦੋਂ ਤੁਸੀਂ ਵਰਤਮਾਨ ਕਾਲ ਚ ਆ ਗਏ ਨਾ, ਉਸੇ ਟਾਈਮ ਹੀ ਤੁਹਾਡਾ ਮਰਨ ਜਮਨ ਖਤਮ ਹੋ ਜਾਣਾ ਹੈ। ਉਸੇ ਟਾਈਮ ਹੀ ਅਗਿਆਨ, ਭਰਮ, ਅਵਿਦਿਆ ਸਭ ਖਤਮ ਹੋ ਜਾਂਦੀ ਹੈ। ਉਸੇ ਨੂੰ ਤਾਂ ਕਿੱਲੀ ਕਹਿੰਦੇ ਆ। ਜਦੋਂ ਆਪਾਂ ਉੱਥੇ ਪਹੁੰਚ ਗਏ ਕਿੱਲੀ ਕੋਲ ਤੇ ਉੱਥੇ ਕੰਮ ਖਤਮ, ਉੱਥੇ ਆਲ ਸਟਾਪ, ਉੱਥੇ ਕੋਈ ਬੇਈਮਾਨੀ ਨਹੀਂ, ਕੋਈ ਉੱਥੇ ਘਾਟਾ ਨਹੀਂ, ਕੋਈ ਉੱਥੇ ਕੋਈ ਵਾਧਾ ਨਹੀਂ। ਜਦੋਂ ਤੁਸੀਂ ਕਿੱਲੀ ਕੋ ਪਹੁੰਚ ਗਏ ਸਾਰਾ ਕੁਝ ਸਟਾਪ ਹੋ ਜਾਏਗਾ। ਕਿਉਂ ਸਟਾਪ ਹੋ ਜਾਏਗਾ? ਉਸ ਤੋਂ ਅੱਗੇ ਤੁਸੀਂ ਜਾ ਨਹੀਂ ਸਕਦੇ। ਹੁਣ ਕਿੱਲੀ ਤੋਂ ਅੱਗੇ ਕਿੱਥੇ ਜਾਓਗੇ? ਕਿੱਲੀ ਸੈਂਟਰ ਹੈ ਉਹਦਾ। ਵਰਤਮਾਨ ਕਾਲ 'ਚ ਜਦੋਂ ਆਪਾਂ ਪਹੁੰਚ ਜਾਂਦੇ ਨਾ, ਜਦੋਂ ਸਾਡੀ ਸੁਰਤੀ ਪਹੁੰਚ ਜਾਂਦੀ ਆ, ਉਹ ਅਨਮਨੀ ਅਵਸਥਾ ਕਹਿੰਦੇ ਨੇ ਬ੍ਰਹਮ ਗਿਆਨੀਆਂ ਨੂੰ, ਕਿਉਂਕਿ ਮਨ ਨਹੀਂ ਨਾ ਹੈਗਾ ਉੱਥੇ ਹੁਣ। ਵਿਕਲਪ ਤੇ ਸੰਕਲਪ ਕਰਨ ਵਾਲਾ ਹੈ ਹੀ ਨਹੀਂ ਉੱਥੇ, ਕਿਉਂਕਿ ਵਿਕਲਪ ਸੰਕਲਪ 'ਚ ਉਗਣ ਨਹੀਂ। ਕਿਉਂਕਿ ਤੁਸੀਂ ਭੂਤਕਾਲ ਨਾਲ ਜੋੜ ਕੇ ਵੇਖਦੇ ਜੋ, ਭਵਿੱਖ ਕਾਲ ਨਾਲ ਜੋੜ ਕੇ ਵੇਖਦੇ ਜੋ, ਉੱਥੇ ਫਿਰ ਸਾਡੇ ਮਨ 'ਚ ਲੋਭ ਆ ਜਾਂਦਾ। ਈਰਖਾ ਦਵੈਸ਼ ਕਿੱਥੇ ਹੈਗੀ ਆ? ਈਰਖਾ ਤੇ ਬੀਤੇ ਕਾਲ 'ਚ ਆ। ਮਹਾਤਮਾ ਬੁੱਧ ਦੇ ਮੂੰਹ ਤੇ ਥੁੱਕਿਆ ਤੇ ਉਹਨਾਂ ਥੁੱਕ ਪੂੰਝ ਲਿਆ, ਤੁਰ ਪਏ। ਉਹਨਾਂ ਨੇ ਉਹ ਚੀਜ਼ ਨੂੰ ਪੱਲੇ ਨਹੀਂ ਲਿਆ। ਪਰ ਹਾਂ, ਅਸੀਂ ਏਦਾਂ ਨਹੀਂ ਨਾ ਕਰਾਂਗੇ। ਅਸੀਂ ਤੇ ਉੱਥੇ ਲੜਨ ਜਾਵਾਂਗੇ। ਮੇਰੇ ਮੂੰਹ ਤੇ ਥੁੱਕੇ ਹੈ ਕੋਈ, ਮੈਂ ਤਾਂ ਜਾਊਂ ਉਹਦੇ ਘਰੇ, ਪਹਿਲੀ ਗੱਲ ਮੈਂ ਵੀ ਉਹਦੇ ਮੂੰਹ ਤੇ ਥੁੱਕੂਗਾ। ਪਰ ਨਹੀਂ, ਮਹਾਤਮਾ ਬੁੱਧ ਨੇ ਥੁੱਕ ਪੂੰਝ ਲਿਆ, ਫਿਰ ਪੂੰਝ ਕੇ ਘਰ ਅੱਗੇ ਚੱਲ ਗਿਆ ਆਪਣੇ। ਫਿਰ ਉਹ ਬੰਦੇ ਨੂੰ ਪਛਤਾਵਾ ਲੱਗਿਆ ਕਿ ਇਹ ਤੇ ਬੰਦਾ, ਇਹ ਨੋਰਮਲੀ ਏਦਾਂ ਨਹੀਂ ਹੁੰਦਾ। ਜੇ ਕੋਈ ਗਾਲ ਕੱਢੇ ਤਾਂ ਅੱਗੋਂ ਗਾਲ ਕੱਢੀ ਦੀ ਆ। ਜੇ ਮੈਂ ਥੁੱਕਿਆ ਤੇ ਉਹ ਵੀ ਮੇਰੇ ਮੂੰਹ ਤੇ ਥੁੱਕਦਾ ਜਾਂ ਮੈਨੂੰ ਕੁਛ ਕਰਦਾ। ਪਰ ਉਹਨੇ ਕੁਛ ਨਹੀਂ ਕਿਹਾ। ਫਿਰ ਮਾਫੀ ਮੰਗਣ ਗਏ, ਮਾਫੀ ਮੰਗੀ। ਉਹ ਮਹਾਤਮਾ ਬੁੱਧ ਨੂੰ ਕਹਿੰਦੇ ਕਿ ਮੈਨੂੰ ਮਾਫ ਕਰ ਦਿਓ। ਕਹਿੰਦੇ ਕਾਹਦੇ ਲਈ? ਪਤਾ ਤੇ ਮਹਾਤਮਾ ਬੁੱਧ ਨੂੰ ਹੀ ਕਿ ਬੰਦਾ ਉਹੀ ਆ। ਬੰਦਾ ਥੋੜੀ ਭੁੱਲ ਜਾਂਦਾ। ਕਹਿੰਦਾ ਕਿਹੜਾ ਬੰਦਾ? ਕੌਣ ਜੋ ਤੁਸੀਂ? ਮੈਂ ਹਾਂ। ਮਹਾਤਮਾ ਬੁੱਧ ਦੇ ਜਿਹੜੇ ਸੀਗੇ ਫਾਲੋਅਰ ਸੀਗੇ, ਉਹਨਾਂ ਨੇ ਤਾਂ ਬਾਹਾਂ ਚੜਾ ਲੀਆਂ ਸੀ ਉੱਪਰ। ਕਹਿੰਦੇ ਇਹਨੂੰ ਸੋਧ ਦਿੰਨੇ ਆ ਅਸੀਂ। ਉਹ ਕਹਿੰਦੇ ਇਹਨੂੰ ਏਦਾਂ ਸੋਧਾ, ਇਹਦਾ ਇੰਜਨ ਕਰ ਦਿੰਦੇ ਆ। ਤੇ ਉਹ ਕਹਿੰਦੇ ਕਿ ਇਹਨੂੰ ਏਦਾਂ ਕਰੋ ਕਿ ਤੁਸੀਂ ਸਾਨੂੰ ਮੌਕਾ ਦਿਓ। ਮਹਾਤਮਾ ਬੁੱਧ ਕਹਿੰਦਾ ਕਿ ਮੈਂ ਨਹੀਂ ਤੁਹਾਨੂੰ ਜਾਣਦਾ, ਤੁਸੀਂ ਕੌਣ ਜੋ? ਕਹਿੰਦੇ ਮਹਾਰਾਜ ਮੈਂ ਕੱਲ ਹੀ ਉਹ ਬੰਦਾ ਜਿਹੜਾ ਰਾਹ 'ਚ ਤੁਹਾਡੇ ਮੂੰਹ ਤੇ ਥੁੱਕਿਆ। ਤੇ ਉਹ ਕਹਿੰਦੇ ਕਿ ਸੱਜਣਾ, ਜਿਹਨੇ ਥੁੱਕਿਆ ਬੰਦਾ ਤੇ ਉਹ ਨਹੀਂ ਆਇਆ ਮਾਫੀ ਮੰਗਣ ਵਾਸਤੇ। ਕਿਉਂਕਿ ਜਿਹਨੂੰ ਕ੍ਰੋਧ ਚੜਿਆ ਹੋਵੇ ਨਾ ਤੁਹਾਡੇ ਅੰਦਰ, ਜਿਹੜਾ ਵੇਖੋ ਜਿਹਨੂੰ ਕ੍ਰੋਧ ਚੜਿਆ ਹੁੰਦਾ, ਉਹ ਨਹੀਂ ਮਾਫੀ ਮੰਗਣ ਜਾਂਦਾ ਨਾ। ਮਾਫੀ ਤੇ ਵਿਚਾਰਾ ਕੋਈ ਹੋਰ ਮੰਗਣ ਜਾਂਦਾ ਵਾ। ਬਿਲਕੁਲ। ਜਿਹੜਾ ਜਿਹਦੇ ਪੈਰ ਹੀ ਨਹੀਂ ਲੱਗਣ ਦਿੱਤੇ,
ਉਹ ਗਿੱਦੜ ਹੀ ਕੋਈ ਨਾ, ਉਹ ਗਿੱਦੜ ਏਦਾਂ ਬੜੀਆਂ ਗੱਪਾਂ ਮਾਰਦਾ ਹੁੰਦਾ ਗਿੱਦੜੀ ਦੇ ਸਾਹਮਣੇ, ਤੇ ਗਿੱਦੜੀ ਬੜੀ ਦੁਖੀ, ਇਹ ਰੋਜ਼ ਜਿਹੜੀ ਗੱਪਾਂ ਮਾਰੀ ਜਾਂਦਾ ਮੈਂ ਇੰਝ ਕਰ ਦੂੰ, ਮੈਂ ਇੰਝ ਕਰ ਦੂੰ। ਇੱਕ ਦਿਨ ਨਾ ਗਿੱਦੜ ਊਠ ਦੇ ਲਾਗੇ ਬੈਠਾ ਸੀ, ਸੁੱਤਾ ਸੀ, ਤੇ ਗਿੱਦੜੀ ਨੇ ਕੀਤਾ ਕਿ ਉਹਦੀ ਪੂਛ ਦੇ ਨਾਲ ਤੇ ਊਠ ਦੀ ਪੂਛ ਤੇ ਗਿੱਦੜ ਦੀ ਪੂਛ ਦੀ ਗੰਢ ਮਾਰਤੀ, ਤੇ ਉਧਰੋਂ ਪਤਾ ਨੀ ਕੀ ਕੀਤਾ ਤੇ ਊਠ ਨੂੰ ਉਠਾਤਾ, ਤੇ ਊਠ ਨੂੰ ਲੱਗਾ ਕਿ ਪਿੱਛੇ ਪਤਾ ਨੀ ਕੀ ਚਿੰਬੜ ਗਿਆ, ਤੇ ਨਿੱਜਾ ਸਾਹਿਬ ਉਹਨੇ ਬੜੇ ਦਲੱਤੇ ਮਾਰੇ, ਤੇ ਉਹ ਤੇ ਗਿੱਦੜ ਦੀ ਚੀਕਾਂ ਨਿਕਲ ਗਈਆਂ, ਫਿਰ ਲੋ ਜ਼ੋਰ ਦੀ ਲੱਤਾਂ ਮਾਰੀਆਂ, ਗਿੱਦੜ ਬੜਾ ਦੂਰ ਜਾ ਕੇ ਡਿੱਗਿਆ। ਤੇ ਉਹ ਕਹਿੰਦੇ ਗਿੱਦੜੀ ਕਹਿੰਦੀ ਗਿੱਦੜਾ ਤੂੰ ਤੇ ਬੜੀਆਂ ਗੱਪਾਂ ਮਾਰਦਾ ਹਾਂ, ਮੈਂ ਅਫਸਾਨਾ ਕਰ ਦੂੰ, ਮੈਂ ਟਿਮਕਾ ਕਰ ਦੂੰ, ਤੇ ਅੱਜ ਤੇ ਤੇਰੀ ਸਾਰੀ ਬਦਮਾਸ਼ੀ ਕਿੱਧਰ ਗਈ? ਉਹ ਕਹਿੰਦਾ ਕਰਨ ਨੂੰ ਤੇ ਬੜਾ ਕੋਈ ਕਰਨਾ ਹੀ, ਉਹਨੇ ਮੇਰੇ ਪੈਰ ਹੀ ਨਹੀਂ ਲੱਗਣ ਦਿੱਤੇ। ਸੋ ਕਹਿਣ ਤੋਂ ਭਾਵ ਕਿ ਉੱਥੇ ਸਾਡੇ ਪੈਰ ਹੀ ਨਹੀਂ ਲੱਗਣ ਦਿੰਦਾ ਉਹ ਜਿਹੜਾ ਮਾਫੀ ਮੰਗਦਾ ਰਾਤ ਨੂੰ ਜਾ ਕੇ ਤੇ ਰਾਤ ਨੂੰ ਘਰ ਦੀ ਕੋਲ, ਉਹ ਕਹਿੰਦਾ ਸੌਰੀ ਯਾਰ, ਜਿਹੜਾ ਵੀ ਹੋਇਆ ਉਹਨੂੰ ਪੈਚਅਪ ਕਰਦੇ ਆ ਆਪਾਂ, ਸੌਰੀ ਗੱਲ ਖਤਮ ਕਰਦੇ ਆ। ਪਰ ਉਹੀ ਕਹਿੰਦੀ ਹੈ ਕਿ ਜਿਹੜਾ ਜਿਹਨੂੰ ਕ੍ਰੋਧ ਚੜਿਆ ਉਹ ਨਹੀਂ ਹੈਗਾ ਤੂੰ, ਇਹ ਕੋਈ ਹੋਰ ਆ, ਤੇ ਜਦੋਂ ਕ੍ਰੋਧ ਚੜਿਆ ਕੁਝ ਹੋਰ ਹਾਂ, ਤੇ ਹੁਣ ਤੂੰ ਕੁਝ ਹੋਰ ਇਨਸਾਨ ਹੈ। ਇਹੋ ਮਹਾਤਮਾ ਬੁੱਧ ਦੀ ਗੱਲ ਸੀ, ਉਹ ਕਹਿੰਦੇ ਕਿ ਜਿਹੜਾ ਤੂੰ ਮਾਫੀ ਮੰਗਣਾ ਹੈ ਉਹ ਬੰਦਾ ਨਹੀਂ ਹੈਗਾ, ਕਿਉਂਕਿ ਮੈਂ ਵੇਖਿਆ ਸੀ ਉਹਦੀ ਅੱਖਾਂ ਚ ਲਾਲੀ ਸੀ, ਉੱਤੇ ਅੱਗ ਨਾ ਭਰਿਆ ਸੀ, ਨਫ਼ਰਤ ਨਾ ਭਰਿਆ ਸੀ। ਇਹ ਜਿਹੜਾ ਪਛਤਾਵੇ ਦੀ ਮਾਫੀ ਮੰਗ ਰਿਹਾ ਨਾ, ਇਹ ਕੋਈ ਹੋਰ ਆ, ਇਹ ਬਾਅਦ ਚ ਤੈਨੂੰ ਗਿਆਨ ਹੋਇਆ ਕਿ ਗਲਤ ਕੰਮ ਹੋ ਗਿਆ ਵਾ। ਬਿਲਕੁਲ ਉਸ ਸੰਤ ਨਾਲ ਮੈਨੂੰ ਏਦਾਂ ਨਹੀਂ ਕਰਨਾ ਚਾਹੀਦਾ। ਅਕਸਰ ਆਪਾਂ ਵੀ ਏਦਾਂ ਕਰਦੇ ਹਾਂ, ਆਪਾਂ ਜਿਹੜੇ ਲੜਦੇ ਆ ਨਾ ਉਹ ਬੰਦਾ ਨਹੀਂ ਹੋਵੇਗਾ, ਮੁੜ ਕੇ ਜਿਹੜਾ ਮਾਫੀਆਂ ਮੰਗਦਾ ਫਿਰਦਾ, ਫਿਰ ਕੋਸ਼ਿਸ਼ਾਂ ਕਰਦਾ ਕਿ ਕਿਸੇ ਤਰੀਕੇ ਨਾਲ ਜਿਹੜੀ ਗੱਲ ਟੁੱਟ ਗਈ ਹੈ ਉਹਨੂੰ ਜੋੜਿਆ ਜਾਵੇ, ਪਰ ਉਹ ਬੰਦਾ ਉਹ ਨਹੀਂ ਹੈਗਾ। ਇਹ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਹੈ ਕਿ ਤੁਸੀਂ ਵਰਤਮਾਨ ਕਾਲ ਰੂਪੀ ਧਾਰਾ 'ਚ ਆ ਜਾਓਗੇ, ਤੁਸੀਂ ਮੁਕਤ ਹੋ ਜਾਓਗੇ, ਫਿਰ ਤੁਹਾਨੂੰ ਕੁਛ ਨਹੀਂ ਹੁੰਦਾ। ਕਿਉਂ ਨਹੀਂ ਹੋਊਗਾ? ਵਰਤਮਾਨ ਕਾਲ ਆ ਜਿਹੜੀ ਧਾਰਾ ਹੈ ਉਹਦੇ ਵਿੱਚ ਅਵਗੁਣ ਨਹੀਂ ਹੈ, ਉਹਦੇ 'ਚ ਦੋਸ਼ ਨਹੀਂ ਹੈ, ਉਹਦੇ 'ਚ ਕਾਮ ਨਹੀਂ ਹੈ, ਕ੍ਰੋਧ ਨਹੀਂ ਹੈ, ਲੋਭ ਨਹੀਂ ਹੈ, ਮੋਹ ਨਹੀਂ ਹੈ, ਹੰਕਾਰ ਨਹੀਂ ਹੈ, ਕਿਉਂਕਿ ਉਹ ਸੱਚ ਦੇ ਉੱਪਰ ਚੱਲਦੀ ਹੈ ਧਾਰਾ ਜੋ ਸਾਹਮਣੇ ਆ ਤੁਹਾਡੇ, ਤੁਸੀਂ ਉਸ ਨੂੰ ਵੇਖ ਕੇ ਚੱਲਣਾ ਹੈ। ਮਹਾਤਮਾ ਬੁੱਧ ਦੀ ਉਹ ਅਵਸਥਾ, ਉਹ ਉਹਨਾਂ ਦੀ ਇਹ ਗੱਲ ਤੋਂ ਦੱਸਦੇ ਆ ਕਿ ਉਹ ਸਾਹਮਣੇ ਜਿਹੜਾ ਤੂੰ ਹੈਗਾ ਵਾ, ਕਿਉਂਕਿ ਮੈਂ ਜਿਹੜਾ ਕੱਲ ਬੰਦਾ ਸੀ ਮੈਂ ਉਹਨੂੰ ਨਹੀਂ ਵੇਂਦਾ, ਮੈਂ ਇਸ ਟਾਈਮ ਜਿਹੜਾ ਸਾਹਮਣੇ ਹੈਗਾ ਮੈਂ ਉਹਨੂੰ ਵੇਂਦਾ। ਪਰ ਆਪਾਂ ਏਦਾਂ ਨਹੀਂ ਕਰਦੇ, ਆਪਾਂ ਕਹਿੰਦੇ ਜਿਹੜਾ ਥੁੱਕਿਆ ਸੀ ਪਹਿਲਾਂ ਗੱਲ ਉਹਦੇ ਨਾਲ ਕਰਨੀ ਹੈ, ਤੇ ਫਿਰ ਉਹ ਗੱਲ ਤਾਂ ਹੀ ਆਪਣੀ ਅੰਡਰਸਟੈਂਡਿੰਗ ਹੁੰਦੀ ਨਹੀਂ ਹੈ। ਬਿਲਕੁਲ, ਕਿਉਂਕਿ ਸਾਡੇ ਹਰ ਇੱਕ ਫੈਸਲੇ 'ਚ ਇਤਿਹਾਸ ਜਿਹੜਾ ਭੂਤਕਾਲ ਇਨਵੋਲਵ ਹੁੰਦਾ ਹੈ, ਔਰ ਭੂਤਕਾਲ 'ਚ ਤੁਹਾਨੂੰ ਪਤਾ ਹੀ ਹੈ ਕਈ ਕੁਝ ਹੈਗਾ। ਭੂਤਕਾਲ ਕੀ ਕਰਦਾ ਹੈ ਕਿ ਤੁਹਾਡਾ ਜਿਹੜਾ ਦਰਪਣ ਹੈ ਨਾ, ਜਿਹੜਾ ਚਿੱਤ ਦਾ ਦਰਪਣ ਹੈ, ਉਹਨੂੰ ਧੁੰਦਲਾ ਕਰ ਦਿੰਦਾ ਹੈ, ਚੀਜ਼ਾਂ ਤੁਹਾਨੂੰ ਸਾਫ਼-ਸਾਫ਼ ਦਿਖਾਈ ਨਹੀਂ ਦਿੰਦੀਆਂ, ਕਿਉਂਕਿ ਉਹਦੇ 'ਚ ਤੁਸੀਂ ਉਹ ਕੁਛ ਲੈ ਲਿਆ ਬਾਹਰੋਂ, ਏਦਾਂ ਦੀਆਂ ਚੀਜ਼ਾਂ ਲੈ ਲਈਆਂ ਨੇ ਜਿਹੜੀਆਂ ਜਿਨ੍ਹਾਂ ਨੇ ਉਹ ਤਸਵੀਰ ਖਰਾਬ ਕਰਤੀ ਹੈ। ਹੁਣ ਤੁਸੀਂ ਚੰਗਾ ਕਰਨ ਦੀ ਕੋਸ਼ਿਸ਼ ਵੀ ਕਰੋਗੇ ਨਾ, ਉਹ ਪੁਰਾਣੀ ਚੀਜ਼ ਨੇ ਉਹਨੂੰ ਕਰ ਨਹੀਂ ਦੇਣਾ, ਕਿਉਂਕਿ ਕਬੁੱਧੀ ਉੱਥੇ ਬੈਠੀ ਹੈ। ਬਾਣੀ ਕਹਿੰਦੀ ਨੇ ਕਬੁੱਧੀ ਕਮਾਨ ਚੜਾਈ, ਕਬੁੱਧੀ ਨੇ ਕਮਾਨ ਤੇ ਚੜਾਇਆ, ਉਹ ਕਹਿੰਦੀ ਮੰਨੂ ਵੀ ਤੂੰ ਚਰਨਜੀਤ ਨੂੰ ਨਾ ਮਾਫ਼ ਕਰ, ਇਹ ਚਰਨਜੀਤ ਉਹ ਬੰਦਾ ਫਲਾਨਾ 3 ਮਹੀਨੇ ਪਹਿਲਾਂ ਏਦਾਂ ਇਹ ਕੰਮ ਕੀਤਾ ਸੀ, 4 ਸਾਲ ਪਹਿਲਾਂ ਮੈਨੂੰ ਫਲਾਨਾ ਕੰਮ ਕੀਤਾ ਹੈ, ਵੇਖ ਆ ਸਾਰੀਆਂ ਗੱਲਾਂ ਇਹ ਚਰਨਜੀਤ ਉਹੀ। ਤੇ ਵਿਵੇਕ ਕਹਿੰਦਾ ਨਹੀਂ, ਇਹ ਬੰਦਾ ਮਜਬੂਰ ਬੈਠਾ ਮੇਰੇ ਸਾਹਮਣੇ, ਪਿੱਛੇ ਨੇ ਕੀ ਕੀਤਾ ਹੈ ਉਹ ਮੈਂ ਨਹੀਂ ਪਰਵਾਹ ਕਰਦਾ। ਆਪ ਇਹ ਚੀਜ਼ ਦੇਖੋ, ਔਰ ਆਪਣੇ ਗੁਰੂਆਂ ਨੇ ਸਾਨੂੰ ਪ੍ਰੈਕਟੀਕਲ ਕਰਕੇ ਉਹ ਚੀਜ਼ਾਂ ਦਿਖਾਈਆਂ ਨੇ, ਕੇਵਲ ਗੱਲਾਂ ਨਹੀਂ ਕੀਤੀਆਂ, ਪ੍ਰੈਕਟੀਕਲੀ। ਉਹਨਾਂ ਦਾ ਇਤਿਹਾਸ ਕੋਈ ਜ਼ਿਆਦਾ ਪੁਰਾਣਾ ਨਹੀਂ ਹੈ, ਥੋੜੇ ਸਾਲ ਪੁਰਾਣਾ, 500-600 700 ਸਾਲ ਪੁਰਾਣਾ, ਉਹਨੂੰ ਪੜ੍ਹਿਆ ਜਾ ਸਕਦਾ ਹੈ। ਤੇ ਉਹਨਾਂ ਨੇ ਉਹ ਚੀਜ਼ ਨੂੰ ਪ੍ਰੈਕਟੀਕਲ ਕਰਕੇ ਸਾਨੂੰ ਸਮਝਾਇਆ, ਔਰ ਸਾਨੂੰ ਵੀ ਪ੍ਰੈਕਟੀਕਲ ਹੀ ਕਰਨਾ ਪਊਗਾ। ਹਾਂਜੀ ਨਿੱਜਾ ਸਾਹਿਬ, ਇਹ ਤਾਂ ਹੋਇਆ ਜਿਹੜਾ ਹੈਗਾ, ਜਿਹੜੇ ਹੈਗੇ ਆਪਾਂ ਨੇ ਦਰ ਤੇ ਰਹਿਣਾ ਹੈ ਤੇ ਬਚ ਜਾਵਾਂਗੇ, ਨਹੀਂ ਤਾਂ ਜਿਹੜੇ ਹੈਗੇ ਆਪਾਂ ਜਿਹੜੇ ਜੂਨਾਂ ਦੇ ਵਿੱਚ ਜਿਹੜਾ ਹੈਗਾ ਆਹ ਮਨੁੱਖੀ ਜੂਨ ਆਪਣੀ ਜਿਹੜੀ ਹੈਗੀ ਆ ਇਹ ਆਪਣੀ ਖਤਮ ਹੋ ਜਾਣੀ ਹੈ ਪਾਏ। ਇਹ ਫਿਰ ਜਿਹੜਾ ਹੈਗਾ ਆਪਣਾ ਉਹ ਜਿਹੜਾ ਸਾਈਕਲ, ਫਿਰ ਉਹਦੇ 'ਚੋਂ ਆਪਾਂ ਨਿਕਲਣਾ ਨਹੀਂ ਹੈ। ਹੁਣ ਇਸ ਤੋਂ ਅਗਲਾ ਜਿਹੜਾ ਹੈਗਾ ਫਿਰ ਸ਼ਲੋਕ ਆਇਆ ਪਹਿਲੀ ਪਾਤਸ਼ਾਹੀ ਦਾ। ਮਹਾਰਾਜ ਕਹਿੰਦੇ ਦੇਖ ਪਿਆਰਿਆ, ਜੇ ਤੂੰ ਦੁਨੀਆ ਦੇ ਸਵਾਦਾਂ ਦੇ ਵਿੱਚ, ਭੋਗ ਵਿਲਾਸ ਦੇ ਵਿੱਚ, ਪਦਾਰਥਾਂ ਦੇ ਵਿੱਚ ਜਿਹੜਾ ਹੈਗਾ, ਰਸਾਂ ਕਸਾਂ ਦੇ ਵਿੱਚ ਜਿਹੜਾ ਹੈਗਾ, ਜਿਹੜੇ ਸੰਸਕਾਰ ਤੇਰੇ ਬਣੇ ਹੋਏ, ਜਿਹੜੇ ਅਮਲ ਹੈਗੇ ਤੇਰੇ, ਜੇ ਇਹਨਾਂ ਅਮਲਾਂ ਦੇ ਵਿੱਚ ਹੀ ਲੱਗਿਆ ਰਿਹਾ ਤੇ ਦੇਖ ਮੈਂ ਤੈਨੂੰ ਆ ਜਿਹੜਾ ਹੈਗਾ ਮਿੱਠੇ ਦੇ ਬਾਰੇ, ਮਿੱਠਾ ਮਤਲਬ ਜਿਹੜੀ ਚੀਜ਼ ਚੰਗੀ ਲੱਗਦੀ ਆਪਾਂ ਨੂੰ, ਮਿੱਠਾ ਮਤਲਬ ਖਾਸ ਮਿੱਠੇ ਦੀ ਗੱਲ ਨਹੀਂ ਹੋ ਰਹੀ, ਮਿੱਠਾ ਦਾ ਮਤਲਬ ਹੈ ਜਿਹੜੀ ਚੀਜ਼ ਆਪਾਂ ਨੂੰ ਚੰਗੀ ਲੱਗਦੀ ਆ, ਜਿਹੜੀ ਸਵਾਦਿਸ਼ਟ ਹੈਗੀ ਆ, ਉਹਦੀ ਗੱਲ ਕਰ ਰਹੇ ਮਹਾਰਾਜ। ਇਹ ਨਾ ਕਿਸੇ ਦਾ ਮਾਈਕ ਖੁੱਲ੍ਹਾ ਹੈ ਜੀ, ਦੇਖ ਲੈਣਾ, ਕੋਈ ਮਾਈਕ ਬੰਦ ਕਰ ਦਿਓ ਆਪਣਾ। ਵੇਖ ਜੇ ਮਿੱਠਾ ਕੱਟਿਆ, ਮਹੱਲਾ ਪਹਿਲਾ। ਵੇਖ ਜੇ ਮਿੱਠਾ ਕੱਟਿਆ, ਕਿਉਂਕਿ ਮਿੱਠਾ ਜਿਹੜਾ ਹੈ, ਮਿੱਠਾ ਜਿਹੜਾ ਮਿੱਠਾ ਕਰਕੇ ਖਾਇਆ,
ਮਿੱਠਾ ਕਰਕੇ ਖਾਇਆ 3 ਤਨ ਉਪਜਿਆ ਤੇ ਮਿੱਠਾ ਕਰਕੇ ਖਾਇਆ 3 ਤਨ ਕੀਤੇ ਰੋਗ, ਕੌੜਾ ਹੋਏ ਪਤ ਸਟਿਆ ਤਿਸ ਤੇ ਉਪਜਿਆ ਸੋਗ। ਹਾਂਜੀ ਕੋਈ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਵਾਦ। ਹਾਂ ਇਹ ਵੀ ਹੈਗਾ ਆਉਂਦਾ। ਤੇ ਇੱਕ ਉਹ ਵੀ ਆਉਂਦਾ ਹੈ, ਮਿੱਠਾ ਕਰਕੇ ਖਾਇਆ 3 ਤਨੇ ਕੀਤੇ ਰੋਗ, ਰੋਗ ਵੀ ਉਸਨੇ ਰੋਗ ਪੈਦਾ ਕਰਨੇ ਆ ਮਿੱਠੇ ਨੇ, ਤੇ ਉਹਦੇ ਪੱਤੇ ਕੌੜੇ ਨਿਕਲਣੇ ਆ, ਉਸ ਚੋਂ ਬੂਟਾ ਪੈਦਾ ਹੋਣਾ ਹੈ, ਉਸ ਚੋਂ ਸੰਸਕਾਰਾਂ ਦਾ ਜਿਹੜਾ ਅਮਲਾਂ ਦਾ ਬੂਟਾ ਪੈਦਾ ਹੋ ਜਾਣਾ ਹੈ, ਉਸ ਚੋਂ ਜਿਹੜੇ ਹੈਗੇ ਆ ਸੋਗ ਪੈਦਾ ਹੋਣੇ, ਉਦਾਸੀ ਪੈਦਾ ਹੋਏਗੀ। ਤੈਨੂੰ ਜਿਹੜਾ ਮਿੱਠਾ ਸਵਾਦ ਲੱਗਿਆ ਪਰ ਰਿਜ਼ਲਟ ਅਲਟੀਮੇਟ ਜਿਹੜਾ ਹੈਗਾ ਉਹਨੇ ਤੈਨੂੰ ਜਿਹੜਾ ਹੈਗਾ ਉਹਨੇ ਦੁਖੀ ਕਰ ਦੇਣਾ। ਹੁਣ ਮਹਾਰਾਜ ਜਿਹੜੇ ਮਿੱਠੇ ਦੇ ਬਾਰੇ, ਗੰਨੇ ਦੇ ਬਾਰੇ ਐਗਜ਼ਾਮਪਲ ਦੇ ਰਹੇ ਆ। ਮਹੱਲਾ ਪਹਿਲਾ, ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ। ਕਹਿੰਦੇ ਦੇਖ ਕਮਾਦ ਨੂੰ ਕੱਟਿਆ, ਕੱਟ ਕੁੱਟ ਕੇ ਉਹਦੀ ਥੋੜ੍ਹੇ ਜਿਹੜੇ ਛਾਂਕ ਛੂੰਕ ਕੇ ਜਿਹੜਾ ਹੈਗਾ ਉਹਨੂੰ ਬੰਨ੍ਹ ਕੇ ਲਿਆਂਦਾ, ਖੁੰਡਾ ਅੰਦਰ ਰੱਖ ਕੇ ਦੇਨ ਸੋ ਮੱਲ ਸਜਾਏ। ਕਹਿੰਦੇ ਉਹ ਜਿਹੜੇ ਹੈਗੇ ਫਿਰ ਜਿਹੜੇ ਹੈਗੇ ਉਹਦੇ ਰੋਲਰ ਜਿਹੜੇ ਹੈਗੇ ਉਹਨਾਂ ਦੇ ਵਿੱਚੋਂ ਦੀ ਲੰਘਣਾ ਪੈਂਦਾ ਹੈ। ਜਿਵੇਂ ਮੱਲ ਭਲਵਾਨ ਜਿਹੜੇ ਹੈਗੇ ਚੰਗੀ ਤਰ੍ਹਾਂ ਉਹਨੂੰ ਨਿਚੋੜ ਲੈਂਦੇ ਆ ਭਾਈ, ਸਜ਼ਾ ਦਿੰਦੇ ਆ ਮਿੱਠੇ ਨੂੰ। ਰਸ ਕਸ ਟੱਟਰ ਪਾਈਏ ਤਪੈ ਤੈ ਬਿਲਾਏ। ਫਿਰ ਉਹਦਾ ਰਸ ਜੂਸ ਜਿਹੜਾ ਹੈਗਾ ਉਹਨੂੰ ਕੀ ਕਰਦੇ ਆ, ਕੜਾਹੇ ਦੇ ਵਿੱਚ ਪਾ ਦਿੰਦੇ ਆ, ਟੱਟਰ ਦੇ ਵਿੱਚ ਪਾ ਦਿੰਦੇ ਆ, ਤਪੈ ਤੈ ਬਿਲਾਏ। ਉੱਥੇ ਫਿਰ ਉਹਦੇ ਥੱਲੇ ਅੱਗ ਬਾਲਦੇ ਆ, ਉਹ ਜਿਹੜਾ ਹੈਗਾ ਪੂਰਾ ਦਾ ਪੂਰਾ ਤਪਦਾ ਹੈ ਤੇ ਦੁਖੀ ਹੁੰਦਾ ਹੈ। ਪੀਸੋ ਫੋਗ ਸੰਭਾਲੀਏ ਦੀਚੇ ਅੱਗ ਜਲਾਏ। ਫਿਰ ਕਹਿੰਦੇ ਉਹਦਾ ਜਿਹੜਾ ਬਾਡੀ ਹੈਗੀ ਜਿਹੜੀ ਗੰਨੇ ਦੀ, ਉਹ ਫੋਗ ਜਿਹੜਾ ਹੈਗਾ ਉਹਨੂੰ ਵੀ ਸੁਕਾ ਕੇ ਫਿਰ ਉਹਦੇ ਵਿੱਚ ਹੀ ਝੁਲਸਾ ਦਿੰਦੇ ਆ। ਉਹਦੇ ਨਾਲ ਹੀ ਅੱਗ ਭਾਂਬੜ ਬਹੁਤ ਵਧੀਆ ਬੜਾ ਵਧੀਆ ਬਾਲਣ ਹੈਗਾ, ਵਿੱਚੇ ਹੀ ਬਾਲੀ ਜਾਂਦੇ ਆ ਉਹਨੂੰ ਵੀ। ਪੀਸੋ ਫੋਗ ਸੰਭਾਲੀਏ ਦੀਚੇ ਅੱਗ ਜਲਾਏ, ਨਾਨਕ ਮਿੱਠੇ ਪਤਰੀਏ ਵੇਖੋ ਲੋਕਾਂ ਆਏ। ਦੇਖ ਲਓ ਪਿਆਰਿਓ, ਇਹ ਲੋਕੋ ਦੇਖੋ ਆ ਮਿੱਠੇ ਦੇ ਨਾਲ ਜਿਹੜਾ ਸਵਾਦ, ਮਿੱਠੇ ਦੇ ਕਾਰਨ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਸਜ਼ਾ ਮਿਲ ਰਹੀ ਆ, ਉਹਦਾ ਜਿਹੜਾ ਹੈਗਾ ਰਿਜ਼ਲਟ ਹੈਗਾ, ਉਹਦਾ ਜਿਹੜਾ ਹੈਗਾ ਪ੍ਰਤਾੜਨਾ ਮਿਲ ਰਹੀ ਆ ਮਿੱਠੇ ਨੂੰ। ਸਮਝ ਲਓ ਮਿੱਠਾ ਸਵਾਦ ਜਿਨ੍ਹਾਂ ਦੇ ਪਿੱਛੇ ਆਪਾਂ ਕਮਲੇ ਹੋਏ ਫਿਰਦੇ ਹਾਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖੋ ਕੋਈ ਵੀ ਭੋਗ ਆਪਾਂ ਭੋਗਦੇ ਆ ਨਾ ਤੇ ਆਖਰ ਦੇ ਵਿੱਚ ਉਹਦਾ ਰਿਜ਼ਲਟ ਚੰਗਾ ਨਹੀਂ ਹੈ। ਸਮੇਂ ਨੇ ਤੁਹਾਨੂੰ ਦਿਖਾਉਣਾ ਜ਼ਰੂਰ ਹੈ। ਤੁਸੀਂ ਵੇਖੋ ਜਿਹੜਾ ਬੰਦੇ ਸਿਗਰਟ ਪੀਂਦੇ ਨੇ ਉਹਨਾਂ ਨੂੰ ਚੰਗੀ ਲੱਗਦੀ ਹੈ ਸਿਗਰਟ ਪੀਣੀ, ਹੁਣ ਕਈ ਕਿਸਮ ਦੀਆਂ ਬਿਮਾਰੀਆਂ ਉਹਨਾਂ ਨੂੰ ਚਿੰਬੜ ਜਾਂਦੀਆਂ। ਹੁਣ ਜਿਹੜੇ ਬੰਦੇ ਸ਼ਰਾਬਾਂ ਪੀਂਦੇ ਨੇ, ਇੱਕ ਸਮਾਂ ਆਊਗਾ ਸਰੀਰ ਨੇ ਜਵਾਬ ਦੇ ਜਾਣਾ, ਫਿਰ ਬਹੁਤ ਮੁਸ਼ਕਲ ਹੈ। ਸੋ ਬਾਣੀ ਇਹੋ ਕਹਿ ਰਹੀ ਹੈ ਕਿ ਜੇਕਰ ਤੁਸੀਂ ਕੋਈ ਚੀਜ਼ ਨੂੰ ਭੋਗ ਰਹੇ ਜੋ ਤੇ ਉਹਦਾ ਪ੍ਰਮਾਣ ਜਿਹੜਾ ਰਿਜ਼ਲਟ ਆ ਉਹ ਏਡਾ ਵਧੀਆ ਨਹੀਂ ਹੈਗਾ, ਪ੍ਰਣਾਮ ਜੋ ਨਿਕਲੇਗਾ, ਕਿਉਂਕਿ ਤੁਸੀਂ ਭੋਗ ਰਹੇ ਜੋ ਸਹਿਜ ਨਾਲ ਨਹੀਂ ਹੋ ਰਿਹਾ, ਸਪੈਸ਼ਲ ਭੋਗਣ ਜਾ ਰਹੇ ਜੋ ਉਹਨੂੰ। ਆਪ ਸਮਝਦੇ ਮੇਰੀ ਗੱਲ? ਬਿਲਕੁਲ। ਇੱਕ ਸਧਾਰਨ ਤੌਰ ਤੇ ਚੀਜ਼ ਹੋਣੀ, ਭੁੱਖ ਲੱਗੀ ਰੋਟੀ ਖਾ ਲਈ, ਕੋਈ ਇੱਕ ਅਲੱਗ ਆ, ਇੱਕ ਤੁਸੀਂ ਇੰਦਰੀਆਂ ਦੇ ਭੋਗਾਂ 'ਚ ਜਾ ਰਹੇ ਜੋ। ਹਾਂ ਬਿਲਕੁਲ ਸਹਿਜ ਚੀਜ਼ ਹੈ ਗੁਰਕੀ ਸਾਹਿਬ, ਉਹ ਤਾਂ ਆਪਣੀ ਰਿਕੁਆਇਰਮੈਂਟ ਹੈਗੀ ਆ, ਉਹ ਤਾਂ ਨੀਡ ਹੈਗੀ ਆ ਆਪਣੀ। ਤੇ ਬਾਕੀ ਜਿਹੜੀ ਹੈਗੀ ਕਿਉਂਕਿ ਉਹਦੇ ਨਾਲ ਸਰੀਰ ਜਿਹੜਾ ਹੈਗਾ ਆਪਾਂ ਨੂੰ ਚੱਲਣਾ ਹੈਗਾ, ਗੱਡੀ ਆ ਉਹਦੇ ਨਾਲ ਉਹਦਾ ਤੇਲ ਚਾਹੀਦਾ, ਪਰ ਇੱਕ ਜਿਹੜੀ ਆ ਆਪਾਂ ਨੇ ਜਿਹੜਾ ਹੈਗਾ ਸਿਰਫ ਸਵਾਦ ਦੇ ਵਾਸਤੇ ਕਰ ਰਹੇ ਹਾਂ, ਉਹ ਆਪਣਾ ਜਿਹੜਾ ਗੁਨਾਹ ਹੋ ਜਾਏਗਾ ਫਿਰ। ਹਾਂਜੀ ਵੀਰ ਜੀ। ਉਹ ਕੇਵਲ ਆਪਣੇ ਇੰਦਰੀਆਂ ਦੇ ਸੁੱਖ ਲਈ ਬੰਦਾ ਇਹ ਕੰਮ ਕਰਦਾ ਤੇ ਫਿਰ ਜਦੋਂ ਉਹ ਸੁੱਖ ਦੇ ਲਈ ਕੰਮ ਕਰੂਗਾ ਤੇ ਫਿਰ ਉਹਦੇ ਕਹਿੰਦੇ ਉਹ ਕੋਈ ਚੰਗੀ ਚੀਜ਼ ਨਹੀਂ ਹੈ, ਉਹ ਕਰਮ ਹੋ ਗਿਆ ਤੇਰਾ, ਮਾੜਾ ਕਰਮ ਹੈ ਔਰ ਉਹ ਤੇਰੇ ਲਈ ਚੰਗਾ ਨਹੀਂ। ਹਾਂਜੀ ਨਜ਼ਰ ਸਾਹਿਬ ਅੱਗੇ ਪੌੜੀ ਆ ਗਈ ਤੇ ਉਹ ਕਹਿੰਦੇ ਆ ਕਿ ਪੌੜੀ ਇੱਕ ਨਾ ਮਰਨ ਨਾ ਚਿੱਤ ਆਸ ਕਣੇਰਿਆ। ਕਹਿੰਦੇ ਬਿਲਕੁਲ ਮਰਨਾ ਚੇਤੇ ਹੀ ਨਹੀਂ ਆ, ਉਹ ਭੋਗ ਵਿਲਾਸ ਦੇ ਵਿੱਚ ਹੀ, ਦੁਨੀਆ ਦੇ ਪਦਾਰਥਾਂ ਦੇ ਵਿੱਚ ਹੀ, ਆਸਾਂ ਦੇ ਵਿੱਚ ਹੀ, ਕਨੇਰੀਆਂ ਆਸਾਂ ਦੇ ਵਿੱਚ ਕਨੇੜੇ ਸ਼ੌਕ ਪੈਦਾ ਹੋ ਗਏ ਉਹਦੇ, ਕਨੇਰੇ ਸੰਸਕਾਰ ਹੋ ਗਏ ਉਹਦੇ ਅੰਦਰ। ਮਰ ਮਰ ਜੰਮੇ ਨਿਤ ਕਿਸੇ ਨਾ ਘੇਰਿਆ। ਔਰ ਕਹਿੰਦੇ ਨਿਤ ਜਿਹੜਾ ਹੈਗਾ ਪਰਮਾਤਮਾ ਜਿਹੜਾ ਹੈਗਾ ਨਿਤ ਆਪਾਂ ਨੂੰ ਜਿਹੜਾ ਨਾ ਨੀਂਦ ਦਿੰਦਾ ਹੈ, ਆਤਮਾ ਦੇ ਨੇੜੇ ਹੋ ਜਾਂਦੇ ਆ, ਆਪਣੀਆਂ ਪੁਰਾਣੀਆਂ ਫਾਈਲਾਂ ਬੰਦ ਕਰ ਦਿੰਦਾ ਕਿ ਇਹ ਨਵਾਂ ਸਮਾਂ ਦਿੱਤਾ ਹੈ ਇਹਨੂੰ 24 ਘੰਟੇ, ਦੂਸਰੇ ਦਿਨ ਵੀ ਕਿਤੇ ਜਿਹੜਾ ਹੈਗਾ ਇਹ ਮੇਰੇ ਪਾਸੇ ਨੂੰ ਆ ਜਾਊਗਾ। ਉਹ ਫਿਰ ਜਿਹੜਾ ਹੈਗਾ ਮਰ ਮਰ ਕੇ ਫਿਰ ਵਾਪਸ ਉਸੇ ਜਗ੍ਹਾ 'ਤੇ ਫਿਰ ਪਹੁੰਚ ਜਾਂਦਾ ਹੈ, ਉਹੀ ਫਾਈਲਾਂ ਫਿਰ ਖੋਲ੍ਹ ਲੈਂਦਾ। ਉਸ ਤੋਂ ਬਾਅਦ ਕਹਿੰਦੇ ਨਿੱਤ ਇਹੀ ਕਰਦਾ ਹੈ, ਨਿੱਤ ਮਰਦਾ ਜੰਮਦਾ, ਨਿੱਤ ਹੀ ਜਿਹੜਾ ਹੈਗਾ ਉਹੀ ਫਾਈਲਾਂ ਉਸੇ ਹਰ ਰੋਜ਼ ਜਿਹੜਾ ਹੈਗਾ ਐਸੇ ਤਰੀਕੇ ਨਾਲ ਸਮਾਂ ਖਰਾਬ ਕਰ ਦਿੰਦਾ।
ਕਿਸੇ ਨਾ ਘੇਰਿਆ ਔਰ ਕਿਸੇ ਜੋਗਾ ਹੈ ਹੀ ਨਹੀਂ, ਕੋਈ ਇਹਦੇ ਆਊਟਪੁੱਟ ਹੀ ਨਹੀਂ ਹੈ। ਪੁੱਛੋ ਤੇ ਇਹਦੀ ਆਊਟਪੁੱਟ ਕੀ ਹੈ ਭਾਈ ਦੱਸ। ਹੁਣ ਅੱਜ ਜਿਹੜਾ ਜਾਣਾ ਹੈ ਆਪਾਂ ਨੇ, ਅੱਜ ਜਿਹੜਾ ਧਰਮਰਾਜ ਦੇ ਕੋਲ ਪੇਸ਼ੀ ਹੈ, ਰਿਜ਼ਲਟ ਕੱਢਣਾ ਹੈ ਮਾਲਕ ਨੇ ਤੇਰੀ ਉਮਰ ਦਾ। ਅੱਜ ਹਿਸਾਬ ਕਿਤਾਬ, ਅੱਜ ਐਂਡ ਹੈਗਾ, ਮਨੁੱਖਾ ਸਰੀਰ ਲੈਣਾ ਆ। ਤੇ ਕੀ ਆ ਤੇਰੇ ਪੱਲੇ ਦੱਸ, ਕਿਹੜੀ ਚੀਜ਼ ਹੈਗੀ, ਤੇਰੇ ਗੁਣ ਕਿਹੜੇ ਹੈਗੇ, ਕੀ ਕਰਕੇ ਆਇਆ, ਕੀ ਖੱਟੀ ਕੀਤੀ ਹੈ, ਦਿਖਾ। ਇੰਨੇ ਸਵਾਸ, ਇੰਨਾ ਸਰੀਰ ਦਿੱਤਾ ਸੀ ਤੈਨੂੰ, ਕਹਿੰਦੇ ਕੋਈ ਕਿਸੇ ਜੋਗਾ ਹੀ ਨਹੀਂ ਹੈ, ਕੁਛ ਹੈ ਹੀ ਨਹੀਂ ਆਊਟਪੁੱਟ। ਆਪਨੜੇ ਮਨ ਚਿੱਤ ਕਹਿਣ ਚੰਗੇਰਿਆ। ਔਰ ਆਪਣੇ ਮਨ ਦੇ ਵਿੱਚ ਔਰ ਚਿੱਤ ਦੇ ਵਿੱਚ ਆਪਾਂ ਬਥੇਰੇ ਬਣੇ ਬੈਨੇ ਗੁਣੀ ਗਿਆਨੀ ਧਾਰਮਿਕ, ਬੜੇ ਜਿਹੜੇ ਹੈਗੇ ਬਾਹਰੋਂ ਜਿਹੜੇ ਹੈਗੇ ਚੰਗੇ ਦਿੱਖ ਵਾਲੇ, ਚੰਗੇ ਕੱਪੜੇ ਪਾਏ ਹੋਏ, ਧਰਮ ਦੇ ਨਿਤਨੇਮ ਫਲਾਨਾ ਸਾਰਾ ਕੁਛ ਕਰ ਰਹੇ ਆ, ਪਰ ਅੰਦਰ ਮਨ ਜਿਹੜਾ ਪਤੰਦਰ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਆਪਾਂ ਨੇ ਖੁੱਲਾ ਛੱਡਿਆ ਹੋਇਆ। ਬਾਣੀ ਕੀ ਕਰੂਗੀ ਦੱਸੋ, ਨਿਤਨੇਮ ਕੀ ਕਰੂਗਾ ਜਦ ਆਪਾਂ ਨੇ ਮਨ ਨੂੰ ਫ੍ਰੀ ਛੱਡ ਦਿੱਤਾ। ਜਦ ਉਹਨੂੰ ਮਨ ਨੂੰ ਫ੍ਰੀ ਛੱਡ ਕੇ ਆਟੋ ਪਾਇਲਟ ਤੇ, ਉਹ ਤਾਂ ਆਟੋ ਪਾਇਲਟ ਤੇ ਚੱਲ ਰਿਹਾ ਹੈ, ਤੇਰੀ ਜੀਭ ਬੋਲੀ ਜਾ ਰਹੀ ਹੈ, ਮਨ ਜਿਹੜਾ ਹੈਗਾ ਖਾਲੀ ਪਿਆ। ਮਨ ਤਾਂ ਜਿਹੜਾ ਪਤਾ ਹੀ ਨਹੀਂ ਕਿੱਥੇ ਪਹੁੰਚਿਆ ਪਿਆ ਹੈ, ਉਹ ਤਾਂ ਹੈ ਹੀ ਨਹੀਂ ਉਸ ਜਗ੍ਹਾ ਤੇ। ਆਪਨੜੇ ਮਨ ਚਿੱਤ ਕਹਿਣ ਚੰਗੇਰਿਆ। ਆਪਣੇ ਮਨ ਦੇ ਨਾਲ ਔਰ ਚਿੱਤ ਦੇ ਵਿੱਚ ਕਹਿੰਦੇ ਸਾਡੇ ਵਰਗਾ ਉਹ ਘੁੱਗੀ ਵਾਲਾ ਕੰਮ ਆ। ਕਹਿੰਦੇ ਘੁੱਗੀ ਨੇ ਅੱਖਾਂ ਬੰਦ ਕਰ ਲਈਆਂ, ਬਿੱਲੀ ਆਈ ਤੇ ਕਹਿੰਦੀ ਹੁਣ ਤੂੰ ਮੈਨੂੰ ਕਿਵੇਂ ਖਾਏਂਗੀ, ਮੈਂ ਤਾਂ ਅੱਖਾਂ ਬੰਦ ਕਰ ਲਈਆਂ। ਬਸ ਆਇਆ ਪਾਏ ਆਪਨੜੇ ਮਨ ਚਿੱਤ ਕਹਿਣ ਚੰਗੇਰਿਆ। ਜਮਰਾਜ ਨਿਤ ਨਿਤ ਮਨ ਮੁਖੇਰਿਆ। ਔਰ ਦੇਖ ਲਓ ਉਧਰੋਂ ਕਾਲ ਜਿਹੜਾ ਹੈਗਾ ਉਹ ਨਿਤ ਨਿਤ ਜਿਹੜਾ ਹੈਗਾ ਨੇੜੇ ਨੇੜੇ ਆਈ ਜਾ ਰਿਹਾ। ਹੇਰਿਆ ਮਤਲਬ ਉਹਨੂੰ ਘੇਰ ਰਿਹਾ ਹੈ। ਨਿਤ ਨਿਤ ਇਸੇ ਸਵਾਦਾਂ ਦੇ ਵਿੱਚ, ਇਸੇ ਆਸਾਂ ਦੇ ਵਿੱਚ, ਇਸੇ ਮਨਸਾ ਦੇ ਵਿੱਚ, ਇਸੇ ਤ੍ਰਿਸ਼ਨਾ ਦੇ ਵਿੱਚ ਉਹ ਘੇਰੀ ਜਾ ਰਿਹਾ। ਆਹੀ ਤਾਂ ਚੋਗਾ ਪਾਇਆ ਹੋਇਆ ਹੈ, ਇਹੀ ਤਾਂ ਘੇਰ ਰਿਹਾ ਹੈ, ਇਹੀ ਤਾਂ ਘੇਰਾ ਹੈ ਜਮਰਾਜ ਦਾ। ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ। ਦੇਖੋ ਬਾਣੀ ਕੀ ਕਹਿ ਰਹੀ ਹੈ, ਲੂਣ ਹਰਾਮ ਕਹਿ ਰਹੀ ਹੈ। ਲੂਣ ਹਰਾਮ ਕੌਣ ਹੁੰਦਾ ਹੈ? ਜਿਹੜਾ ਖਾ ਕੇ ਜਿਹੜਾ ਹੈਗਾ ਉਹਦਾ ਸ਼ੁਕਰਾਨਾ ਵੀ ਨਹੀਂ ਕਰਦਾ। ਮਨਮੁਖ ਜਿਹੜਾ ਹੈਗਾ ਕਹਿੰਦੇ ਲੂਣ ਖਾਧਾ ਹੈ ਮਾਲਕ ਦਾ, ਮਾਲਕ ਨੇ ਤੈਨੂੰ ਆ ਸਵਾਦ, ਇਹ ਸਰੀਰ, ਇਹ ਸਾਰਾ ਕੁਛ ਮਾਲਕ ਨੇ, ਪਰਿਵਾਰ ਸਾਰਾ, ਬੱਚੇ, ਸਭ ਕੁਛ ਮਾਲਕ ਨੇ ਦਿੱਤਾ ਹੈ, ਤੇ ਤੂੰ ਉਹਦਾ ਕੀਤਾ ਜਾਣਿਆ ਹੀ ਨਹੀਂ ਹੈ। ਇੰਨਾ ਲੂਣ ਹਰਾਮ ਆ ਤੂੰ। ਤੇ ਕਹਿੰਦੇ ਸਾਡੇ ਕੋਲ 1 ਮਿੰਟ ਦਾ ਵੀ ਸਮਾਂ ਨਹੀਂ ਹੈ ਤੇਰੇ ਕੋਲ ਮਾਲਕ ਨੂੰ ਯਾਦ ਕਰਨ ਦਾ। ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ, ਬੱਧੇ ਕਰਨ ਸਲਾਮ ਖਸਮ ਨਾ ਪਾਣਿਆ। ਬੱਧਾ ਚੱਟੀ ਜਿਹੜੇ ਹੈਗੇ, ਬਾਣੀ ਕਹਿੰਦੀ ਹੈ ਬੱਧਾ ਚੱਟੀ ਜੋ ਕਰੇ ਨਾ ਗੁਣ ਨਾ ਉਪਕਾਰ। ਬਸ ਦਿਖਾਵੇ ਵਾਸਤੇ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਇਹ ਭਗਤੀ ਮਾਰਗ ਤੇ ਭਗਤੀ ਦਿਖਾਉਣੇ ਆ ਭਾਈ। ਬੱਧਾ ਚੱਟੀ ਸਲਾਮ ਕਰਦੇ ਆ, ਕਹਿੰਦੇ ਖਸਮ ਨੂੰ ਨਹੀਂ ਪਾਉਂਦਾ ਭਾਈ। ਸੱਚ ਮਿਲੇ ਮੁਖ ਨਾਮ ਸਾਹਿਬ ਭਾਵ ਸੀ। ਸੱਚ ਉਹਨੂੰ ਮਿਲਦਾ ਆ ਜਿਹਦੇ ਮੁਖ ਤੇ ਨਾਮ ਹੁੰਦਾ ਹੈ, ਜਿਹੜਾ ਅੰਦਰੋਂ ਜਿਹੜਾ ਹੈਗਾ, ਜਿਹੜਾ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਹੈਗਾ ਦਿਲੋਂ ਮਨ ਦੇ ਅੰਦਰੋਂ ਜਿਹੜਾ ਹੈਗਾ, ਜਿਹੜਾ ਮਾਲਕ ਦੇ ਨਾਲ ਮਿਲਦਾ ਹੈ ਭਾਈ। ਸੱਚ ਮਿਲੇ ਮੁਖ ਨਾਮ ਸਾਹਿਬ ਭਾਵ ਸੀ। ਸਾਹਿਬ ਨੂੰ ਉਹੀ ਪਾਉਂਦਾ ਹੈਗਾ ਜਿਹੜਾ ਸੱਚ ਦੇ ਨਾਲ ਮਿਲਿਆ ਹੋਇਆ ਹੈ। ਕਰਸਨ ਤਖਤ ਸਲਾਮ ਲਿਖਿਆ ਭਾਵ ਸੀ। ਉਹਨੇ ਆਪਣੇ ਜੀਵਨ ਦੇ ਵਿੱਚ, ਕਲਮ ਉਹਦੇ ਹੱਥ ਦੇ ਵਿੱਚ ਹੈ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਉਹਨੇ ਜਿਹੜਾ ਹੈਗਾ ਸਾਰੇ ਮਨੁੱਖੀ ਜੀਵਨ ਦੇ ਵਿੱਚ ਭਗਤੀ ਕਰਕੇ ਜਿਹੜਾ ਹੈਗਾ ਲਿਖਤ ਬਣਾ ਲਈ ਆਪਣੀ, ਤੇ ਉਹਦਾ ਉਹਨੂੰ ਜ਼ਰੂਰ ਫਲ ਮਿਲਣਾ ਹੀ ਮਿਲਣਾ ਆ, ਤੇ ਮਾਲਕ ਦੀ ਨੇੜਤਾ ਪ੍ਰਾਪਤ ਹੋਣੀ ਹੈ। ਉਹਨੇ ਜਿਹੜਾ ਹੈਗਾ ਨਿਕਲ ਜਾਣਾ ਹੈ, ਉਹਨੂੰ ਤਖਤ ਤੇ ਸਲਾਮ ਹੋਣਾ ਹੈ ਭਾਈ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਹਿ ਮਾਨ, ਪੰਚੇ ਸੋਹੇ ਦਰੇ ਰਾਜਾਨ। ਰਾਜਿਆਂ ਵਾਂਗੂ ਸ਼ੋਭਦਾ ਹੈ ਭਾਈ ਫਿਰ ਉਹ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਦੇਖੋ ਪਹਿਲੀ ਤੁਕ ਚ ਕੀ ਸਮਝਾ ਰਹੇ ਨੇ। ਕਹਿੰਦੇ ਇੱਕ ਨੂੰ ਜਿਹੜਾ ਮਰਨਾ ਚਿੱਤ ਨਹੀਂ ਹੈ। ਹਾਂ। ਫਿਰ ਆਸ ਘਨੇਰੀ ਹੈ। ਘਨੇਰੀ ਦਾ ਮਤਲਬ ਬਹੁਤ ਜ਼ਿਆਦਾ ਆਸ ਹੈ, ਨੂੰ ਉੱਡਿਆ ਫਿਰਦਾ। ਬਿਲਕੁਲ। ਉਹ ਜ਼ਿੰਦਗੀ ਏਦਾਂ ਹੀ ਲੰਘ ਜਾਂਦੀ ਕਹਿੰਦਾ ਉਹਦੀ। ਕਿਉਂ? ਉਹਨੂੰ ਵਿਚਾਰੇ ਨੂੰ ਉਹਨੂੰ ਦਿਖਦਾ ਹੀ ਨਹੀਂ ਕੁਛ। ਉਹਨੂੰ ਪਤਾ ਲੱਗਦਾ ਤੇ ਹੈ, ਪਰ ਉਦੋਂ ਲੱਗਣ ਦਾ ਫਾਇਦਾ ਕੋਈ ਨਹੀਂ ਜਦੋਂ ਟੂ ਲੇਟ ਹੋ ਗਿਆ। ਠੀਕ ਹੈ, ਹੁਣ ਤੁਹਾਨੂੰ ਪਤਾ ਉਦੋਂ ਲੱਗੇ ਕਿ ਜਦੋਂ ਇਹ ਸਮਾਂ ਤੇ ਗੇਮ ਖਤਮ ਹੋ ਗਈ, ਫਿਰ ਪਤਾ ਲੱਗਣ ਦਾ ਫਾਇਦਾ ਕੀ ਹੋਇਆ। ਕਹਿੰਦੇ ਤਪਸਤਾਨੇ ਸੇ ਕਿਆ ਫਾਇਦਾ ਜਬ ਚਿੜੀਆ ਚੁਗੀ ਖੇਤ। ਹੁਣ ਕੋਈ ਫਾਇਦਾ ਨਹੀਂ ਹੈ ਕਿਉਂਕਿ ਟੂ ਲੇਟ ਹੋ ਗਿਆ। ਜਦੋਂ ਜੀਵਨ ਦੇ ਵਿੱਚ ਆਪਾਂ ਕੁਝ ਕਰਨਾ ਸੀ, ਉਹ ਟਾਈਮ ਤੇ ਆਪਾਂ ਉੱਦਾਂ ਹੀ ਨਿਗਾਤਾ।
ਇਸ ਕਰਕੇ ਦੇਖੋ ਕੰਮ ਤੇ ਉਹੀ ਵਧੀਆ ਵਾ ਜਦੋਂ ਟਾਈਮ ਤੇ ਸ਼ੁਰੂ ਕਰ ਦਿੱਤਾ ਜਾਵੇ। ਠੀਕ ਹੈ, ਹੁਣ ਬਾਣੀ ਇਹ ਕਹਿ ਰਹੀ ਹੈ ਕਿ ਜਿਹੜੇ ਬੰਦੇ ਨੂੰ ਯਾਦ ਹੀ ਨਹੀਂ, ਹਾਂ, ਜਿਸ ਬੰਦੇ ਨੂੰ ਯਾਦ ਹੀ ਨਹੀਂ ਹੈ ਮੈਂ ਇਹ ਸੰਸਾਰ ਤੇ ਕੀ ਕਰ ਰਿਹਾ, ਔਰ ਯਾਦ ਹੋਣ ਦੇ ਲਈ ਇੱਕ ਚੀਜ਼ ਸਭ ਤੋਂ ਜਿਹੜੀ ਜ਼ਰੂਰੀ ਹੈ ਉਹ ਹੈ ਮੌਤ। ਕਿ ਇਸ ਇੱਕ ਸਟਾਪ ਹੈ, ਇੱਕ ਮੁਸਾਫਰਖਾਨਾ ਹੈ, ਮੈਂ ਇਸ ਟੈਂਪਰੇਰੀ ਸਟੇ ਦੇ ਵਿੱਚ ਬੈਠਾ ਵਾਂ ਔਰ ਇਸ ਤੋਂ ਅੱਗੇ ਜਰਨੀ ਸ਼ੁਰੂ ਹੋਣੀ ਹੈ। ਔਰ ਇਹ ਸਾਧ ਸੰਗਤ ਜੀ, ਇਹਦੇ ਵਿੱਚ ਕੋਈ ਦੋ ਰਿਆ ਨਹੀਂ ਹੈ। ਹਰ ਕੋਈ ਮਨੁੱਖ ਆਪਣੇ ਜੀਵਨ ਦਾ ਜਿਹੜਾ ਅਗਲਾ ਉਹਦਾ ਨਿਸ਼ਾਨਾ ਹੈ ਨਾ, ਉਹ ਖੁਦ ਲਿਖ ਕੇ ਲੈ ਕੇ ਜਾਂਦਾ ਨਾਲ, ਬਾਈ ਹੈਂਡ। ਬਿਲਕੁਲ ਸਹੀ ਆ, ਬਿਲਕੁਲ ਸਹੀ ਹੈ। ਹਰ ਕੋਈ ਕਿਸੇ ਨੂੰ ਕੁਛ ਨਾ ਦਿੰਦਾ, ਕੋਈ ਨਾ ਲੈਂਦਾ। ਜਿਹੜੀ ਪ੍ਰਕਿਰਤੀ ਦਾ ਵਿਧਾਂਤ ਹੈ, ਤੁਸੀਂ ਜੈਸੀ ਜੀ ਵਸਤੂ ਲੈ ਕੇ ਜਾਓਗੇ ਉਸ ਵਸਤੂ ਦੇ ਹਿਸਾਬ ਨਾਲ ਜੋ ਤੁਹਾਡਾ ਪਾਤਰਤਾ ਬਣਦੀ ਤੁਹਾਨੂੰ ਉਹ ਚੀਜ਼ ਮਿਲ ਜਾਣੀ ਹੈ। ਹਾਂ, ਇਹੀ ਤਾਂ ਕਹਿ ਰਹੇ, ਪਹੁੰਚ ਜਾਣਾ। ਇਹੀ ਤਾਂ ਕਹਿ ਰਹੇ ਕਿ ਸੱਚ ਮਿਲੇ ਮੁਖ ਨਾਮ ਸਾਹਿਬ ਭਾਵ ਸੀ। ਕਹਿੰਦੇ ਕਰਸਨ ਤਖਤ ਸਲਾਮ ਲਿਖਿਆ ਭਾਵ ਸੀ। ਲਿਖਿਆ ਜਿਹੜਾ ਲੈ ਕੇ ਜਾ ਰਿਹਾ ਤਖਤੀ ਤੇ ਉਹੀ ਮਿਲਣਾ ਹੈ, ਹੋਰ ਇਸ ਤੋਂ ਵੱਧ ਨਹੀਂ ਮਿਲਣਾ। ਹਾਂ, ਹੁਣ ਜੋ ਪੇਪਰ 'ਚ ਆਪਾਂ ਲੈ ਕੇ ਜਾਂਦੇ ਆ, ਉਹ ਜਿਹੜਾ ਪੇਪਰ ਚੈੱਕ ਕਰਦਾ ਵਾ ਨਿੱਜਰ ਸਾਹਿਬ ਆਪਣੇ ਕੋਲ ਥੋੜੀ ਕੋਈ ਲਿਖ ਦਿੰਦਾ। ਨਾ ਨਾ ਨਾ, ਬਿਲਕੁਲ ਨਹੀਂ। ਪਰ ਇਹ ਆ ਕਿ ਜਿੱਦਾਂ ਮੇਰੇ ਵਰਗੇ 32 ਕੇ ਨੰਬਰ ਦੇ ਪੇਪਰ ਹੋਣ ਤੇ ਫਿਰ ਇੱਕ ਨੰਬਰ ਆਪਣੇ ਕੋਲ ਦੇ ਦਿੰਦਾ, ਉਹ ਚੱਲ 33 ਹੋ ਗਏ, ਪਾਸ ਹੋ ਜਾ। ਇੰਨਾ ਕੰਮ ਕਰ ਸਕਦਾ ਹੈ, ਪਰ ਜਿਵੇਂ ਪੇਪਰ ਹੀ 5 ਨੰਬਰ ਦਾ ਕੀਤਾ ਹੋਵੇ ਤੁਹਾਨੂੰ 33 ਨੰਬਰ ਕਿੱਥੋਂ ਮਿਲ ਜਾਣ? ਬਸ ਬਸ ਬਸ। ਇਹ ਤੇ ਸਾਧ ਸੰਗਤ ਜੀ, ਤੁਹਾਨੂੰ ਪਤਾ ਹੈ ਤੁਸੀਂ ਕੀ ਲਿਖਿਆ ਔਰ ਮੈਨੂੰ ਕੋਈ ਪਤਾ ਮੈਂ ਕੀ ਲਿਖਿਆ। ਤਾਈਓ ਤੇ ਉਹ ਸੰਤ ਕਹਿੰਦੇ ਨੇ ਕਿ ਕਾਲੇ ਮੇਡੇ ਕੱਪੜੇ ਤੇ ਕਾੜਾ ਮੇਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ ਤੇ ਲੋਕ ਕਹਿਣ ਦਰਵੇਸ਼। ਕਿਉਂ? ਕਿਉਂਕਿ ਉਹ ਕਲੇਮ ਨਹੀਂ ਕਰਦੇ ਕਿ ਅਸੀਂ ਪਵਿੱਤਰ ਹੋ ਗਏ। ਉਹ ਕਹਿੰਦੇ ਕਿ ਹਜੇ ਵੀ ਸਾਡੇ 'ਚ ਬਹੁਤ ਪਵਿੱਤਰਤਾ ਦੀ ਲੋੜ ਹੈ। ਇਸ ਕਰਕੇ ਬ੍ਰਹਮ ਗਿਆਨੀ ਸਾਨੂੰ ਸਮਝਾਉਂਦੇ ਨੇ। ਪਰ ਸਾਡੇ ਵਰਗੇ ਤੇ ਮਾੜਾ ਮੋਟਾ ਬਾਹਰੀ ਪਹਿਰਾਵਾ ਚੇਂਜ ਕਰਕੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਮਝ ਲੈਂਦੇ ਨੇ। ਔਰ ਮੇਰੇ ਵਰਗੇ ਕਈ ਨਾਂ ਵੀ ਲਿਖਾਈ ਫਿਰਦੇ ਨੇ। ਪਰ ਬਾਣੀ ਕਹਿੰਦੀ ਤੇ ਨਾਂ ਲਿਖਣ ਦੇ ਨਾਲ ਤੂੰ ਬ੍ਰਹਮ ਗਿਆਨੀ ਨਹੀਂ ਹੋ ਸਕਦਾ। ਤੇ ਜੇ ਕੋਈ ਬ੍ਰਹਮ ਗਿਆਨੀ ਹੈਗਾ ਤੇ ਉਹਨੂੰ ਨਾਂ ਵੀ ਲਿਖਣ ਦੀ ਲੋੜ ਨਹੀਂ, ਫਿਰ ਉਹਨੂੰ ਪਤਾ ਉਹ ਕੀ ਹੈਗਾ। ਸਹੀ ਹੈ ਨਾ ਜਲ ਸਾਹਿਬ? ਬਿਲਕੁਲ। ਹਾਂਜੀ, ਅਗਲੀ ਤੋਂ ਬੋਲੋ। ਅੱਗੇ ਮਹੱਲਾ ਪਹਿਲਾ, ਸ਼ਲੋਕ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼। ਕਹਿੰਦੇ ਮੱਛੀ ਨੂੰ ਜਿਹੜਾ ਹੈਗਾ, ਸਮੁੰਦਰ ਜਾਂ ਦਰਿਆ ਜਿਹੜਾ ਹੈਗਾ ਉਹਦੀ ਡੂੰਘਾਈ ਜਿਹੜੀ ਹੈ ਮੱਛੀ ਨੂੰ ਕੀ ਪ੍ਰਭਾਵ ਕਰ ਸਕਦੀ ਹੈ? ਮੱਛੀ ਨੂੰ ਕੀ ਫਰਕ ਪੈਂਦਾ ਹੈ ਜਿੰਨੀ ਮਰਜ਼ੀ ਡੂੰਘਾ ਹੋਏ? ਤੇ ਪੰਖੀ ਨੂੰ ਜਿਹੜਾ ਹੈਗਾ ਆਕਾਸ਼ ਕੀ ਕਹਿੰਦਾ ਹੈ ਭਾਈ? ਉਹ ਤਾਂ ਉੱਡਦਾ ਹੈ, ਉਹਨੇ ਤਾਂ ਹੋਰ ਜਿੰਨਾ ਉੱਚਾ ਹੈ ਤੇ ਉਹਨੇ ਉੱਡ ਜਾਣਾ ਪੰਖੀ ਨੇ। ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਕਰਵਾਸ। ਪੱਥਰ ਜਿਹੜਾ ਹੈਗਾ ਉਹਨੂੰ ਪਾਲਾ ਕੀ ਕਰ ਸਕਦਾ ਹੈ, ਪਰ ਪੱਥਰ ਨੂੰ ਪਾਲੇ ਨਾਲ ਕੀ ਫਰਕ ਪੈਂਦਾ ਹੈ? ਤੇ ਖੁਸਰਾ ਜਿਹੜਾ ਹੈਗਾ ਉਹਦਾ ਕਾਹਦਾ ਘਰ ਵਾਸ ਹੈ? ਖੁਸਰੇ ਦਾ ਉਹਦਾ ਕਾਹਦਾ ਟੱਬਰ ਹੈ? ਟੀਰ ਟੱਬਰ ਹੈਗਾ। ਕੁੱਤੇ ਚੰਦਨ ਲਾਈਏ ਪੀਸੋ ਕੁੱਤੀ ਧਾਤ। ਕੁੱਤੇ ਨੂੰ ਭਾਵੇਂ ਜਿੰਨਾ ਮਰਜ਼ੀ ਨਲਾ ਧੜਾ ਕੇ ਚੰਦਨ ਲਗਾ ਲਓ ਬਹੁਤ, ਫਿਰ ਵਾਪਸ ਜਿਹੜਾ ਕੁੱਤੇ ਨੇ ਜਾ ਕੇ ਉੱਥੇ ਗੰਦਗੀ ਦੇ ਵਿੱਚ, ਰੂੜੀ ਦੇ ਵਿੱਚ ਹੀ ਬੈਠਣਾ ਹੈ ਭਾਈ। ਬੋਲਾ ਜੇ ਸਮਝਾਈਏ ਪੜ੍ਹੀਏ ਸਿਮਰਤ ਪਾਠ। ਤੇ ਬੋਲਾ ਨੂੰ ਜੇ ਸਮਝਾਈਏ, ਜਿੰਨਾ ਮਰਜ਼ੀ ਬੋਲੇ ਨੂੰ ਸਿਮਰਤੀਆਂ ਪਾਠ ਪੁਰਾਣ ਸਮਝਾਓ, ਉਹਨੂੰ ਬੋਲੇ ਨੂੰ ਸੁਣਾ ਦਿਓ, ਤੇ ਉਹਨੂੰ ਕੀ ਫਰਕ ਪੈਣਾ ਭਾਈ? ਇਹ ਮਹਾਰਾਜ ਜਿਹੜੇ ਕਹਿ ਰਹੇ, ਕਹਿੰਦੇ ਕਿ ਦੇਖ ਤੇਰਾ ਮਨ ਜਿਹੜਾ ਹੈਗਾ, ਜਦ ਤੈਨੂੰ ਇੰਟਰਸਟ ਹੀ ਨਹੀਂ ਹੈਗਾ ਤੇ ਕੁਛ ਵੀ ਨਹੀਂ ਹੋ ਸਕਦਾ। ਜੇ ਤੇਰੇ ਅੰਦਰ ਤੇਰੀ ਇੱਛਾ ਨਹੀਂ ਹੈਗੀ ਆ, ਤੇਰੇ ਇਸ ਪਾਸੇ ਜਾਣ ਦੀ ਇੱਛਾ ਹੀ ਨਹੀਂ ਹੈਗੀ ਆ, ਤੇ ਤੂੰ ਇਸ ਪਾਸੇ ਆ ਹੀ ਨਹੀਂ ਸਕਦਾ। ਤੇਰੇ ਅੰਦਰ ਇੱਛਾ ਹੋਣੀ ਚਾਹੀਦੀ ਆ। ਅੰਨਾ ਚਾਨਣ ਰੱਖੀਏ ਦੀਵੇ ਬਲਣ 50। ਕਹਿੰਦੇ ਅੰਨੇ ਦੇ ਅੱਗੇ ਚਾਨਣ ਰੱਖ ਦਿਓ, 50 ਦੀਵੇ ਬਾਲ ਲਓ। ਕਹਿੰਦੇ ਉਹਨੂੰ ਕੀ ਫਰਕ ਪਏਗਾ ਅੰਨੇ ਨੂੰ? ਜਿਹੜਾ ਬੰਦਾ ਹੈ ਇੰਟਰਸਟ ਹੀ ਨਹੀਂ ਰੱਖ ਰਿਹਾ, ਇਸ ਪਾਸੇ ਧਿਆਨ ਹੀ ਨਹੀਂ ਆ ਉਹਦਾ, ਉਹ ਚਾਹੁੰਦਾ ਹੀ ਮਾਇਆ ਹੈਗੀ, ਉਹ ਚਾਹੁੰਦਾ ਹੀ ਸਵਾਦ ਹੈਗੇ, ਤੇ ਉਹਨੂੰ ਆਪਾਂ ਨਹੀਂ ਚੇਂਜ ਕਰ ਸਕਦੇ। ਚੌਣੇ ਸੋਨਾ ਪਾਈਏ ਚੁਣ ਚੁਣ ਖਾਵੇ ਘਾਸ। ਕਹਿੰਦੇ ਡੰਗਰਾਂ ਨੂੰ ਜਿਹੜਾ ਹੈਗਾ, ਚੌਣੇ ਨੂੰ ਜਿਹੜਾ ਸੋਨੇ ਦੀਆਂ ਟੱਲੀਆਂ ਲਗਾ ਦਿਓ, ਉਹਨਾਂ ਦੇ ਗਲ 'ਚ ਹਾਰ ਪਾ ਦਿਓ ਸੋਨੇ ਦੇ, ਤੇ ਉਹਨਾਂ ਨੇ ਗਾਹਾਂ ਜਿਹੜਾ ਹੈਗਾ ਉਹਦਾ ਫਾਇਦਾ ਲੈ ਲੈਣਾ। ਉਹਨਾਂ ਨੇ ਜਾ ਕੇ ਚੁਣ ਚੁਣ ਕੇ ਘਾਹ ਹੀ ਖਾਣਾ ਹੈ। ਜੋ ਜਿਹਦਾ ਨੇਚਰ ਹੈਗਾ ਉਹਨੇ ਆਪਣੇ ਉਸ ਹਿਸਾਬ ਦੇ ਨਾਲ ਹੀ ਉਹੀ ਕੰਮ ਕਰਨੇ ਆ। ਲੋਹਾ ਮਾਰਨ ਪਾਈਏ ਢਾਏ ਨਾ ਹੋਏ ਕਪਾਸ। ਕਹਿੰਦੇ ਲੋਹੇ ਨੂੰ ਜਿੰਨਾ ਮਰਜ਼ੀ ਮਸਾਲਾ ਪਾ ਦਿਓ ਲੋਹੇ ਦੇ ਵਿੱਚ, ਜਿਹੜਾ ਹੈਗਾ ਜਿੰਨਾ ਮਰਜ਼ੀ ਉਹਨੂੰ ਗਰਮ ਕਰ ਲਓ, ਜੋ ਮਰਜ਼ੀ ਕਰ ਲਓ, ਜਿਹੜਾ ਕਹਿੰਦੇ ਲੋਹੇ ਨੇ
ਕਪਾਹ ਥੋੜੀ ਨਾ ਬਣ ਜਾਣਾ ਹੈ। ਕਪਾਹ ਰੂਹ ਵਾਂਗੂ ਜਿਹੜਾ ਹੈ, ਰੂਹ ਵਾਂਗੂ ਨਰਮ ਥੋੜੀ ਨਾ ਹੋ ਜਾਣਾ ਲੋਹੇ ਨੇ। ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਇਹੀ ਗੁਣ ਮੂਰਖ ਦੇ ਹੈਗੇ ਪਾਏ। ਜਿਹੜਾ ਇਨਸਾਨ ਜਿਹੜਾ ਹੈਗਾ, ਜਿਹੜਾ ਨਹੀਂ ਮੱਤ ਲੈਣਾ ਚਾਹੁੰਦਾ, ਮੂੜਮਤੀਆ ਹੈਗਾ, ਉਹਦੇ ਆਹ ਗੁਣ ਹੈਗੇ ਆ। ਉਹਨੇ ਜਿਹੜੀ ਵੀ ਗੱਲ ਕਰਨੀ ਆ, ਉਹਨੇ ਪੁੱਠੀ ਗੱਲ ਕਰਨੀ ਆ, ਉਹਨੇ ਵਿਨਾਸ਼ ਦੀ ਗੱਲ ਕਰਨੀ ਆ, ਉਹਨੇ ਮਾਇਆ ਦੀ ਹੀ ਗੱਲ ਕਰਨੀ ਆ, ਉਹਨੇ ਰੱਬ ਵਾਲੀ ਗੱਲ ਨਾ ਸੁਣਨੀ ਆ, ਨਾ ਉਹਨੇ ਕਰਨੀ ਹੈਗੀ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਇਸ ਤੁਕ ਦੇ ਨਾਲ ਇੱਕ ਮਹਾਤਮਾ ਬੁੱਧ ਦੀ ਗੱਲ ਨੂੰ ਜੋੜਨਾ ਬਹੁਤ ਜ਼ਰੂਰੀ ਆ। ਇਹ ਬਾਣੀ ਵੀ ਉਹ ਗੱਲ ਹੀ ਸਮਝਾ ਰਹੀ ਹੈ ਸਾਨੂੰ। ਮਹਾਤਮਾ ਬੁੱਧ ਨੂੰ ਜਦੋਂ ਗਿਆਨ ਹੋਇਆ ਤੇ ਪਤਾ ਤਾਂ ਗਿਆਨ ਕੀ ਹੋਣਾ ਸੀ, ਆਪਣੇ ਆਪ ਨੂੰ ਜਾਣਿਆ, ਹੋਰ ਇਹਦੇ ਵਿੱਚ ਵੱਡੀ ਗੱਲ ਤੇ ਕੁਛ ਵੀ ਨਹੀਂ ਹੋਈ। ਆਪਣੇ ਆਪ ਨੂੰ ਤੁਸੀਂ ਜਾਣਿਆ ਵਾ, ਪਰਮਾਤਮਾ ਨੂੰ ਕੋਈ ਨਹੀਂ ਜਾਣ ਸਕਦਾ। ਅਸੀਂ ਕੇਵਲ ਆਪਣੇ ਆਪ ਨੂੰ ਜਾਣ ਸਕਦੇ ਹਾਂ ਤੇ ਆਪਣੀ ਇਸ ਕਿਰਿਆ ਨੂੰ ਸਟਾਪ ਕਰ ਸਕਦੇ ਹਾਂ। ਜੇਕਰ ਕੋਈ ਸੋਚੇ ਕਿ ਮੈਂ ਉੱਥੇ ਪਰਮਾਤਮਾ ਦੇ ਬਾਰੇ ਜਾਣ ਜਾਊਂਗਾ, ਮੈਨੂੰ ਪਤਾ ਲੱਗ ਜਾਊਗਾ ਧਰਤੀ ਕਿੱਦਾਂ ਬਣੀ, ਆਕਾਸ਼ ਕਿੱਦਾਂ ਬਣਿਆ, ਇਹ ਗੱਲ ਪੋਸੀਬਲ ਨਹੀਂ ਗੀ। ਉਹ ਬਹੁਤ ਵੱਡੀ ਗੱਲ ਹੈ। ਇਹ ਪਰਮਾਤਮਾ ਹੀ ਜਾਣਦਾ, ਕੋਈ ਦੱਸ ਨਹੀਂ ਸਕਦਾ। ਦੱਸਾਂਗੇ ਤੇ ਸਾਡੀ ਬੁੱਧੀ ਦੀ ਇੱਕ ਲਿਮਟ ਆ। ਇਹ ਬਹੁਤ ਗਹਿਰੀਆਂ ਗੱਲਾਂ ਨੇ, ਇਹ ਗੂੜ ਗਿਆਨ ਆ। ਇਹਦੇ ਬਾਰੇ ਬੋਲਣਾ ਵੀ ਨਹੀਂ ਚਾਹੀਦਾ ਕਿਉਂਕਿ ਔਖਾ ਕੰਮ ਹੈ। ਇਹਦੇ ਲਈ ਸ਼ਬਦ ਹੀ ਨਹੀਂ ਹੈਗੇ ਜੀ, ਬੋਲ ਹੀ ਨਹੀਂ ਸਕਦਾ ਇਨਸਾਨ। ਹਾਂ, ਇੱਥੋਂ ਤੱਕ ਬ੍ਰਹਮ ਗਿਆਨੀ ਵੀ ਨਹੀਂ ਬੋਲ ਸਕਦਾ। ਬਹੁਤ ਵੱਡੀ ਗੱਲ ਹੈ ਕਿਉਂਕਿ ਪਰਮਾਤਮਾ ਕਿੱਦਾਂ ਰਚਿਆ, ਕਿਉਂ ਰਚਿਆ, ਇਹਦੇ ਪਰ ਕੀ ਕਾਰਨ ਆ, ਇਨਸਾਨ ਕਿਉਂ ਬਣਾਇਆ, ਮੱਖੀਆਂ ਕਿਉਂ ਬਣਾਈਆਂ, ਟੱਡੀਆਂ ਕਿਉਂ ਬਣਾਈਆਂ, ਇਹ ਬੜੀਆਂ ਗਹਿਰੀਆਂ ਗੱਲਾਂ ਉਹ ਜਾਣਦਾ। ਕੀੜੀਆਂ ਦੀ ਕੀ ਲੋੜ ਪਈ ਸੀ, ਕਾਢਿਆਂ ਦੀ ਕੀ ਲੋੜ ਪਈ ਸੀ, ਮੱਛਰਾਂ ਦੀ ਕੀ ਲੋੜ ਪਈ, ਮੱਛੀਆਂ ਦੀ ਕੀ ਲੋੜ ਪਈ, ਮੱਖੀਆਂ ਦੀ ਕੀ ਲੋੜ ਹੈ, ਇਹ ਸਭ ਉਹ ਜਾਣਦਾ। ਠੀਕ ਹੈ ਜੀ, ਇਹਦੇ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ। ਬਾਣੀ ਤੇ ਕਹਿੰਦੀ ਆ ਕਿ ਜਦੋਂ ਮਹਾਤਮਾ ਬੁੱਧ ਨੂੰ ਗਿਆਨ ਹੋ ਗਿਆ ਤੇ ਮਹਾਤਮਾ ਬੁੱਧ ਦੇ ਕੋਲ ਨਾਲ ਜਿਹੜੇ ਦੇਵਤੇ ਗਏ, ਦੇਵਤੇ ਤੋਂ ਭਾਵ ਉਹ ਮਨੁੱਖ, ਦੇਵਤੇ ਤੋਂ ਭਾਵ ਉਹ ਮਨੁੱਖ ਜਿਹੜਾ ਮਨੁੱਖ ਦਿੰਦਾ ਹੈ, ਲੈਂਦਾ ਨਹੀਂ। ਦੇਵਤੇ ਦੇ ਗੁਣ ਹੁੰਦੇ ਆ, ਕਈ ਮਨੁੱਖਾਂ 'ਚ ਵੀ ਹੁੰਦੇ ਆ। ਦਿੰਦਾ ਉਹ, ਲੈਂਦਾ ਨਹੀਂ ਆ। ਸਧਾਰਨ ਮਨੁੱਖ ਦਿੰਦਾ ਵੀ ਆ ਤੇ ਵਾਪਸ ਦੀ ਆਸ ਰੱਖਦਾ। ਉਹ ਕਹਿੰਦਾ ਕਿ ਮੈਂ ਤੈਨੂੰ ਦਿੱਤਾ ਸੀ, ਚੱਲ ਵਾਪਸ ਕਰ ਮੇਰਾ। ਹੁਣ ਤੂੰ ਮੇਰੇ ਨਾਲ ਬੋਲਦਾ ਨਹੀਂ ਆ, ਜਿਹੜੀਆਂ ਚੀਜ਼ਾਂ ਮੈਂ ਤੈਨੂੰ ਦਿੱਤੀਆਂ ਨਾ, ਮੇਰੀਆਂ ਵਾਪਸ ਕਰ ਦੇ। ਨਿਜਸਾ ਸਹੀ ਆ ਜੀ। ਇਹ ਇਨਸਾਨ ਦੀ ਬ੍ਰਿਤੀ ਹੈ ਨਾ। ਆਪਾਂ ਕਹਿ ਦਿੰਦੇ ਵੀ ਮੈਂ ਤੇਰੇ ਲਈ ਬਹੁਤ ਕੀਤਾ ਤੇ ਵੀ ਇਹ ਬੰਦਾ ਠੀਕ ਨਹੀਂ, ਹਨਾ। ਪਰ ਦੇਵਤੇ ਤੋਂ ਭਾਵ ਸੂਰਜ ਹੋਇਆ, ਚੰਦਰਮਾ ਹੋਇਆ, ਧਰਤੀ, ਪਾਣੀ, ਆਕਾਸ਼, ਅਗਨ, ਇਹ ਸਭ ਦੇਵਤੇ ਨੇ। ਸੂਰਜ ਉਹ ਡਿਮਾਂਡ ਨਹੀਂ ਕਰਦਾ ਸਾਡੇ ਤੋਂ ਕੁਝ ਵੀ। ਦੇਵਤਾ ਹੈ ਗੁਣ ਚ, ਜੋ ਉਹ ਦੇ ਰਿਹਾ ਸਾਨੂੰ। ਇਹ ਪ੍ਰਕਿਰਤੀ ਸਾਨੂੰ ਦਿੰਦੀ ਹੈ, ਸਾਡੇ ਕੋਲ ਵਾਪਸ ਕੁਛ ਵੀ ਨਹੀਂ ਮੰਗਦੀ। ਇਸ ਕਰਕੇ ਇਹ ਜਿਹੜੀ ਪ੍ਰਕਿਰਤੀ ਹੈ, ਇਹਦੇ ਚ ਦੋਸ਼ ਨਹੀਂ ਹੈਗਾ, ਨਿਰਦੋਸ਼ ਹੈ। ਤੇ ਮਹਾਤਮਾ ਬੁੱਧ ਨੂੰ ਜਾ ਕੇ ਉਹਨਾਂ ਕਿਹਾ ਕਿ ਬਈ ਏਦਾਂ ਕਰੋ ਕਿ ਤੁਸੀਂ ਗਿਆਨ ਕਰਾਓ। ਹੁਣ ਜੋ ਤੁਸੀਂ ਜਾਣਿਆ, ਸੱਚ ਨੂੰ ਤੁਸੀਂ ਜਾਣ ਲਿਆ, ਨਿਰਵਿਚਾਰ ਨੂੰ ਜਾਣ ਕੇ ਉਸ ਰੱਬ ਦੇ ਵਿੱਚ ਤੁਸੀਂ ਇੱਕਮਿਕ ਹੋ ਚੁੱਕੇ। ਤੁਸੀਂ ਆਪਣੀ ਯਾਤਰਾ ਪੂਰੀ ਕਰ ਲਈ ਹੈ, ਇਸ ਚੀਜ਼ ਦੇ ਬਾਰੇ ਦੱਸੋ। ਉਹ ਕਹਿੰਦੇ ਕਿ ਦੱਸਾਂ ਕੀ, ਮੈਂ ਜਾਣਿਆ ਤੇ ਕੋਈ ਵੱਖਰੀ ਚੀਜ਼ ਤੇ ਜਾਣੀ ਨਹੀਂ, ਮੈਂ ਆਪਣੇ ਆਪ ਨੂੰ ਜਾਣਿਆ। ਕੋਈ ਵੱਡੀ ਗੱਲ ਤੇ ਹੋਈ ਨਹੀਂ। ਨਹੀਂ ਕਹਿੰਦੇ ਫਿਰ ਵੀ ਤੁਸੀਂ ਦੱਸੋ। ਕਹਿੰਦਾ ਕਿ ਦੱਸਣ ਦੇ ਪਿੱਛੇ ਕੋਈ ਕਾਰਨ ਵੀ ਹੋਣਾ ਚਾਹੀਦਾ ਨਾ, ਮੈਂ ਕੀ ਦੱਸਾਂ। ਕਹਿੰਦੇ ਨਹੀਂ ਤੁਸੀਂ ਦੱਸੋਗੇ ਤੇ ਕਹਿੰਦੇ ਫਿਰ ਜੇ ਮੈਂ ਦੱਸਿਆ ਵੀ, ਜਿਹਨੇ ਨਹੀਂ ਜਾਣਾ, ਆ ਬਾਣੀ ਕਹਿ ਰਹੀ ਉਹ ਬੰਦੇ, ਜਿਹਨੇ ਨਹੀਂ ਜਾਣਾ ਮੇਰੇ ਦੱਸਿਆ ਵੀ ਨਹੀਂ ਜਾਣਾ ਉਹਨੇ, ਤੇ ਜਿਹਨੇ ਜਾਣਾ ਵਾ ਉਹਨੇ ਮੇਰੇ ਦੱਸੇ ਤੋਂ ਬਿਨਾਂ ਵੀ ਚੱਲ ਜਾਣਾ। ਕਹਿੰਦੇ ਪੁਆਇੰਟ ਤੇ ਦੋਨੋਂ ਵੀ ਵੈਲਿਡ ਹੈ। ਤੇ ਉਹ ਕਹਿੰਦੇ ਕੋਈ ਕਾਰਨ ਦੱਸੋ ਤੇ ਫਿਰ ਮੈਂ ਬੋਲਾਂ। ਫਿਰ ਉਹ ਕਹਿੰਦੇ ਸਾਨੂੰ ਥੋੜਾ ਜਿਹਾ ਵਿਚਾਰ ਕਰ ਲੈਣ ਦਿਓ, ਅਸੀਂ ਤੁਹਾਡੇ ਕੋਲ ਕੁਝ ਮਿੰਟ ਬਾਅਦ ਆਉਂਦੇ ਹਾਂ। ਫਿਰ ਕੁਝ ਮਿੰਟ ਬਾਅਦ ਗਏ। ਉਹ ਕਹਿੰਦੇ ਮਹਾਤਮਾ ਬੁੱਧ ਜੀ, ਤੁਸੀਂ ਕੇਵਲ ਉਹਨਾਂ ਲਈ ਬੋਲੋ ਜਿਹੜੇ ਕਿਸੇ ਦਾ ਇੰਤਜ਼ਾਰ ਕਰ ਰਹੇ ਨੇ, ਜਿਹੜੇ ਇਸ ਇੰਤਜ਼ਾਰ 'ਚ ਬੈਠੇ ਨੇ। ਜਦ ਤੱਕ ਉਹਨਾਂ ਨੂੰ ਕੋਈ ਗਾਈਡ ਨਹੀਂ ਕਰੇਗਾ ਉਹ ਨਹੀਂ ਤੁਰ ਸਕਦੇ, ਬਿਲਕੁਲ ਕਿਨਾਰੇ ਤੇ ਗਏ। ਇਸੇ ਲਈ ਬਾਣੀ ਵੇਖੋ, ਬਾਣੀ ਕਿਤੇ ਵੀ ਸਧਾਰਨ ਬੰਦੇ ਨੂੰ ਕਹਿੰਦੀ ਨਹੀਂ ਆ, ਸੰਬੋਧਿਤ ਨਹੀਂ ਕਰਦੀ। ਬਾਣੀ ਸੰਬੋਧਿਤ ਕਰਦੀ ਆ ਸੰਤਾਂ ਨੂੰ, ਸਾਧੂਆਂ ਨੂੰ। ਨਿਜਾ ਸਾਹਿਬ ਨੋਟਿਸ ਕੀਤੀ ਗੱਲ ਆਪਨੇ? ਬਿਲਕੁਲ ਬਿਲਕੁਲ। ਬਾਣੀ ਉਹਨੂੰ ਸੰਬੋਧਿਤ, ਬਾਣੀ ਬਣੀ ਉਹਦੇ ਵਾਸਤੇ ਹੈ ਜਿਹਨੇ ਇਸ ਰਸਤੇ ਤੇ ਤੁਰਨਾ ਹੈ, ਜਿਹਨੇ ਆਤਮਿਕ ਯਾਤਰਾ ਕਰਨੀ ਹੈ।
ਬਾਕੀਆਂ ਦੇ ਵਾਸਤੇ ਥੋੜੀ ਨਾ ਹੈਗੀ। ਹਾਂਜੀ ਵੀਰ ਜੀ। ਹਾਂ, ਕਿਤੇ ਵੀ ਨਹੀਂ। ਇਹ ਵੀ ਨਾ ਸੋਚਿਓ ਕਿ ਅਸਧਾਰਨ ਬੰਦੇ ਨੂੰ ਸਮਝਾਇਆ ਕਿ ਕਰਮ ਕਾਂਡ ਨਾ ਕਰੋ। ਨਹੀਂ 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 ਨਹੀਂ, ਇਹ ਕੇਵਲ ਉਹਨਾਂ ਬੰਦਿਆਂ ਵਾਸਤੇ ਜਿਹੜੇ ਕਾਫੀ ਵੱਡੇ ਲੈਵਲ ਤੇ ਰਸਤੇ ਵੱਲ ਤੁਰ ਰਹੇ ਨੇ। ਕਿਉਂਕਿ ਸਧਾਰਨ ਬੰਦਾ ਥੋੜੀ ਹਟਦਾ ਹੈ ਨਾ। ਸਧਾਰਨ ਬੰਦੇ ਨੂੰ ਕਹਿ ਦੋ ਬਾਣੀ 'ਚ ਲਿਖਿਆ, ਉਹ ਮੰਨਦਾ ਹੈ ਤੁਹਾਡੀਆਂ ਗੱਲਾਂ। ਆਹੀ ਤਾਂ ਕੁਛ ਕਹਿ ਰਹੇ ਆ ਜਿਹੜੀ ਆਪਾਂ ਸ਼ਲੋਕ ਲਿਆ ਗੋਰਖੀ ਸਾਹਿਬ, ਇਹੀ ਤਾਂ ਕਹਿ ਰਿਹਾ ਹੈ। ਕਹਿੰਦੇ ਕਿ ਜਿਹੜਾ ਚੌਣੇ ਨੂੰ ਸੋਨਾ ਪਾ ਦੋ ਤੇ ਉਹਨੇ ਘਾਹ ਖਾਣਾ ਹੈ, ਅੰਨੇ ਨੂੰ ਚਾਨਣ ਰੱਖ ਦੋ ਤੇ ਉਹਨੂੰ ਕੀ ਫਰਕ ਪੈਂਦਾ? ਬੋਲੇ ਨੂੰ ਸਮਝਾ ਲਓ, ਕੀ ਫਾਇਦਾ? ਉਹਨੂੰ ਕੀ ਫਾਇਦਾ ਹੋਣਾ ਭਾਈ? ਕੁੱਤੇ ਨੂੰ ਚੰਦਨ ਲਾ ਦੋ, ਕੀ ਫਰਕ ਪੈਣਾ ਉਹਨੂੰ? ਹਾਂ, ਤੁਸੀਂ ਉੱਥੇ ਸਮਝਾਉਣ ਚੱਲੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਉਹ ਕਹਿੰਦੇ ਕਿੱਥੇ ਲਿਖਿਆ? ਕੁਛ ਨਹੀਂ ਲਿਖਿਆ ਏਦਾਂ ਦਾ। ਕਹਿੰਦੇ ਉੱਥੇ ਸਾਰੇ 1400 ਜਿੰਨੇ ਵੀ ਅੰਗ ਹੈਗੇ ਸਾਰਿਆਂ 'ਚ ਲਿਖਿਆ ਨਾ। ਹਾਂਜੀ, 1430 ਅੰਗਾਂ 'ਚ ਲਿਖਿਆ। ਉਹ ਕਹਿੰਦਾ ਬਈ ਏਦਾਂ ਦਾ ਕੋਈ ਸਾਡੇ ਮਨ 'ਚ ਨਹੀਂ ਹੈਗੀ ਗੱਲਬਾਤ। ਸਾਡੇ ਮਨ 'ਚ ਇੰਨਾ ਹੀ ਕਿ ਇੱਦਾਂ ਦਾ ਕਰਨਾ ਹੈ ਬਸ, ਜੋ ਹੀ ਕਰ ਰਹੇ ਹਾਂ। ਪਾਣੀ ਉਹ ਕਹਿੰਦੇ ਨੇ ਕੁੱਤੇ ਨੂੰ, ਕੁੱਤੇ ਨੂੰ ਚੰਦਨ ਲਾ ਦੋ, ਉਹਨੂੰ ਕੀ ਪਤਾ ਹੈ? ਉਹਦਾ ਨੇਚਰ ਨਹੀਂ ਪਤਾ। ਕੁਝ ਕਰਨਾ ਹੈ ਜੋ ਇਹਦਾ ਮਤਲਬ ਬਾਣੀ ਪੜ੍ਹ ਕੇ ਸਾਰੇ ਥੋੜੀ ਇਹ ਤੋਂ ਫਾਇਦਾ ਉਠਾ ਸਕਦੇ ਆ ਨਾ। ਜਿਹੜਾ ਸਧਾਰਨ ਬੁੱਧੀ ਵਾਲਾ ਉਹਨੇ ਬਾਣੀ ਪੜ੍ਹ ਕੇ ਵੀ ਕੰਮ ਉਹਨੇ ਉਹੀ ਕਰਨੇ ਆ, ਉਲਟੇ ਹੀ। ਬਾਣੀ ਦਾ ਮਤਲਬ ਇਹੋ ਹੀ ਆ ਕਿ ਜੇ ਕੁੱਤੇ ਨੂੰ ਤੁਸੀਂ ਚੰਦਨ ਲਾ ਦੋਗੇ ਤੇ ਉਹ ਕੋਈ ਬ੍ਰਹਮ ਗਿਆਨੀ ਨਹੀਂ ਹੋ ਚੱਲਿਆ, ਉਹਨੇ ਕੰਮ ਉਲਟੇ ਪੁਲਟੇ ਕਰਨੇ ਆ। ਬਿਲਕੁਲ। ਇਸੇ ਲਈ ਬਾਣੀ ਚੰਦਨ ਤੋਂ ਭਾਵ ਤੁਸੀਂ ਬਾਣੀ ਜਿੰਨੀ ਮਰਜ਼ੀ ਨੂੰ ਪੜ੍ਹਾ ਲਓ, ਜਿੰਨੇ ਮਰਜ਼ੀ ਖੰਡ ਪੜ੍ਹ ਕਰੀ ਜਾਵੇ, ਪਰ ਉਹਨੇ ਕੰਮ ਉਹ ਕਰਨਾ ਵਾ ਜਿਹੜਾ ਉਹਦਾ ਮਨ ਉਹਨੂੰ ਕਹਿੰਦਾ, ਜੋ ਉਹਦੀ ਬੁੱਧੀ ਕਹਿੰਦੀ ਹੈ। ਬਿਲਕੁਲ। ਉਹਨੇ ਬਾਣੀ ਨੂੰ ਇਗਨੋਰ ਕਰ ਦੇਣਾ। ਕਿਉਂ ਕਰ ਦੇਣਾ? ਬਾਣੀ ਫਿਰ ਜਿਹੜੇ ਸੰਤਾਂ ਦੇ ਬੋਲ ਫਿਰ ਗਲਤ ਹੋ ਜਾਣਗੇ। ਇਸ ਕਰਕੇ ਸਾਨੂੰ ਸਮਝਾ ਰਹੇ, ਕਹਿੰਦੇ ਕਿ ਅੰਨੇ ਦੇ ਗਾੜੀ ਜਿੰਨਾ ਮਰਜ਼ੀ ਚਾਨਣ ਪੈਦਾ ਕਰ ਦੋ, ਉਹਦੇ ਗਾੜੀ ਕਹੋਗੇ ਉਹਨੂੰ ਸੂਰਜ ਹੈਗਾ, ਉਹਨੂੰ ਯਕੀਨ ਹੀ ਨਹੀਂ। ਕਿਉਂਕਿ ਕੋਈ ਵੇਖਣ ਵਾਸਤੇ ਅੱਖਾਂ ਨਹੀਂ ਹੈਗੀਆਂ, ਔਰ ਕੋਈ ਬੁੱਧੀ ਨਹੀਂ ਹੈਗੀ। ਏਦਾਂ ਦੀ ਬੁੱਧੀ ਨਹੀਂ ਹੈਗੀ ਜਿਹੜੀ ਉਹਨੂੰ ਸੱਚ ਦਿਖਾ ਸਕੇ। ਇਸੇ ਕਰਕੇ ਬਾਣੀ ਸਾਨੂੰ ਸਮਝਾ ਰਹੀ। ਹਾਂਜੀ ਨਿਜਰ ਸਾਹਿਬ। ਹਾਂ, ਕਹਿੰਦੇ ਸਾਰੇ ਦੇ ਸਾਰੇ ਜਿਹੜੇ ਦੱਸੇ ਆ, ਦੇਖ ਲਓ, ਮੂਰਖ ਦੇ ਗੁਣ ਦੱਸੇ ਹੋਏ ਆ। ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਉਹਨੇ ਜਿਹੜੀ ਵਿਨਾਸ਼ ਵਾਲੀ ਹੀ ਗੱਲ ਕਰਨੀ ਆ, ਉਹਨੇ ਮਾਇਆ ਦੀ ਹੀ ਗੱਲ ਕਰਨੀ ਆ, ਉਹਨੇ ਸਵਾਦਾਂ ਦੀ ਹੀ ਗੱਲ ਕਰਨੀ ਆ। ਤੇ ਅੱਗੇ ਜਿਹੜੀ ਹੈਗੀ ਫਿਰ ਮਹੱਲੇ ਪਹਿਲੇ ਦਾ ਜਿਹੜਾ ਸ਼ਲੋਕ ਆ ਗਿਆ, ਕਹਿੰਦੇ ਹੁਣ ਜਿਹੜਾ ਹੈਗਾ ਦੇਖੋ, ਜਿਹਦੇ ਅੰਦਰ ਇੱਛਾ ਹੋਏਗੀ ਨਾ, ਜੇ ਇੱਛਾ ਹੈਗੀ ਆਪਣੇ ਅੰਦਰ, ਤੇ ਆਪਾਂ ਜਿਹੜੇ ਹੈਗੇ ਨੈਗੇਟਿਵ, ਕਿੰਨਾ ਮਰਜ਼ੀ ਨੈਗੇਟਿਵ ਹੋਏ, ਕਿੰਨਾ ਮਰਜ਼ੀ ਜਿਹੜਾ ਹੈਗਾ, ਕਿੰਨੇ ਮਰਜ਼ੀ ਉਹਦੇ ਅੰਦਰ ਅਵਗੁਣ ਹੋਣ, ਕਿੰਨਾ ਮਰਜ਼ੀ ਬੈਕਲਾਗ ਹੋਵੇ, ਕਿੰਨੇ ਮਰਜ਼ੀ ਉਹਦੇ ਜਿਹੜੇ ਸੰਸਕਾਰ ਹੋਣ, ਕਹਿੰਦੇ ਉਹ ਚੇਂਜ ਹੋ ਜਾਏਗਾ। ਆਹ ਹੁਣ ਤਰੀਕਾ ਦੱਸ ਰਹੇ ਮਹਾਰਾਜ। ਜੇ ਉਹਦੇ ਅੰਦਰ ਇੱਛਾ ਹੈਗੀ ਤੇ ਮਹੱਲਾ ਪਹਿਲਾ, ਕਹਿਆ ਚੰਦਨ ਟੁੱਟੈ ਸਾਰ, ਕਹਿਆ ਕੰਚਨ ਟੁੱਟੈ ਸਾਰ। ਇਹ ਤਿੰਨ ਚੀਜ਼ਾਂ ਲਈਆਂ ਇਹਦੇ ਵਿੱਚ। ਕਹਿਆ ਲਿਆ। ਕਹਿਆ ਜਿਹੜਾ ਹੈਗੇ ਹੁੰਦਾ ਸੀਗਾ ਤਾਂਬਾ ਤੇ ਪਿੱਤਲ ਵਗੈਰਾ ਮਿਲਾ ਕੇ, ਕਹਿਆ ਦੇ ਛੰਨਾ ਹੁੰਦਾ ਸੀ ਲੱਸੀ ਪੀਣ ਵਾਸਤੇ, ਉਹਨੂੰ ਜਿੰਨਾ ਮਰਜ਼ੀ ਰਗੜੋ ਹੱਥ ਕਾਲਾ ਹੀ ਹੋ ਜਾਂਦਾ ਸੀ, ਚਮਕਦਾ ਬਹੁਤ ਸੀਗਾ। ਤੇ ਕੰਚਨ ਕਹਿੰਦੇ ਸੋਨਾ, ਤੇ ਸਾਰ ਕਹਿੰਦੇ ਲੋਹਾ। ਸਾਰ ਜਿਹੜਾ ਗੁਰਬਾਣੀ ਚ ਆਉਂਦਾ ਹੈ, ਸਾਰ ਦਾ ਮਤਲਬ ਤੱਤ ਸਾਰ ਵੀ ਹੁੰਦਾ ਹੈ, ਸਾਰ ਦਾ ਮਤਲਬ ਲੋਹਾ ਵੀ ਹੁੰਦਾ ਹੈ। ਕਹਿੰਦੇ ਜੇ ਤਿੰਨ ਚੀਜ਼ਾਂ ਟੁੱਟ ਜਾਣ, ਸੋਨਾ ਤੇ ਪਿੱਤਲ ਵਗੈਰਾ ਕਹਿਆ ਤੇ ਲੋਹਾ, ਅਗਨੀ ਗੰਢ ਪਾਏ ਲੋਹਾਰ। ਕਹਿੰਦੇ ਲੋਹਾਰ ਕਹਿ ਲਓ, ਸੁਨਾਰ ਕਹਿ ਲਓ, ਇਹਨਾਂ ਨੇ ਅੱਗ ਦੇ ਨਾਲ ਉਹਨੂੰ ਗਰਮ ਕਰਨਾ ਹੈ, ਔਰ ਉਹਦੇ ਉੱਤੇ ਪਿਘਲਾ ਕੇ ਜਿਹੜਾ ਹੈਗਾ ਟਾਂਕਾ ਲਗਾ ਦੇਣਾ, ਗੰਢ ਪਾ ਦੇਣੀ ਉਹਦੀ। ਗੋਰੀ ਸੇਤੀ ਟੁੱਟੇ ਪਤਾਰ। ਜੇ ਵਹੁਟੀ ਦੇ ਨਾਲ ਜਿਹੜਾ ਬੰਦਾ ਜਿਹੜਾ ਹੈਗਾ ਉਹਨਾਂ ਦੀ ਟੁੱਟ ਜਾਏ, ਪੁੱਤੀ ਗੰਢ ਪਵੈ ਸੰਸਾਰ। ਉਹਦੀ ਔਲਾਦ ਜਿਹੜੀ ਹੈਗੀ, ਔਲਾਦ ਦੇ ਕਾਰਨ ਫਿਰ ਜਿਹੜੇ ਆ ਉਹ ਪੈਚਅਪ ਕਰ ਲੈਂਦੇ ਆ, ਗੰਢ ਪੈ ਜਾਂਦੀ ਆ ਉਹਨਾਂ ਦੀ। ਰਾਜਾ ਮੰਗੈ ਦਿੱਤੇ ਗੰਢ ਪਾਏ। ਜਿਹੜਾ ਰਾਜਾ ਹੈਗਾ, ਹੁਣ ਦੇਖ ਲਓ ਗੌਰਮੈਂਟ ਹੈਗੀ ਆ, ਜੇ ਟੈਕਸ ਜਿਹੜਾ ਹੈਗਾ ਮੰਗਦੀ ਹੈ, ਟੈਕਸ ਨਾ ਦੇਵਾਂਗੇ ਤੇ ਜੇਲ੍ਹ 'ਚ ਕਰ ਦਿੰਦੇ ਆ ਅਗਲੇ। ਰਾਜਾ ਮੰਗੈ ਦਿੱਤੇ ਗੰਢ ਪਾਏ। ਜਿਹੜੇ ਟੈਕਸ ਦੇਵਾਂਗੇ ਰਾਜੇ ਨੂੰ, ਤੇ ਆਪਾਂ ਨੂੰ ਰਾਜੇ ਦੇ ਨਾਲ ਪ੍ਰਜਾ ਔਰ ਰਾਜਾ ਦੋਨੋਂ ਆਪਾਂ ਸੁਖੀ ਰਹਿ ਸਕਦੇ ਹਾਂ। ਭੁੱਖਿਆਂ ਗੰਢ ਪਵੇ ਜਾਂ ਖਾਏ। ਭੁੱਖਾ ਜਿਹੜਾ ਹੈਗਾ, ਜਦ ਢਿੱਡ 'ਚ ਰੋਟੀ ਜਾਊਗੀ ਤਾਂ ਹੀ ਉਹਦੀ ਗੰਢ ਪੈਂਦੀ ਹੈ ਸਰੀਰ ਦੇ ਨਾਲ ਪਾਈ, ਤਾਂ ਹੀ ਸਰੀਰ ਤੋਂ ਕੁਛ ਕੰਮ ਲੈ ਸਕਦਾ। ਕਾਲਾ ਗੰਢ ਨਦੀਆਂ ਮੀਂਹ ਝੋਲ। ਕਹਿੰਦੇ ਕਾਲ ਆ ਗਿਆ, ਹੁਣ ਕੁਛ ਫਸਲ ਨਹੀਂ ਪੈਦਾ ਹੋ ਰਹੀ, ਇੰਨੀ ਤਪਸ਼, ਇੰਨੀ ਮਿੱਟੀ ਜਿਹੜੀ ਹੈਗੀ, ਤਰੇੜਾਂ ਪੈ ਗਈਆਂ। ਕਹਿੰਦੇ ਨਦੀਆਂ ਦੇ ਵਿੱਚ ਜਿਹੜਾ ਹੈਗਾ ਮੀਂਹ ਪੈ ਜੇ, ਪੂਰਾ ਹਮਾ ਕੇ ਆ ਜਾਏ ਮੀਂਹ, ਤੇ ਸਾਰਾ ਦਾ ਸਾਰਾ ਕਾਲ ਜਿਹੜਾ ਹੈਗਾ ਠੱਲ ਹੋ ਜਾਏਗੀ, ਕਾਲ ਨੂੰ ਵੀ। ਗੰਢ ਪਰੀਤੀ ਮਿੱਠੇ ਬੋਲ। ਕਹਿੰਦੇ ਕਿਸੇ ਦੇ ਨਾਲ ਜਿਹੜਾ ਹੈਗਾ ਲੜਾਈ ਝਗੜਾ ਹੋਇਆ ਆ,
ਉਹਦੇ ਨਾਲ ਪ੍ਰੀਤ ਦੇ ਨਾਲ ਮਿੱਠੇ ਬੋਲ ਬੋਲ ਲਓ, ਗੰਢ ਪੈ ਜਾਏਗੀ। ਵੇਦਾਂ ਗੰਢ ਬੋਲੇ ਸੱਚ ਕੋਏ, ਵੇਦਾਂ ਦੇ ਨਾਲ ਜਿਹੜਾ ਹੈਗਾ ਉਹਦੀ ਗੰਢ ਜਿਹੜੀ ਪਰਮਾਤਮਾ ਦੇ ਨਾਲ ਪੈ ਸਕਦੀ ਆ। ਇਹਦੇ ਨਾਲ ਜਿਹੜਾ ਹੈਗਾ ਜੇ ਸੱਚ ਕੋਈ ਬੋਲਦਾ ਹੈ, ਸੱਚ ਦੇ ਉੱਤੇ ਸੱਚ, ਜੇ ਸੱਚ ਦਾ ਧਾਰਨੀ ਹੁੰਦਾ ਹੈ ਤੇ ਵੇਦ ਜਿਹੜੇ ਹੈਗੇ, ਗਿਆਨ ਜਿਹੜਾ ਹੈਗਾ ਗੰਢ ਪਾ ਦਿੰਦਾ ਹੈ। ਮੂੰਹਾਂ ਗੰਢ ਨੇਕੀ ਸੱਤ ਹੋਏ, ਜੇ ਕੋਈ ਮਰ ਗਿਆ ਬੰਦਾ ਜਿਹੜਾ ਹੈਗਾ ਉਹਨੂੰ ਗੰਢ ਜਿਹੜਾ ਹੈਗਾ ਉਹਨੂੰ ਦੁਨੀਆ ਯਾਦ ਕਰਦੀ ਆ, ਤਾਂ ਯਾਦ ਕਰਦੀ ਆ ਜੇ ਉਹਦਾ ਸੱਚਾ ਆਚਰਣ ਹੈ, ਸੱਤ ਦੇ ਉੱਤੇ ਹੈਗਾ, ਦਾਨ ਕਰਦਾ ਹੈ। ਸੱਤ ਦਾ ਮਤਲਬ ਹੁੰਦਾ ਹੈ ਦਾਨ। ਸਤੀਆਂ ਜਿਹੜੀਆਂ ਹੈਗੀਆਂ ਸਤੀਆਂ ਜਿਹੜੀਆਂ ਇਹ ਜਿਹੜੀਆਂ ਦਾਨ ਕਰਦੀਆਂ ਹੈ, ਇਹ ਨੇਕੀ ਸੱਤ ਹੋਏ, ਮੂੰਹਾਂ ਗੰਢ ਨੇਕੀ, ਜਿਹੜੀ ਨੇਕ ਕੰਮ ਕੀਤੇ ਉਹਨੇ, ਦਾਨ ਕੀਤਾ ਹੈ ਤੇ ਜਿਹੜੀ ਦੁਨੀਆ ਉਹਨੂੰ ਯਾਦ ਕਰਦੀ ਹੈ। ਮਰਨ ਤੋਂ ਬਾਅਦ ਵੀ ਉਹਦੀ ਗੰਢ ਰਹਿੰਦੀ ਹੈ ਦੁਨੀਆ ਦੇ ਵਿੱਚ, ਉਹਨੂੰ ਯਾਦ ਕੀਤਾ ਜਾਂਦਾ ਹੈ। ਏਤ ਗੰਢ ਵਰਤੈ ਸੰਸਾਰ, ਆਹ ਸੰਸਾਰ ਆ, ਇਹ ਇਸ ਤਰੀਕੇ ਦੇ ਨਾਲ ਸੰਸਾਰ ਦੇ ਜਿਹੜੀ ਹੈਗੀ ਖੇਡ ਜਿਹੜੀ ਚੱਲਦੀ ਹੈਗੀ ਭਾਈ। ਇੱਕ ਜਿਹੜੀ ਹੋਰ ਗੱਲ ਹੈਗੀ, ਮੂਰਖ ਗੰਢ ਪਵੈ ਮੂੰਹ ਮਾਰ, ਜਿਹੜਾ ਮੂਰਖ ਬੰਦਾ ਹੁੰਦਾ ਆ ਉਹਨੇ ਨਹੀਂ ਹਟਣਾ ਜਦ ਤੱਕ ਕਿ ਉਹਦੇ ਮੂੰਹ ਦੇ ਉੱਤੇ ਥੱਪੜਾ ਨਹੀਂ ਪੈਂਦਾ, ਤਦ ਤੱਕ, ਜਦ ਤੱਕ ਉਹਨੂੰ ਮਾਰ ਨਹੀਂ ਪੈਂਦੀ ਤਦ ਤੱਕ ਉਹਨੇ ਹਟਣਾ ਨਹੀਂ ਆਪਣੀ ਮੂਰਖਤਾ ਦੇ ਉੱਤੋਂ। ਨਾਨਕ ਆਖੈ ਇਹ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਆਖਰੀ ਦੇ ਵਿੱਚ ਮਹਾਰਾਜ ਕਹਿੰਦੇ ਆ, ਵਿਚਾਰ ਦੇ ਰਹੇ ਆ ਕਿ ਪਰਮਾਤਮਾ ਦੀ ਸਿਫਤ ਦੇ ਨਾਲ ਉਸ ਮਾਲਕ ਪਰਮਾਤਮਾ ਦੇ ਦਰਬਾਰ ਦੇ ਵਿੱਚ ਗੰਢ ਪੈਂਦੀ ਹੈ। ਇਨਸਾਨ ਦਾ ਮਾਲਕ ਦਾ ਔਰ ਜਿਹੜਾ ਜੀਵ ਦਾ ਔਰ ਪਰਮਾਤਮਾ ਦਾ ਜਿਹੜਾ ਰਿਸ਼ਤਾ ਬਣਦਾ ਹੈ। ਹਾਂਜੀ ਵੀਰ ਜੀ। ਠੀਕ ਹੈ ਜੀ। ਹੁਣ ਸਾਧ ਸੰਗਤ ਜੀ, ਬਾਣੀ ਜੀ ਉਹ ਕਹਿ ਰਹੀ ਹੈ ਕਿ ਜਿਹੜਾ ਬੰਦਾ ਮੂਰਖ ਹੈ ਨਾ, ਉਹ ਜਦ ਤੱਕ ਉਹਨੂੰ ਕੋਈ ਰੋਕਦਾ ਨਹੀਂ ਉਹ ਹਟਦਾ ਨਹੀਂ, ਉਹ ਮੂਰਖਤਾ ਹੀ ਕਰੀ ਜਾਂਦਾ। ਕਿਉਂਕਿ ਉਹਨੂੰ ਕਿਸੇ ਨੇ ਰੋਕਿਆ ਨਹੀਂ ਰੋਕਿਆ ਤੇ ਉਹ ਗਲਤ ਨੂੰ ਹੀ ਸਹੀ ਸਮਝ ਲੈਂਦਾ। ਤੇ ਬਾਣੀ ਕਹਿੰਦੀ ਉਹਨੂੰ ਜਦੋਂ ਕੋਈ ਟੱਕਰਦਾ ਹੈ ਉਸ ਤੋਂ ਬਾਅਦ ਹੀ ਉਹਦਾ ਦਿਮਾਗ ਦਾ ਜਿਹੜਾ ਨਾ ਉਹਦਾ ਪਾਰਾ ਡਾਊਨ ਹੁੰਦਾ ਨਾ, ਥੋੜੀ ਅਕਲ ਆਉਂਦੀ ਹੈ। ਕਈ ਵਾਰੀ ਨਾ ਬੰਦੇ ਨੂੰ ਅਕਲ ਹੀ ਨਹੀਂ ਹੁੰਦੀ ਕਿ ਮੈਂ ਕੀ ਕਰ ਰਿਹਾ, ਉਹ ਸਹੀ ਹੈ ਜਾਂ ਗਲਤ, ਜਿੰਨਾ ਚਿਰ ਤੱਕ ਨਿੱਜਰ ਸਾਹਿਬ ਟਾਈਮ ਨਹੀਂ ਆਉਂਦਾ। ਤੇ ਹੁਣ ਇਹ ਬਾਣੀ ਆਪਾਂ ਨੂੰ ਇਹ ਸਮਝਾ ਰਹੀ, ਕਹਿੰਦੇ ਕਿ ਨਾਨਕ ਆਖੇ ਇਹ ਵਿਚਾਰ, ਸਿਫਤ ਗੰਢ ਪਵੇ, ਸਿਫਤੀ ਗੰਢ ਪਵੇ ਦਰਬਾਰ। ਤੇ ਕਹਿੰਦੇ ਕਿ ਨਾਨਕ ਜੀ ਕਹਿ ਰਹੇ ਨੇ ਕਿ ਇਹ ਜਿਹੜੀ ਵਿਚਾਰ ਕਰਕੇ ਸਮਝਾ ਰਹੇ ਨੇ ਕਿ ਪਰਮਾਤਮਾ ਦੇ ਜਿਹੜੇ ਦਰਬਾਰ ਚ ਜਿੰਨਾ ਚਿਰ ਆਪਾਂ ਜਾਂਦੇ ਨਹੀਂ ਉਹਨਾਂ ਚਿਰ ਗੰਢ ਵੱਜਦੀ ਨਹੀਂ ਹੈ। ਸਿਫਤ ਦੇ ਨਾਲ ਹੀ ਗੰਢ ਵੱਜਦੀ ਹੈ, ਧਿਆਨ ਸਿਮਰਨ ਦੇ ਨਾਲ ਗੰਢ ਬਣਦੀ ਆ। ਹਾਂ, ਹੁਣ ਸਿਫਤ ਦਾ ਮਤਲਬ ਇੱਥੇ ਉਹ ਪਰਮਾਤਮਾ ਨੂੰ ਕੋਈ ਤਾਰੀਫ ਦੀ ਲੋੜ ਤੇ ਹੈ ਨਹੀਂ। ਤਾਰੀਫ ਦਾ ਮਤਲਬ ਇੱਥੇ ਭਗਤੀ ਹੀ ਹੈ, ਭਗਤੀ ਹੈ। ਔਰ ਗੰਢ ਜਿਹੜੀ ਹੈਗੀ ਆਪਣੀ ਮਾਇਆ ਦੇ ਨਾਲ ਬੰਨੀ ਹੋਈ ਆ, ਉਹ ਟੁੱਟਣੀ ਹੈ, ਇੱਧਰ ਵੱਜ ਜਾਣੀ ਆਪਣੇ ਆਪ। ਬਸ ਉਧਰੋਂ ਤੋੜਨ ਦੀ ਗੱਲ ਆ, ਉਧਰੋਂ ਟੁੱਟੂਗੀ ਤਾਂ ਜੇ ਆਪਾਂ ਜਿਹੜੇ ਵਿਚਾਰਾਂ ਦੇ ਉੱਤੇ ਕਾਬੂ ਕਰਾਂਗੇ ਤੇ। ਹਾਂਜੀ ਵੀਰ ਜੀ। ਹਾਂ ਬਿਲਕੁਲ ਸਹੀ ਆ। ਔਰ ਵਿਚਾਰ ਕਿੱਥੇ ਰੁਕਣੇ ਨੇ? ਉਹ ਕਹਿੰਦੇ ਨੇ ਕਿ ਜਿਹੜੀ ਚੱਕੀ ਦੀ ਕਿੱਲੀ ਹੈਗੀ ਆ ਉੱਥੇ ਸੈਂਟਰ, ਬਿਲਕੁਲ ਨਾ ਅੱਗੇ ਨਾ ਪਿੱਛੇ, ਉੱਥੇ ਦਾਣੇ ਬਚ ਜਾਂਦੇ। ਉਸੇ ਤਰ੍ਹਾਂ ਕਹਿੰਦੇ ਕਿ ਤੁਸੀਂ ਵੀ ਜਦੋਂ ਪਹੁੰਚ ਜਾਓਗੇ ਤੇ ਤੁਸੀਂ ਇਸ ਭਵ ਸਾਗਰ ਤੋਂ ਅੱਗੇ ਲੰਘ ਜਾਓਗੇ, ਪਾਰ ਲੰਘ ਜਾਓਗੇ। ਠੀਕ ਹੈ ਜੀ। ਉਹੀ ਸਹਿਜ ਅਵਸਥਾ ਹੈ। ਸਹਿਜ ਅਵਸਥਾ ਸੈਂਟਰ, ਬਿਲਕੁਲ। ਰਾਮਾਨੰਦ ਜੀ ਉਹ ਕਹਿੰਦੇ ਨੇ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਇਓ ਭੰਗ। ਹਾਂ, ਉਹ ਸਭ ਉਹ ਗੱਲਾਂ ਕਿ ਹੁਣ ਉਹ ਕਿੱਲੀ ਵਾਲੀ ਜਗ੍ਹਾ ਤੇ ਪਹੁੰਚ ਗਿਆ, ਕਿੱਥੇ ਜਾਣਾ ਹੁਣ? ਜਿੱਥੇ ਜਾਣਾ ਉੱਥੇ ਮੈਂ ਪਹੁੰਚ ਗਿਆ। ਇੱਕ ਚੀਜ਼ ਮੇਰੀ ਗੱਲ ਯਾਦ ਰੱਖਿਓ, ਜੇ ਤੁਸੀਂ ਉੱਥੇ ਪਹੁੰਚ ਗਏ ਨਾ, ਫਿਰ ਵੇਖਿਓ ਸਾਡੇ ਬਾਹਰ ਤੇ ਧਾਰਮਿਕ ਸਥਾਨਾਂ ਤੇ ਜਾਂਦੇ ਜਨ, ਉੱਥੇ ਤੇ ਜਾਣਾ ਬੰਦ ਕਰ ਦੇਣਾ। ਸੱਚ ਹੈ। ਕਿਉਂ? ਤੇ ਕਹੋਗੇ ਕੀ ਹੋ ਗਿਆ? ਪਹਿਲੇ ਮੈਂ ਜਾਣਾ ਹੁੰਦਾ, ਹੁਣ ਨਹੀਂ, ਜਾਣ ਨੂੰ ਦਿਲ ਨਹੀਂ ਕਰਦਾ। ਇਹ ਰਾਮਾਨੰਦ ਦੀ ਗੱਲ ਤੁਹਾਨੂੰ ਉਦੋਂ ਮੇਰੀ ਸਮਝ ਆਊਗੀ, ਪੱਕੀ ਗਰੰਟੀ ਹੈ। ਚਲੇ ਜਾਇਓ, ਕੋਈ ਮਾੜੀ ਚੀਜ਼ ਨਹੀਂ ਆ,
ਪਰ ਜਿਹੜਾ ਤੁਸੀਂ ਪਹਿਲਾਂ ਜਾਂਦੇ ਸੀ ਨਾ ਉਹ ਜਾਣਾ ਸਲੋ ਹੋ ਜਾਣਾ। ਕਿਉਂ? ਆਤਮਾ ਨੇ ਆਟੋਮੈਟਿਕਲੀ ਤੁਹਾਨੂੰ ਤੋੜ ਦੇਣਾ ਉੱਥੋਂ। ਜਿਹੜੀ ਚੀਜ਼ ਚਾਹੁੰਦੇ ਆ ਆਪਾਂ, ਜਿਹੜੀ ਉੱਥੇ ਮਿਲਣੀ ਹੈਗੀ, ਉਹ ਤਾਂ ਮਿਲ ਰਹੀ ਆ ਨਾ ਗੁਰਕੀ ਸਾਹਿਬ, ਉਹ ਤਾਂ ਚੀਜ਼ ਪ੍ਰਾਪਤ ਹੋ ਰਹੀ ਹੈ। ਇਹ ਬੜੀ ਮੇਰਾ ਮਨ ਨਹੀਂ ਕਰਦਾ ਕਹਿਣ ਨੂੰ। ਉਹ ਰਮਨ ਸਹੀ ਕਹਿੰਦੇ ਆ, ਕਿੱਥੇ ਜਾਈਏ ਰੇ ਕਰ ਲਾਗੋ ਰੰਗ। ਉਹ ਇਹ ਨਹੀਂ ਕਹਿੰਦੇ ਕਿ ਮੈਂ ਕਿੱਥੇ ਜਾਵਾਂ, ਉਹ ਕਹਿੰਦੇ ਮੈਂ ਕਿੱਥੇ ਜਾਵਾਂ ਹੁਣ। ਅੰਦਰ ਹੀ ਤਾਂ ਜਾਣਾ ਸੀਗਾ। ਜਦ ਅੰਦਰ ਚੱਲ ਪਏ ਤੇ ਬਸ ਇਸੇ ਵਾਸਤੇ ਤਾਂ ਉੱਥੇ ਜਾਣਾ ਸੀਗਾ, ਇਹੀ ਕੰਮ ਤਾਂ ਕਰਨਾ ਸੀਗਾ। ਅਲਟੀਮੇਟ ਤਾਂ ਆਹੀ ਹੈ ਸਾਰਾ ਕੁਝ। ਹਾਂ, ਜੇ ਤੁਸੀਂ ਆਤਮਾ ਦੇ ਲਾਗੇ ਚੱਲ ਗਏ ਨਾ, ਬਾਹਰਲੀ ਬ੍ਰੇਕ ਵੱਜ ਜਾਣੀ ਹੈ। ਫਿਰ ਉਹ ਸਭ ਕੁਝ ਆਟੋਮੈਟਿਕਲੀ ਜਿਹੜਾ ਗਲਤ ਹੈ ਨਾ ਤੁਹਾਡੇ ਹੱਥ 'ਚ, ਉਹ ਛੁੱਟਣਾ ਜ਼ਰੂਰੀ ਹੈ ਵੀਰ ਜੀ। ਉਹ ਹਾਂਜੀ ਵੀਰ ਜੀ, ਤੁਹਾਡੀ ਗੱਲ 100% ਠੀਕ ਹੈ। ਜਿਹੜੀ ਤੁਸੀਂ ਕਹੀ ਆ ਬਿਲਕੁਲ ਸਹੀ ਹੈ। 16 ਆਨੇ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ। ਹਾਂ, ਉਹ ਚੀਜ਼ਾਂ ਬੜੀਆਂ। ਇੱਥੇ ਮੇਰੇ ਲਾਗੇ ਕਿੰਨੇ ਗੁਰਦੁਆਰੇ ਹੈਗੇ ਆ, ਧੱਕੇ ਧੁੱਕੇ ਨਾਲ ਭਾਵੇਂ ਘਰ ਦੇ ਲੈ ਜਾਣ। ਮੈਂ ਨਹੀਂ ਕਹਿੰਦਾ ਕਿ ਨਹੀਂ ਜਾਣਾ ਚਾਹੁੰਦਾ, ਮੈਂ ਜਾਣਾ ਚਾਹੁੰਦਾ, ਪਰ ਅੰਦਰ ਇੱਛਾ ਨਹੀਂ ਪ੍ਰਗਟ ਹੁੰਦੀ। ਰਾਮਾਨੰਦ ਜੀ ਦੀ ਗੱਲ ਹੈ ਨਾ, ਉਹ ਬਿਲਕੁਲ ਸਹੀ ਆ। ਉਹ ਕਿਹਨੂੰ ਕਹਿ ਰਹੇ ਨੇ? ਉਹ ਮੰਦਿਰਾਂ ਨੂੰ ਹੀ ਕਹਿ ਰਹੇ ਨੇ। ਉਹ ਕਿਹਨੂੰ ਕਹਿ ਰਹੇ ਨੇ? ਕਿੱਥੇ ਜਾਈਏ ਰੇ ਕਰ ਲਾਗੋ ਰੰਗ। ਮੈਂ ਕਿੱਥੇ ਜਾਵਾਂ? ਘਰੇ ਲੱਗ ਗਿਆ ਰੰਗ। ਮੈਂ ਜਿੱਥੇ ਜਾਣਾ ਮੈਂ ਪਹੁੰਚ ਗਿਆ, ਹੁਣ ਮੈਂ ਕਿੱਥੇ ਜਾਵਾਂ? ਕਬੀਰ ਸਾਹਿਬ ਕਹਿੰਦੇ ਕਿ ਮੈਂ ਗਿਆ ਉੱਥੇ। ਉਹ ਕਹਿੰਦੇ ਨਾ, ਕਹਿੰਦੇ ਤੂੰ ਮੱਕੇ ਗਿਆ। ਕਬੀਰ ਸਾਹਿਬ ਦੱਸੋ, ਗੁਰੂ ਨਾਨਕ ਪਾਤਸ਼ਾਹ ਕਿਹਾ ਵਾ ਕਿ ਮੈਂ ਫਲਾਣੇ ਤੀਰਥ ਸਥਾਨ ਤੇ ਗਿਆ? ਦੱਸੋ, ਮੇਰੇ ਬਾਣੀ ਚ ਪੜਿਆ ਮੇਜਰ ਸਾਹਿਬ ਕਿਸੇ ਗੁਰੂ ਨੇ ਕਿਹਾ? ਨਾ, ਬਿਲਕੁਲ ਨਹੀਂ ਕਿਹਾ। ਨਾ ਕਰਨ ਵਾਸਤੇ ਕਿਹਾ ਤੇ ਨਾ ਜਾਣ ਵਾਸਤੇ ਕਿਹਾ ਹੈ। ਰੋਕਿਆ ਜ਼ਰੂਰ ਹੈਗਾ। ਕਹਿੰਦੇ ਤੇਰੇ ਅੰਦਰ ਤੀਰਥ ਹੈਗਾ, ਰੋਜ਼ ਜਾਣਾ ਹੈ ਤੂੰ ਤੀਰਥ ਤੇ, ਅੰਦਰ ਵਾਲੇ ਤੀਰਥ ਤੇ ਰੋਜ਼ ਜਾਣਾ ਹੈ। ਬੀਜੀ ਵਾਈ ਖਾਲਸਾ ਜੀ। ਹਾਂਜੀ ਕਿਆ ਕਰਦੇ ਕਿਆ ਕਰਮਾ ਕਰੋ ਰਾਮ ਦੇ ਹੋਏ। ਹਾਂ, ਸਹੀ ਹੈ। ਤੇ ਉਹ ਗੱਲ ਤੇ ਨਹੀਂ, ਜਾਣ ਦੀ ਕੋਈ ਪ੍ਰੋਬਲਮ ਨਹੀਂ। ਜਾਓ ਜਿੱਥੇ ਮਰਜ਼ੀ ਜਾਓ, ਮੈਂ ਮਨਾ ਥੋੜੀ ਕਰਦਾ। ਪਰ ਜੇ ਤੁਸੀਂ ਅੰਦਰ ਕਿਤੇ ਥੋੜਾ ਬਹੁਤ ਸਹੀ ਕਹਿ ਰਹੇ ਹੋ ਆਪ। ਹੁਣ ਜਾਣ ਨੂੰ ਕਿਤੇ ਜੀ ਨਹੀਂ ਕਰ ਰਿਹਾ, ਪਰ ਜਿਹੜਾ ਹੁਣ ਆਪਾਂ ਮਾਇਆ ਦੇ ਵਿੱਚ ਰਹਿ ਰਹੇ ਹਾਂ ਕੰਮ ਕਰ, ਇਹ 'ਚ ਇੰਨੀ ਖਿੱਚ ਬਣੀ ਜਾਂਦੀ ਹੈ, ਪਤਾ ਨਹੀਂ ਕੀ ਗੱਲ ਆ ਵੀ ਮਾਇਆ ਆਪਣੇ ਨਾਲ ਪ੍ਰਭਾਵ ਪਾ ਰਹੀ ਹੈ। ਹੋਰ ਕੰਮ ਸਾਰੇ ਬੰਦ ਹੋਈ ਜਾਂਦੇ ਆ, ਵੀ ਕਿਸੇ ਪਾਸੇ ਜਾਣ ਨੂੰ ਜੀ ਨਹੀਂ ਕਰਦਾ। ਅੰਦਰ ਬੈਠਣ ਨੂੰ ਵੀ ਜੀ ਕਰ ਰਿਹਾ, ਬਹੁਤ ਵਧੀਆ ਬਣ ਰਿਹਾ। ਪਰ ਕਹਿਣ ਦਾ ਮਤਲਬ ਵੀ ਜਿਹੜਾ ਮਾਇਆ ਦਾ ਪ੍ਰਭਾਵ ਆ, ਪਰ ਇਹ ਸਦੀਆਂ ਤੋਂ ਚੱਲਦਾ ਆ ਇਸ ਤਰ੍ਹਾਂ। ਨਹੀਂ, ਉਹ ਨਹੀਂ ਕੋਈ ਨਹੀਂ, ਉਹ ਕੋਈ ਫਰਕ ਨਹੀਂ ਪੈਂਦਾ। ਉਹ ਮਾਇਆ ਇੱਕ ਸਮਾਂ ਆਊਗਾ, ਇਹਨੇ ਆਪੇ ਤੁਹਾਨੂੰ ਤਿਆਗ ਕਰ, ਤੁਹਾਨੂੰ ਛੱਡ ਦੇਣਾ। ਅੱਛਾ ਜੀ। ਹਾਂ, ਆਪੇ ਪਰੇ ਹੋ ਜਾਣੀ, ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਨਹੀਂ, ਹੁਣ ਬਿਮਾਰ ਨੂੰ ਕਹਿ ਦਈਏ ਕਿ ਤੂੰ ਬੁਖਾਰ ਨੂੰ ਛੱਡ ਦੇ, ਉਹ ਬੁਖਾਰ ਛੱਡਣ ਦੇ ਨਾਲ ਛੁੱਟਦਾ? ਹਾਂਜੀ, ਬਿਲਕੁਲ। ਉਹ ਤੇ ਤੁਹਾਡੇ ਸਰੀਰ ਤਾਂ ਆਪੇ ਲੱਗ ਹੋ ਜਾਂਦਾ। ਉਹ ਦਵਾਈ ਦਾ ਕੰਮ ਆ। ਹੈ ਤਾਂ ਦਵਾਈ ਦਾ ਕੰਮ, ਬਿਲਕੁਲ। ਹਾਂ, ਤੁਸੀਂ ਭਗਤੀ ਕੀਤੀ ਨਾ ਹੌਲੀ ਹੌਲੀ। ਹਾਂ, ਦਵਾਈ ਕੰਮ ਕਰੂਗੀ। ਹਾਂ, ਬਿਲਕੁਲ। ਹਾਂਜੀ, ਹਾਂ, ਹੁਣ ਕਲੈਰਿਟੀ ਹੋ ਜਾਣੀ। ਚਲੋ ਠੀਕ ਹੈ ਜੀ। ਅੱਜ ਦੀ ਨਿੱਜਰ ਸਾਹਿਬ ਹੋਰ ਹੈਗੀ ਵਿਚਾਰ ਕਰਨੀ? ਹਾਂਜੀ, ਪੌੜੀ ਹੈਗੀ, ਬੋਲੋ ਜੀ। ਹਾਂਜੀ, ਮੈਂ ਕੁਛ ਕਹਿਣਾ ਚਾਹੁੰਦੀ ਹਾਂ। ਬੋਲੋ। ਮੈਨੂੰ ਮੇਰਾ ਵੀ ਦਿਲ ਨਹੀਂ ਕਰਦਾ ਹੁਣ ਗੁਰਦੁਆਰੇ ਜਾਣ ਨੂੰ। ਇਹ ਬਾਬੇ ਮੇਰੇ ਘਰ ਆਏ ਨਿੱਜਰ ਸਾਹਿਬ, ਕੱਲ ਡਾਂਗਾ ਲੈ ਕੇ ਪਹੁੰਚੇ ਮੇਰੇ ਘਰ। ਲੇਕਿਨ I'm not attached to the Maya also. Before, like, I was always worried, पैसा होना चाहिए, होना चाहिए, वो होना चाहिए. But ਹੁਣ ਕੋਈ ਲਾਲਸਾ ਨਹੀਂ ਹੈਗੀ ਮੇਰੇ ਮਨ 'ਚ, ਕੋਈ ਵੀ ਨਹੀਂ. Because this katha is so powerful. I can't miss the katha at all. Like, मैं live नहीं ਹੁੰਦੀ because of my work, but मैं ਸੁਣਦੀ ਰੋਜ਼ ਹਾਂ ਜਦੋਂ ਵੀ ਮੈਨੂੰ time ਮਿਲਦਾ। but ਦੋਨੋਂ ਸੁਣਦੀਆਂ, ਦੋਨੋਂ ਕਥਾ ਸੁਣਦੀਆਂ। ਕਥਾ ਨੇ ਬਹੁਤ ਮੇਰੀ ਲਾਈਫ ਨੂੰ ਚੇਂਜ ਕਰਤਾ, ਬਹੁਤ ਜ਼ਿਆਦਾ। ਈਵਨ ਜਦੋਂ ਤੁਸੀਂ ਕਹਿੰਦੇ ਹੋ ਕਿ ਵਿਚਾਰਾਂ ਨੂੰ ਕੰਟਰੋਲ ਕਰਨਾ ਚਾਹੀਦਾ, ਤਾਂ ਮੈਂ ਜਦੋਂ ਅਰਦਾਸ ਕਰਦੀ ਹਾਂ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ, ਤਾਂ ਮੈਂ ਮਨ ਨੂੰ ਵੀ ਇਹੀ ਕਹਿੰਦੀ ਹਾਂ, ਹੇ ਮਨ, ਮੇਰੇ ਭਗਤੀ ਕਰਨ ਵੇਲੇ ਜਿਹੜੇ ਵਿਚਾਰ ਮੇਰੇ ਮਨ ਦੇ ਵਿੱਚ ਆਉਂਦੇ ਆ, ਉਹ ਵਿਚਾਰ ਨਾ ਲੈ ਕੇ ਆਈ। ਬਿਕਾਜ਼ ਉਹ ਵਿਚਾਰ ਮੇਰੇ ਕਿਸੇ ਕੰਮ ਦੇ ਨਹੀਂ ਹੈਗੇ, ਉਹ ਮੈਨੂੰ ਨਾਮ ਤੋਂ ਬਹੁਤ ਦੂਰ ਕਰ ਰਹੇ ਆ। ਲਾਈਕ ਆਈ ਸੈਡ ਦਿਸ ਥਿੰਗ 2-3 times, ਐਂਡ ਜਦੋਂ ਮੈਂ ਬਹਿੰਦੀ ਹਾਂ ਭਗਤੀ ਵਾਸਤੇ, ਤਾਂ ਮੇਰੇ ਜਿਹੜੇ ਮਨ ਦੇ ਵਿੱਚ ਵਿਚਾਰ ਆਉਂਦੇ, ਬਹੁਤ ਥੋੜੇ ਆਉਂਦੇ ਆ, ਬਟ ਉਹ ਚਲੇ ਜਾਂਦੇ ਉਸੇ ਟਾਈਮ ਤੇ। ਸੋ ਆਈ ਥਿੰਕ ਸੋ ਅਗਰ ਅਸੀਂ ਬੇਨਤੀ ਕਰੀਏ ਮਨ ਨੂੰ ਵੀ
ਤਾਂ ਮਨ ਸਾਡੀ ਸੁਣਦਾ ਹੈ ਔਰ ਉਹ ਵਿਚਾਰ ਲੈ ਕੇ ਨਹੀਂ ਆਉਂਦਾ ਜਦੋਂ ਤੁਸੀਂ ਪੱਤੀ ਤੇ ਬਹਿੰਦੇ ਹੋ। ਹਾਂ ਬਿਲਕੁਲ ਸਹੀ ਹੈ। ਬਾਣੀ ਵੀ ਕਹਿੰਦੀ ਨਾ ਮਨ ਮਾਨਿਆ ਤੇ ਹਰ ਜਾਣੇ ਤੋ ਹਰ ਜਾਣੇ। ਮਨ ਬੜੀ ਪਾਵਰਫੁਲ ਹੈ। ਮਨ ਨੂੰ ਵੀ ਤੁਸੀਂ ਕਹਿ ਸਕਦੇ ਹੋ ਤੇ ਮਨ ਨਹੀਂ ਸੁਣਨਾ, ਮਨ ਨਹੀਂ ਕਹਿਣਾ। ਪੰਗਾ ਤੇ ਇਹ ਹੈ ਮਨ ਦੇ ਨਾਲ ਹੀ ਤਾਂ ਗੱਲਬਾਤ ਹੈ ਸਾਰੀ ਦੀ ਸਾਰੀ। ਸਾਰੇ ਮਨ ਨਾਲ ਹੀ ਝਗੜਾ ਆ, ਮਨ ਨਾਲ ਹੀ ਦੋਸਤੀ ਆ, ਮਨ ਹੀ ਤਾਂ ਹੈ ਸਾਰਾ ਕੁਝ। ਮਨ ਹੀ ਸੰਤ ਆ, ਮਨ ਹੀ ਚੋਰ ਆ। ਹਾਂ ਮਨ ਮਾਨਾ ਤੋ ਹਰ ਜਾਣਾ। ਮਨ ਨੂੰ ਕਹਾ ਤੇ ਰੱਬ ਲੱਭਣਾ। ਉਦਾਂ ਸੰਕਲਪ ਕਰਨਾ ਨਹੀਂ ਕਿਸੇ ਨੇ। ਬਿਲਕੁਲ ਇਹ ਸਾਰਾ ਕੁਝ ਇਹੋ ਹੀ ਹੈ। ਇਹੋ ਹੀ ਬਹੁਤ ਵੱਡਾ ਪਾਵਰਫੁਲ ਚੀਜ਼ ਹੈ। ਠੀਕ ਹੈ ਜੀ। ਬਾਕੀ ਸਾਧ ਸੰਗਤ ਜੀ ਚੱਲ ਜਾ ਕਰੋ ਗੁਰਦੁਆਰੇ, ਜਾਣ ਚ ਕੋਈ ਪ੍ਰੋਬਲਮ ਨਹੀਂ ਆ। ਮੈਂ ਨਹੀਂ ਕਹਿੰਦਾ ਕਿ ਨਾ ਜਾਓ, ਮੈਂ ਇਹ ਕਹਿੰਦਾ ਕਿ ਚੀਜ਼ਾਂ ਤੁਹਾਡੇ ਜੀਵਨ ਚ ਆਉਣੀਆਂ ਨੇ। ਤੁਸੀਂ ਦੇਖੋਗੇ ਇੱਥੋਂ ਤੱਕ ਤੇ ਵੱਡੇ ਗੁਰਦੁਆਰੇ ਦੇ ਲਾਗੇ ਚੱਲ ਕੇ ਨਾ ਤੁਹਾਡਾ ਮੱਥਾ ਟੇਕਣ ਨੂੰ ਦਿਲ ਨਹੀਂ ਕਰਨਾ, ਸਿਰ ਵੀ ਥੱਲੇ ਕਰਨ ਨੂੰ ਦਿਲ ਕਰਨਾ। ਇੱਕ ਹੁੰਦਾ ਨਾ ਕਿ ਤੁਸੀਂ ਉਹਦਾ ਕਰ ਦਿੰਦੇ ਜੋ ਸਿਰ ਕਿ ਸਿਰ ਝੁਕਾਤਾ, ਮੱਥਾ ਟੇਕ ਗਿਆ ਆਪਾਂ ਸ਼ਰਧਾ ਦੇ, ਅੰਦਰੋਂ ਆਵਾਜ਼ ਨਹੀਂ ਹੋਣੀ। ਪੰਗਾ ਤੇ ਹੈ ਕਿਉਂਕਿ ਪਹਿਲਾਂ ਆਪਾਂ ਡਰ। ਹਾਂ ਮੈਂ ਸੋਚਿਆ ਸੀਗਾ ਵਿਸਾਖੀ ਵਾਲੇ ਦਿਨ ਜਾਣ ਨੂੰ, ਤਾਂ ਫਿਰ ਮੇਰੇ ਮਨ 'ਚ ਖਿਆਲ ਆਇਆ ਕਿ ਕਿਸ ਵਾਸਤੇ ਜਾਣਾ ਹੈ, ਬਿਕਾਜ਼ ਉੱਥੇ ਤਾਂ ਇੰਨੀ ਪੋਲਿਟਿਕਸ ਚੱਲਦੀ ਆ, ਤਾਂ ਫਿਰ ਨਹੀਂ ਦਿਲ ਕੀਤਾ ਜਾਣਾ। ਨਹੀਂ ਚਲੋ ਪੋਲਿਟਿਕਸ ਵਾਲੀ ਗੱਲ ਨਹੀਂ ਹੈਗੀ। ਗੱਲ ਤਾਂ ਇਹ ਹੈਗੀ ਨਾ ਜਿਹੜੇ ਕੰਮ ਵਾਸਤੇ ਆਪਾਂ ਨੇ ਉੱਥੇ ਜਾਣਾ ਹੈ ਉਹ ਕੰਮ। ਮਾਈਕ ਬੰਦ ਕਰ ਦੇ। ਉਹ ਕੰਮ ਮਹਿਲ ਪ੍ਰਕਾਸ਼ ਜੀ ਦਾਸ ਕਰਨ ਚਰਨ ਵਿਜਾ ਮਿਲ ਜੇ ਜ਼ਿਆਦਾ ਜ਼ਿਆਦਾ। ਠੀਕ ਹੈ ਠੀਕ ਠੀਕ। ਉਹ ਜਿਹੜਾ ਜਿਹਦੇ ਵਾਸਤੇ ਆਪਾਂ ਨੇ ਜਾਣਾ ਹੈ ਨਾ ਉਹ ਕੰਮ ਆਪਾਂ ਨੂੰ ਜਿੱਥੇ ਵੀ ਜਿਹੜਾ, ਕਿਉਂਕਿ ਦੇਖੋ ਮਾਲਕ ਨੇ ਪ੍ਰਗਟ ਹੋਣਾ ਆ ਜਿਹੜਾ ਹੈਗਾ ਆਪਣੀ ਆਤਮਾ ਨੇ। ਆਤਮਾ ਆਪਣੇ ਅੰਦਰ ਹੈਗੀ ਆ। ਇਹ ਜੋ ਕੁਛ ਵੀ ਕਾਰਵਾਈ ਜੋ ਵੀ ਭਗਤੀ ਕਰਨੀ ਆ ਇਹ ਸਰੀਰ ਦੇ ਅੰਦਰ ਵੜਨ ਦੇ ਨਾਲ ਹੀ ਹੋਣੀ ਆ, ਸੁਰਤ ਨੂੰ ਅੰਦਰ ਲੈ ਕੇ ਜਾਣ ਦੇ। ਭਾਵੇਂ ਇਹ ਸਰੀਰ ਨੂੰ ਤੁਸੀਂ ਜਿਹੜਾ ਹੈਗਾ ਕਿਤੇ ਜਿਹੜਾ ਹੈਗਾ ਕਿਤੇ ਵੀ ਜਿਹੜਾ ਹੈਗਾ ਕਿਸੇ ਜਿਹੜੀ ਸਥਾਨ ਹੈਗੇ ਪਵਿੱਤਰ ਸਥਾਨ, ਕਿਤੇ ਤੀਰਥ ਸਥਾਨ ਉੱਥੇ ਲੈ ਜਾਓ ਭਾਵੇਂ, ਤਾਂ ਵੀ ਗੱਲ ਤਾਂ ਇਸੇ ਸਰੀਰ ਦੇ ਅੰਦਰ ਇਹ ਭਗਤੀ ਕਰਕੇ ਹੀ ਬਣਨੀ ਹੈ। ਇਹ ਵਿਚਾਰ ਰੋਕਣੇ ਉੱਥੇ ਜਾ ਕੇ ਰੋਕ ਲਓ ਚਾਹੇ ਇੱਥੇ ਰੋਕ ਲਓ, ਗੱਲ ਤਾਂ ਇੱਕੋ ਹੀ ਹੈਗੀ ਆ। ਹਾਂ ਪਰ ਇੱਥੇ ਨਿੱਜਾ ਸਾਹਿਬ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਬਾਣੀ ਇਹ ਕਹਿੰਦੀ ਕਿ ਉੱਥੇ ਜਾ ਕੇ ਵੀ ਤੈਨੂੰ ਗਤੀ ਕਰਨੀ ਪੈਣੀ ਆ। ਹਾਂ ਬਸ ਆਹੀ ਚੀਜ਼। ਤੂੰ ਉੱਥੇ ਜਾ ਕੇ ਜਿਹੜਾ ਵਾਪਸ ਆ ਜਾਂਦਾ ਨਾ ਉਹਦੇ ਨਾਲ ਮਸਲਾ ਨਹੀਂ ਤੇਰਾ ਹੱਲ ਹੋਣਾ। ਬਾਣੀ ਵੇਖੋ 4-5 ਦਿਨ ਪਹਿਲਾਂ ਕਥਾ ਚੱਲੀ ਸੀ, ਤੂੰ ਨਮਾਜ਼ ਪੜ੍ਹਦਾ ਹੈ, ਤੂੰ ਰੋਜ਼ੇ ਰੱਖਦਾ ਹੈ, ਤੂੰ ਮੱਕੀ ਕੋ ਵੀ ਜਾਂਦਾ ਹੈ, ਪਰ ਉਹ ਸਾਰੇ ਜਿਹੜੇ ਆ ਤੈਨੂੰ ਭਗਤੀ ਕਰਨ ਵਾਸਤੇ ਹੀ ਪ੍ਰੇਰਿਤ ਕਰ ਰਹੇ ਆ। ਬਿਲਕੁਲ। ਪਰ ਜੇ ਤੂੰ ਉਹ ਨਹੀਂ ਕਰਦਾ ਤੇ ਇਹ ਜਿਹੜੇ ਕਰ ਰਹੇ ਕੇਵਲ ਤੇਰੇ ਕਰਮ ਕਾਂਡ ਆ। ਇੱਥੇ ਤੈਨੂੰ ਕੁਝ ਜ਼ਿਆਦਾ ਲੱਭੇਗਾ ਨਹੀਂ। ਹਾਂਜੀ ਨਿੱਜਾ ਸਾਹਿਬ ਤੇ ਅਗਲੀ ਪੌੜੀ ਕਰਨੀ ਕੀ ਕਰਨਾ? ਹਾਂਜੀ ਪੌੜੀ ਕਰਨੀ ਹੈ। ਇਸ ਤੋਂ ਪਹਿਲਾਂ ਨਾ ਮੈਂ ਇੱਕ ਜਿਹੜਾ ਇਹਦਾ ਮੂਆਂ ਗੰਢ ਨੇਕੀ ਸੱਤ ਹੋਏ, ਇਹ ਜਿਹੜਾ ਸੱਤ ਦੀ ਗੱਲ ਸੀਗੀ, ਸੱਤ ਦੇ ਉੱਤੇ ਜਿਹੜਾ ਹੈਗਾ ਉਹ ਤੁਕ ਮੈਨੂੰ ਨਹੀਂ ਆ ਰਹੀ ਸੀਗੀ। ਉਹ ਜਿਹੜਾ ਹੈਗਾ ਨੇਕੀ ਹੋਏ ਜਿਹੜੇ ਮਰੇ ਹੋਏ ਬੰਦੇ ਦੀ ਗੰਢ ਦੁਨੀਆ ਦੇ ਨਾਲ ਪੈਂਦੀ, ਲੋਕੀ ਯਾਦ ਕਰਦੇ ਆ ਜੇ ਉਹਦੇ ਕੋਲ ਸੱਤ ਹੈਗਾ। ਸੱਤ ਦਾ ਮਤਲਬ ਆ ਜੇ ਉਹਦੇ ਕੋਲ ਦਾਨ ਕਰਨ ਦੀ ਪ੍ਰਵਿਰਤੀ ਹੈਗੀ। ਸਤੀਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ। ਆਸਾ ਦੀ ਵਾਰ ਚ ਆਉਂਦਾ ਹੈ ਸਤੀਆਂ ਮਨ ਸੰਤੋਖ ਉਪਜੇ। ਸਤੀ ਕੌਣ? ਜਿਹੜੇ ਦਾਨੀ ਹੈਗੇ। ਦਾਨੀਆਂ ਦੇ ਮਨ ਚ ਸੰਤੋਖ ਪੈਦਾ ਹੁੰਦਾ ਕਿ ਦੇਣ ਦੇ ਵਿਚਾਰ ਆ, ਉਹ ਦਾਨ ਕਰਦੇ ਆ ਤੇ ਸੰਤੋਖ ਹੁੰਦਾ ਉਹਨਾਂ ਨੂੰ। ਤੇ ਹੁਣ ਜਿਹੜੀ ਪੌੜੀ ਆਈ, ਪੌੜੀ ਆਪੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ। ਉਹ ਵੀ ਹੈਗਾ ਭਾਈ। ਪੌੜੀ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ। ਕਹਿੰਦੇ ਮਾਲਕ ਪਰਮਾਤਮਾ ਨੇ ਸਾਰੀ ਕੁਦਰਤ ਸਾਰੀ ਸ੍ਰਿਸ਼ਟੀ ਬਣਾਈ ਆ ਔਰ ਮਾਲਕ ਕਿਤੇ ਛੁੱਟੀ ਤੇ ਨਹੀਂ ਗਿਆ। ਉਹ ਸਾਰੀ ਸ੍ਰਿਸ਼ਟੀ ਉਹਦੇ ਸਾਹਮਣੇ ਚਲਾ ਰਿਹਾ ਆ। ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਆਪ ਵੀ ਹੈਗਾ ਔਰ ਸ੍ਰਿਸ਼ਟੀ ਨੂੰ ਚਲਾ ਰਿਹਾ ਮਾਲਕ ਪਰਮਾਤਮਾ। ਉਹਦੀ ਖੇਡ ਹੈਗੀ ਆ। ਸੱਚ ਹੈਗਾ ਮਾਲਕ, ਹਮੇਸ਼ਾ ਰਹਿਣ ਵਾਲਾ ਹੈ ਮਾਲਕ। ਤੇ ਸੱਚ ਦੇ ਨਾਲ ਜਿਹੜਾ ਜੁੜੇਗਾ ਉਹੀ ਬਾਹਰ ਆ ਸਕਦਾ ਹੈ ਔਰ ਕੋਈ ਬਾਹਰ ਨਹੀਂ ਆ ਸਕਦਾ। ਜਿਹੜਾ ਝੂਠ ਕੀ ਹੈਗਾ? ਜੋ ਦਿਸ ਰਿਹਾ ਆ, ਜੋ ਆਕਾਰ ਹੈਗਾ, ਇਹ ਝੂਠ ਹੈਗਾ। ਜਿਹੜਾ ਆਕਾਰ ਦੇ ਨਾਲ ਜੁੜਿਆ ਸਵਾਦਾਂ ਦੇ ਨਾਲ, ਪਦਾਰਥਾਂ ਦੇ ਨਾਲ, ਤੇ ਉਹ ਭਾਈ ਬਾਹਰ ਨਹੀਂ ਆ ਸਕੇਗਾ। ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ। ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਕਸੌਟੀ ਮਾਲਕ ਦੀ ਆ, ਉਹਨੇ ਪਰਖ ਲੈਣਾ ਆ। ਬਾਹਰੋਂ ਜੇ ਮਰਜ਼ੀ ਲੀਪਾ ਪੋਤੀ ਕੀਤੀ ਹੋਏ ਗੱਲ ਬਣਨੀ ਨਹੀਂ ਹੈਗੀ। ਗੱਲ ਬਣਨੀ ਆ ਅੰਦਰ ਕੀ ਹੈਗਾ। ਖਰੇ ਖਜ਼ਾਨੇ ਪਾਈਏ ਖੋਟੇ ਸੱਟੀਏ ਬਾਹਰ ਵਾਰ। ਖਰੇ ਕਿੱਲੀ ਦੇ ਕੋਲ ਹੈਗੇ, ਖਜ਼ਾਨੇ 'ਚ ਆ ਜਾਣਗੇ, ਬਾਕੀ ਜਿਹੜੀ ਚੱਕੀ ਦੇ ਨਾਲ ਦਰੜ ਜਾਣਗੇ।
ਤੇ ਅੱਗੇ ਫਿਰ ਵੇਟ ਕਰ ਲਓ। ਜੂਨਾਂ ਦੇ ਵਿੱਚ ਜਿਹੜੇ ਹੈਗੇ ਉਹ ਬਾਹਰ ਸੁੱਟੇ ਜਾਣਗੇ, ਉਹ ਪ੍ਰਕਿਰਤੀ ਦੇ ਵਿੱਚ ਹੀ ਘੁੰਮਣਗੇ। ਖੋਟੇ ਸੱਚੀ ਦਰਗੇ ਸੁੱਟੀਆਂ ਕਿਸੇ ਆਗੇ ਕਰੇ ਪੁਕਾਰ। ਕਹਿੰਦੇ ਖੋਟੇ ਜਿਹੜੇ ਹੈਗੇ ਸੱਚੀ ਦਰਗਾਹ ਤੋਂ ਸੁੱਟੇ ਜਾਂਦੇ ਆ ਭਾਈ, ਨਹੀਂ ਪਹੁੰਚਦੇ, ਧਰਮਰਾਜ ਉਹਨਾਂ ਨੂੰ ਡੱਕਰ ਦਿੰਦਾ ਹੈ। ਉਹ ਕਿਹਦੇ ਕੋਲ ਪੁਕਾਰ ਕਰਨ ਫਿਰ? ਕਹਿੰਦੇ ਪੁਕਾਰ ਕਰ ਸਕਦੇ ਆ ਭਾਈ ਜੇ ਉਹਨਾਂ ਕੋਲ ਚਾਂਸ ਹੋਏ, ਜੇ ਉਹਨਾਂ ਕੋਲ ਚਾਂਸ ਹੋਏ, ਜੇ ਉਹਨਾਂ ਦੇ ਅੰਦਰ ਇੱਛਾ ਹੋਏ, ਜੇ ਉਹਨਾਂ ਦੇ ਕੋਲ ਸਰੀਰ ਹੋਏ, ਸਮਾਂ ਹੋਏ। ਸਤਿਗੁਰ ਪਿੱਛੇ ਭੱਜ ਪਵੇਂ ਇਹਾ ਕਰਨੀ ਸਾਰ। ਕਹਿੰਦੇ ਬ੍ਰਹਮ ਗਿਆਨੀਆਂ ਦੇ ਪਿੱਛੇ ਪੈ ਜਾ ਭਾਈ, ਸਾਰਾ ਕੁਝ ਛੱਡ ਕੇ ਬ੍ਰਹਮ ਗਿਆਨ ਲੈ ਬਈ ਕਿਵੇਂ ਮੈਂ ਕਰਨੀ ਕਿਹੜੀ ਸਾਰ ਹੈ, ਮੈਂ ਕਿਵੇਂ ਨਿਕਲ ਸਕਦਾ, ਮੈਂ ਕਿਵੇਂ ਸ਼ੁੱਧ ਹੋ ਸਕਦਾ ਹਾਂ। ਸਤਿਗੁਰ ਖੋਟਿਓਂ ਖਰੇ ਕਰੇ ਸ਼ਬਦੇ ਸਵਾਰਨਹਾਰ। ਕਹਿੰਦੇ ਸਤਿਗੁਰੂ ਨੇ ਖੋਟੇ ਤੋਂ ਖਰੇ ਕਰਨ ਦਾ ਪਾਵਰ ਹੈਗੀ ਸਤਿਗੁਰੂ ਦੇ ਕੋਲ। ਉਹ ਕਿਹੋ ਜਿਹਾ ਮਰਜ਼ੀ ਖੋਟਾ ਹੋਏ ਉਹਨੂੰ ਖਰਾ ਕਰ ਦੇਗਾ, ਪਰ ਕਿਵੇਂ? ਕਹਿੰਦੇ ਉਹਨੂੰ ਗਿਆਨ ਦੇਗਾ, ਸ਼ਬਦ ਦੇਗਾ, ਸਵਾਰਨ ਦਾ ਜਿਹੜਾ ਹੈਗਾ ਤਰੀਕਾ ਦੱਸੇਗਾ। ਇਹ ਮੈਡੀਟੇਸ਼ਨ, ਇਹ ਭਗਤੀ, ਇਹ ਸੁਣ ਦੇ ਵਿੱਚ ਬੈਠਣਾ ਆਹ ਦੱਸੇਗਾ। ਸੱਚੀ ਦਰਗਹਿ ਮੰਨੀਅਨ ਗੁਰ ਕੈ ਪ੍ਰੇਮ ਪਿਆਰ। ਜੇ ਗੁਰੂ ਦੇ ਨਾਲ ਪ੍ਰੇਮ ਪਾ ਲਿਆ, ਪਿਆਰ ਪਾ ਲਿਆ, ਧਿਆਨ ਸਿਮਰਨ ਕੀਤਾ ਤੇ ਸਾਰੀ ਦੀ ਸਾਰੀ ਖੋਟ ਨਿਕਲ ਜਾਣੀ ਆ ਔਰ ਪਰਮਾਤਮਾ ਦੀ ਦਰਗਾਹ 'ਚ ਖਰਾ ਹੋ ਕੇ ਮੰਨਿਆ ਜਾਣਾ, ਐਕਸੈਪਟ ਹੋ ਜਾਣਾ ਹੈ। ਗਣਤ ਤਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ। ਕਹਿੰਦੇ ਕੋਈ ਹੈ ਦੁਨੀਆ ਦੇ ਵਿੱਚ ਜਿਹੜਾ ਹੈਗਾ ਜਿਨ੍ਹਾਂ ਨੂੰ ਮਾਲਕ ਨੇ ਬਖਸ਼ ਦਿੱਤਾ ਹੈ ਤੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਨੁਕਤਾਚੀਨੀ ਕਰ ਸਕੇ, ਜਾਂ ਉਹਨਾਂ ਦੇ ਜਿਹੜੇ ਹੈਗੇ ਉਹਨਾਂ ਦੀ ਉਚਾਈ ਨੂੰ ਛੂ ਸਕੇ, ਜਾਂ ਉਹਨਾਂ ਦੇ ਬਾਰੇ ਕੁਝ ਕਹਿ ਸਕੇ। ਕਹਿੰਦੇ ਨਹੀਂ ਪੋਸੀਬਲ ਹੈਗਾ। ਹਾਂਜੀ ਗੋਰਕੀ ਸਾਹਿਬ। ਠੀਕ ਹੈ ਜੀ। ਆਖਰ ਤੇ ਉਹ ਕਹਿੰਦੇ ਨੇ ਕਿ ਜਿਹੜੇ ਖੋਟੇ ਉਹ ਖਰੇ ਹੋ ਜਾਂਦੇ ਆ। ਹਾਂ, ਤੇ ਖਰੇ ਤੇ ਹੋ ਹੀ ਜਾਂਦੇ ਆ। ਹੁਣ ਹਰ ਦਿਨ ਆਪਾਂ ਬਾਣੀ ਸੁਣਦੇ ਆ, ਹੌਲੀ ਹੌਲੀ ਕਰਕੇ ਬਾਣੀ ਦੀ ਨਿਰਮਲ ਧਾਰਾ ਸਾਡੇ ਅੰਦਰ ਪ੍ਰਵੇਸ਼ ਕਰਦੀ ਹੈ। ਹੁਣ ਤੁਸੀਂ ਕੋਈ ਮਾੜਾ ਕਰਮ ਵੀ ਕਰਨ ਜਾਂਦੇ ਜੋ ਨਾ, ਤੇ ਅੰਦਰੋਂ ਵੇਖੋ ਤੁਹਾਡਾ ਹੱਥ ਕਿਹਨੇ ਫੜ ਲੈਣਾ ਹੈ, ਕੰਪਨ। ਹਾਂ, ਤੁਹਾਨੂੰ ਕਰ ਨਹੀਂ ਦੇਣਾ ਉਹਨੇ। ਪਹਿਲਾਂ ਤੁਸੀਂ ਕਰਕੇ ਨਾ ਪਛਤਾਉਂਦੇ ਸੀ, ਮੈਂ ਏਦਾਂ ਕਿਉਂ ਕੀਤਾ, ਨੁਕਸਾਨ ਹੋ ਗਿਆ, ਫਿਰ ਵੀ ਬੜਾ ਦੁੱਖ ਲੱਗਦਾ ਸੀ, ਕਾਹਨੂੰ ਨੁਕਸਾਨ ਹੋ ਗਿਆ। ਹੁਣ ਵੇਖਿਓ ਤੁਹਾਡੇ ਅੰਦਰ ਕੰਪਨ ਨਹੀਂ ਪੈਦਾ ਹੋਣੀ। ਨੁਕਸਾਨ ਵੀ ਹੋ ਗਿਆ ਤਾਂ ਵੀ ਕੋਈ ਨਹੀਂ ਫਰਕ ਪੈ ਗਿਆ, ਫਾਇਦਾ ਹੋ ਗਿਆ ਤੇ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੋ ਗਈ। ਇਹ ਚੀਜ਼ਾਂ ਵਾ ਤੁਹਾਡੇ ਅੰਦਰ, ਤੁਹਾਡੇ ਚ ਆਉਣੀਆਂ ਨੇ, ਤੁਸੀਂ ਖੁਦ ਇਹਨੂੰ ਅਨੁਭਵ ਕਰੋਗੇ। ਕਿਉਂਕਿ ਕਹੇ ਸੁਣੇ ਕਿਆ ਹੋਏ, ਕਹਿਣ ਕੁਣ ਦੀਆਂ ਗੱਲਾਂ ਨਹੀਂ, ਪ੍ਰੈਕਟੀਕਲ ਗੱਲਾਂ ਤੁਹਾਡੇ ਜੀਵਨ ਚ ਵਾਪਰਨ ਲੱਗੀਆਂ ਔਰ ਆਪ ਜੀ ਉਹ ਚੀਜ਼ ਨੂੰ ਦੇਖੋਗੇ, ਅਨੁਭਵ ਕਰੋਗੇ। ਔਰ ਉਹ ਫਿਰ ਜਦੋਂ ਤੁਸੀਂ ਉਹਨੂੰ ਅਨੁਭਵ ਕਰੋਗੇ, ਫਿਰ ਬਾਣੀ ਕਹਿੰਦੀ ਜਬ ਜਾਨਿਆ ਤਉ ਮਨ ਮਾਨਿਆ, ਮਨ ਮਾਨੇ ਲੋਗ ਨਾ ਪਤੀਜੇ ਤਉ ਕਿਆ ਕੀਜੇ। ਕਹਿੰਦੇ ਲੋਕੀ ਮੰਨਦੇ ਨਹੀਂ ਆ, ਫਿਰ ਵੀ ਮੈਂ ਦੱਸਦਾ ਤਾਂ ਹੈਗਾ ਪਰ ਮੰਨਦਾ ਕੋਈ ਨਹੀਂ ਹੈਗਾ। ਨਹੀਂ ਮੰਨਦਾ ਤੇ ਮਰਜ਼ੀ ਉਹਨਾਂ ਦੀ, ਕੀ ਕਰੀਏ। ਉਹ ਤੇ ਕੋਈ ਨਹੀਂ। ਹੁਣ ਜਦੋਂ ਆਪਾਂ ਸੌਦਾ ਵੇਚਦੇ ਆ, ਹੁਣ ਬਾਣੀ ਜੋ ਦੱਸ ਕੇ ਤੇ ਗਏ, ਹੁਣ ਸਾਰੇ ਨਹੀਂ ਫਾਇਦਾ ਉਠਾ ਰਹੇ, ਉਹ ਵੱਖਰੀ ਗੱਲ ਆ, ਪਰ ਕੁਝ ਲੋਕ ਤੇ ਉਠਾ ਹੀ ਰਹੇ ਨਾ ਫਾਇਦਾ। ਬਿਲਕੁਲ ਬਿਲਕੁਲ ਬਿਲਕੁਲ। ਤੇ ਚਲੋ ਜੀ, ਬਹੁਤ ਵਧੀਆ ਜੀ ਅੱਜ ਦੀ ਵਿਚਾਰਨੇ ਚ ਸਭ। ਹਾਂਜੀ ਹਾਂਜੀ, ਬਹੁਤ ਵਧੀਆ ਜੀ ਗੁਰਕੀ ਸਾਹਿਬ। ਤੇ ਆਪ ਬਸ ਵੇਖੋ, ਹੁਣ ਕਹਿੰਦੀ ਬਾਣੀ ਕੀ ਕਰੂਗੀ, ਸੰਗਤ ਦਾ ਕੀ ਫਾਇਦਾ ਹੈ। ਸੰਗਤ ਦਾ ਫਾਇਦਾ ਉਸ ਲਈ ਹੈ ਕਿ ਦੇਖੋ ਇੱਕ ਬਾਲਟੀ ਦੇ ਵਿੱਚ ਗੰਦਾ ਪਾਣੀ, ਇਸੇ ਤਰ੍ਹਾਂ ਸਾਡੇ ਚਿੱਤ 'ਚ ਗੰਦਾ ਪਾਣੀ ਭਰਿਆ। ਉਹ ਜਦੋਂ ਹਰ ਦਿਨ ਨਿਰਮਲ ਧਾਰਾ ਕਥਾ ਦੀ ਚੱਲਦੀ ਹੈ, ਬਾਣੀ ਚੱਲਦੀ ਹੈ, ਇੱਕ ਇੱਕ ਸ਼ਬਦ ਸਾਡੇ ਅੰਦਰ ਜਾਂਦਾ ਹੈ। ਤੇ ਸਾਡੇ ਨਾ ਦੇਖੋ ਹੈ ਤੇ ਅੰਦਰ ਕੁਛ ਵੀ ਨਹੀਂ, ਅੱਖਰ ਹੀ ਤੇ ਹੈਗੇ ਆ। ਅੱਖਰਾਂ ਨੂੰ ਕਿੱਦਾਂ ਡਿਲੀਟ ਕਰੋਗੇ ਤੁਸੀਂ? ਹੁਣ ਦੱਸੋ, ਤੁਹਾਡੇ ਅੰਦਰ ਬੁਰਾਈ ਹੈ, ਉਹਨੂੰ ਕਿੱਦਾਂ ਖਤਮ ਕਰੋਗੇ? ਉਹਨੂੰ ਖਤਮ ਤੁਸੀਂ ਕਰ ਨਹੀਂ ਸਕਦੇ ਬੁਰਾਈ ਨੂੰ। ਹਾਂ, ਤੁਸੀਂ ਚੰਗਿਆਈ ਭਰ ਦੋ ਤੇ ਬੁਰਾਈ ਆਪੇ ਖਤਮ ਹੋ ਜਾਣੀ ਆ। ਨਿਸ਼ਚੈ ਸਾਹਿਬ, ਸਹੀ ਹੈ ਨਾ? ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਬਸ ਜੇ ਪ੍ਰਕਾਸ਼ ਲਾਈਟ ਜਗਾ ਲਓ ਤੇ ਹਨੇਰਾ ਤਾਂ ਗਿਆ। ਹਾਂ, ਹੁਣ ਇੱਕ ਬਾਲਟੀ 'ਚ ਗੰਦ ਭਰਿਆ, ਤੁਸੀਂ ਪਾਣੀ ਪਾਈ ਜਾਓ, ਉਹ ਗੰਦ ਆਪਣੇ ਆਪ ਹੀ ਬਾਹਰ ਆ ਜਾਣਾ। ਓਦਾਂ ਗੰਦ ਨੂੰ ਕੱਢਣ ਦਾ ਕੋਈ ਤਰੀਕਾ ਥੋੜੀ ਹੈ, ਉੱਥੇ ਫਿਜ਼ੀਕਲੀ ਥੋੜੀ ਉੱਥੇ ਹੱਥ ਲਾ ਸਕਦੇ। ਇਹ ਤੇ ਸਭ ਸੂਖਮ ਚੀਜ਼ਾਂ ਹੈਗੀਆਂ। ਚਲੋ ਜੀ, ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਆ ਤੇ ਅਰਦਾਸਾਂ ਆਈਆਂ ਨੇ। ਹਾਂਜੀ ਵੀ, ਓਕੇ, ਠੀਕ ਹੈ ਨੀ ਦੱਸਾਂ ਵੀਰ ਜੀ? ਉਹ ਸਤਿੰਦਰ ਉਹਨਾਂ ਦੀ ਅਰਦਾਸ ਕਰਦੇ ਆ ਜੀ। ਠੀਕ ਹੈ ਜੀ, ਠੀਕ। ਉਹ ਸਾਧਨਾ ਕਰਦੇ ਆ? ਹਾਂਜੀ ਹਾਂਜੀ, ਗਰੁੱਪ 'ਚ ਨੇ ਆਪਣੇ। ਠੀਕ ਹੈ। ਮੈਂ ਜੇ ਭਗਤੀ ਕਰਦੇ ਕੇਵਲ ਉਹਨਾਂ ਦੀ ਅਰਦਾਸ ਹੀ ਹੁੰਦੀ ਜੇ। ਵੀਰ ਜੀ ਕਰਦੇ ਹੋ?
ठीक है जी। एक ओंकार सतनाम करता पुरख निर्भਉ निर्वैर अकाल मूरत अजूनी सहभंग गुर प्रसाद। ਮੇਰੇ ਮਾਲਕ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਮੇਰੇ ਪਿਤਾ ਮਿਹਰ ਕਰੋ, ਤੰਦਰੁਸਤੀ ਬਖਸ਼ੋ, ਸੁਖ ਸ਼ਾਂਤੀ ਬਖਸ਼ੋ। ਮੇਰੇ ਮਾਲਿਕ 3 ਅਰਦਾਸਾਂ ਆਈਆਂ ਨੇ। ਇੱਕ ਤੇ ਅਰਦਾਸ ਆ, ਇੱਕ ਪਰਿਵਾਰ ਆ ਮੇਰੇ ਪਿਤਾ, ਉਹਨਾਂ ਦੇ ਘਰ ਚ ਸੰਕਟ ਆ ਗਿਆ, ਕੋਈ ਕੇਸ ਪੈ ਗਿਆ। ਆਪ ਜਾਨੀ ਜਾਣ ਜੋ ਮੇਰੇ ਪਿਤਾ ਮਿਹਰ ਕਰੋ, ਉਹਨਾਂ ਨੂੰ ਇਸ ਚੀਜ਼ ਤੋਂ ਮੁਕਤ ਕਰੋ। ਮੇਰੇ ਪਿਤਾ ਇੱਕ ਮਾਤਾ ਅਰਦਾਸ ਕਰਾ ਰਹੀ ਆ, ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ, ਉਹਨਾਂ ਦੇ ਘਰ ਚ ਜੋ ਵੀ ਰੁਕਾਵਟ ਆ ਉਹਨੂੰ ਦੂਰ ਕਰੋ ਮੇਰੇ ਮਾਲਿਕ। ਇੱਕ ਮੇਰੇ ਪਿਤਾ ਇੱਕ ਅਰਦਾਸ ਹੋ ਰਹੀ ਹੈ, ਇੱਕ ਮਾਤਾ ਆਪਣੇ ਬੱਚੇ ਦੀ ਅਰਦਾਸ ਕਰਾ ਰਹੀ ਹੈ। ਉਹ ਕਹਿੰਦੀ ਹੈ ਕਿ ਉਹਨਾਂ ਦਾ ਬਾਹਰ ਦਾ ਜਿਹੜਾ ਸੰਜੋਗ ਆ ਉਹ ਸਹੀ ਤਰੀਕੇ ਨਾਲ ਟਾਈਮ ਨਾਲ ਬਣ ਜੇ, ਤਾਂ ਜੋ ਬੱਚਾ ਆਪਣੇ ਜੀਵਨ ਸਾਥੀ ਕੋਲ ਚਲਾ ਜਾਵੇ। ਬਿਰਥੀ ਨਾ ਜਾਏ ਜਨ ਕੀ ਅਰਦਾਸ, ਮਿਹਰ ਕਰੋ ਮੇਰੇ ਮਾਲਿਕ, ਮਿਹਰ ਕਰੋ, ਮਿਹਰ ਕਰੋ, ਸਰਬੱਤ ਦਾ ਭਲਾ ਕਰੋ, ਸ਼ੁਭ ਕਾਮਨਾਵਾਂ ਦੀਆਂ ਪੂਰਤੀਆਂ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।